61 तो अगे पाठ करना है, अंक नंबर 1061 तो मारू राग विच उच्चारण कीते हुए तीजी पातशाही धन धन गुरु अमरदास जी के उच्चारण कीते हुए 16 दे पाठ चल रहे हैं, जिस विच 17वें 16 दे 13 पद्यां तक दे पाठ कल हुए सन। अज अगों पाठ करना है। सब किछ आपे आप कराए, आपे सिर सिर धंधे लाए, आपे थाप उथापे वेखै, गुरमुख आप बुझाइंदा। सब किछ आपे आप कराए, आपे सिर सिर धंधे लाए, आपे थाप उथापे वेखै, गुरमुख आप बुझाइंदा। सब किछ आपे आप कराए, परमात्मा दे हुक्म विच ही सारी कार विहार हो रही है। सब कुछ आपे आप कराए, शरीर करके असी उसदे हुक्म विच बंजे होए हैं, बद्धे होए हैं, ते कर्मा करके उसने सानू आजादी दिती है। पर उसकी जिहड़ी नियमावली बनी हुई है, जेवो जे असी कर्म करदे हां अगों दी ओवो जी साडी जिंदगी बन जाती है। साडे कर्मां दे उपरंत असी फिर उसदे हुक्म विच बज्जे होए हैं, ते सब कुछ आपे आप कराए, उहदे हुक्म विच ही सारी कार विहार हो रही है। सब किच आपे आप कराए, आपे सिर सिर धंधे लाए। सिर सिर हर सिर दे उत्ते जेवो जे असी कर्म करदे हां ओवो जे साडी कार विहार बन जाती है उसदे हुक्म विच ही। देखो वैसे असी धंधा अखर जिसा धंधे अखर आ रहा है ते कार विहार नूं असी धंधे कहंदे हां, जिस दे विच दो पैसे दी कमाई होए असी उसनूं कि बिजनेस कहंदे हां। ਅਸੀਂ ਕਹਿੰਦੇ ਆ ਅੱਜ ਕੱਲ ਕਿਹੋ ਜਿਹਾ ਕੰਮ ਕਾਜ ਅਸੀਂ ਉਹਨੂੰ ਕਹਿੰਦੇ ਆ। ਪਰ ਧੰਦੇ ਲਾਏ ਤੋਂ ਵਿੱਚ ਸਾਰੇ ਹੀ ਕਾਰ ਵਿਹਾਰ ਹੋ ਗਏ, ਕਿਸੇ ਵੀ ਕਿਸਮ ਦੇ ਕਾਰ ਵਿਹਾਰ ਹੋ ਗਏ। ਸਿਰਫ ਪੈਸੇ ਨਾਲ ਰਿਲੇਟ ਨਾ ਕਰੀਏ ਇਹਨੂੰ ਕਿ ਅਰਨਿੰਗਸ ਨਾਲ ਹੀ ਗੁਰੂ ਸਾਹਿਬ ਕਹਿ ਰਹੇ ਹਨ ਕਿ ਧੰਦੇ ਲਾਏ। ਈਵਨ ਕੋਈ ਘਰ ਦੀ ਗ੍ਰਹਿਣੀ ਹੈ, ਹਾਊਸ ਵਾਈਫ ਹੈ, ਜਾਂ ਕੋਈ ਵੀ ਕੋਈ ਕਾਰ ਵਿਹਾਰ ਕਰ ਰਿਹਾ, ਸਿਰਫ ਧੰਦੇ ਲਾਏ ਪਾਓ। ਹਰ ਕਾਰ ਵਿਹਾਰ ਵਿੱਚ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਅਸੀਂ ਸਾਰੇ ਕਾਰ ਵਿਹਾਰ ਕਰ ਰਹੇ ਹਨ। ਤੇ ਹੁਕਮ ਕਿਸ ਤਰ੍ਹਾਂ ਵਰਤਦਾ ਹੈ ਉਹ ਪਿਛਲੀ ਪੰਕਤੀ ਵਿੱਚ ਗੁਰੂ ਸਾਹਿਬ ਸਾਨੂੰ ਪਹਿਲਾਂ ਵੀ ਕਈ ਵਾਰੀ ਕਲੀਅਰ ਕਰ ਚੁੱਕੇ ਹਨ। ਜਿਹੋ ਜੇ ਅਸੀਂ ਕਰਮ ਕਰੀ ਜਾਂਦੇ ਹਾਂ ਉਹ ਜੀ ਸਾਡੀ ਅੱਗੇ ਜ਼ਿੰਦਗੀ ਬਣਦੀ ਰਹਿੰਦੀ ਹੈ। ਤੇ ਆਪੇ ਸਿਰ ਸਿਰ ਧੰਦੇ ਲਾਏ, ਆਪੇ ਥਾਪ ਉਥਾਪੇ ਵੇਖੇ, ਗੁਰਮੁਖ ਆਪ ਬੁਝਾਏਗਾ। ਥਾਪ ਤੋਂ ਪਾਓ ਰਚਨਾ, ਰਚਨੀ, ਥਾਪਣਾ, ਸਥਾਪਿਤ ਕਰਨਾ। ਉਥਾਪਨ ਤੋਂ ਪਾਓ ਨਾਸ਼ ਕਰਨਾ। ਵੇਖੇ ਤੋਂ ਪਾਓ ਵੇ ਤੱਕਣਾ ਜਾਂ ਸੰਭਾਲਣਾ, ਦੋਨੋਂ ਚੀਜ਼ਾਂ ਵਿੱਚ ਆ ਜਾਂਦੀਆਂ। ਵੇਖੇ ਅੱਖਰ ਬਾਬਤ ਪਹਿਲਾਂ ਵੀ ਗੱਲ ਹੋ ਚੁੱਕੀ ਹੈ। ਜੇ ਅਸੀਂ ਕਿਸੇ ਨੂੰ ਕਹੀਏ ਕਿ ਇਹ ਮੇਰੀ ਸਮਾਨ ਨੂੰ ਵੇਖੀ, ਭਾਵ ਇਹੋ ਹੁੰਦਾ ਕਿ ਸੰਭਾਲ ਕਰੀ ਕਿ ਮੈਂ 2-4-5 ਮਿੰਟ ਕਿਧਰੇ ਕਾਰ ਵਿਹਾਰ ਕਰਨ ਜਾ ਰਿਹਾ। ਤੇ ਵੇਖੇ ਤੋਂ ਪਾਵੇ ਸਿਰਫ ਵੇਖ ਨਹੀਂ ਰਿਹਾ, ਪਰਮਾਤਮਾ ਸੰਭਾਲਣਾ ਵੀ ਕਰ ਰਿਹਾ। ਆਪੇ ਥਾਪ ਉਥਾਪੇ ਵੇਖੇ, ਬਣਾਉਣਾ, ਵਿਨਾਸ਼ ਕਰਨਾ ਤੇ ਸੰਭਾਲ ਕਰਨਾ। ਲੇਕਿਨ ਇਹ ਜਿਹੜਾ ਗੁਝਿਆ ਭੇਦ ਹੈ, ਇਹ ਗੁਰਮੁਖ ਆਪ ਬੁਝਾਏਂਦਾ। ਅਸੀਂ ਆਪਣੇ ਅੰਦਰ ਵੀ ਝਾਤ ਮਾਰੀਏ ਨਾ, ਮਨ ਦੇ ਅੰਦਰ ਵੀ ਸਾਡੇ ਸ਼ੁਭ ਗੁਣ ਪਨਪਦੇ ਹਨ, ਅਵਗੁਣਾਂ ਦਾ ਨਾਸ਼ ਹੁੰਦਾ ਹੈ। ਇਹ ਗੁਰੂ ਦੀ ਸੰਗਤ ਵਿੱਚ ਬੈਠਿਆਂ ਜਿਹੜੀ ਹੈ ਸਾਰੀ ਕਾਰ ਵਿਹਾਰ ਹੁੰਦੀ ਹੈ। ਗੁਰੂ ਦੇ ਰਾਹੀਂ ਪ੍ਰਮਾਤਮਾ ਇਹ ਸੱਚ ਦੇ ਭੇਦ ਨੂੰ ਆਪ ਬੁਝਾਉਂਦਾ ਹੈ, ਆਪ ਸਮਝ ਦਿੰਦਾ ਹੈ। ਗੁਰਮੁਖ ਆਪ ਬੁਝਾਏਂਦਾ। ਜੀ ਹਰਵਿੰਦਰ ਵੀਰ ਜੀ। ਇੱਥੇ ਕਹਿੰਦੇ ਵੀ ਸਭ ਕੁਝ ਆਪੇ ਆਪ ਕਰਾਏ, ਜਾਂ ਇੱਕ ਹੋਰ ਆਂਦਾ ਹੈ ਕਹਿੰਦਾ ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸੁਆਮੀ। ਸਾਰਾ ਖੇਡ ਜਿਹੜਾ ਨਾ ਉਹ ਤੇਰਾ ਆਪਣਾ ਰਚਿਆ ਹੋਇਆ ਹੈ, ਤੂੰ ਆਪੇ ਖੇਲੇ ਕਰੇ ਸਭ ਕਰਤੇ। ਗੇਮ ਤੇਰੀ, ਰੂਲਸ ਤੇਰੇ, डिसीजंस तेरे, सारा कुछ ना, तो रिवॉर्ड्स की मिलणगे, वो तेरा खमियाजा की भरना पेगा। सारे नियम जिहड़े ने वो तेरे अपने बनाए हुए। किसी दी कोई ना किसी नूं पुछ के कोई मशवरा करदा, अब भुलदा नहीं, वो कदी गलतियां नहीं करदा। अब भुल ना भुले, लखियो ना चलावे, वो अपने जिहड़े उन्हें अपने नियम बनाए हुए ने वो भी ओहदे सिर दे उत्ते लागू नहीं होंदे। मता ना करे 50। सारे जिहड़े ओ सारी गेम ओहदी अपनी है। गुरु साहब जो कहना चाहते हैं कि तेरे वास्ते चंगा है कि तू हुक्म मान ले,
वो कहते जिस आगे नहीं किसे का चारा, जे तेरा चारा चलना ही नहीं, सारी खेड़ ही होती है। सब किछ आपे, इट इज बेटर कि ਉਹਦੇ ਕੋਲ ਪੁੱਛ ਕੇ ਚੱਲ। ਇਹ ਹੈ ਤੇ ਸਾਰੀ ਉਸ ਮਾਰਗ ਦੀ ਖੇਡ। ਕਹਿੰਦੇ ਆਪੇ ਸਿਰ ਸਿਰ ਧੰਦੇ ਲਾਏ। ਫਿਰ ਜਿਸ ਤਰ੍ਹਾਂ ਉਹਨੇ ਆਪਣੇ ਨਿਯਮਾਂ ਦੇ ਹਿਸਾਬ ਨਾਲ ਜਿਸ ਬੰਦੇ ਨੂੰ, ਕਿਉਂਕਿ ਰੱਬ ਆਪਣੇ ਇੱਕ ਇੱਕ ਫੈਸਲੇ ਦੇ ਨਾਲ, ਅਸੀਂ ਆਮ ਤੌਰ ਤੇ ਕਈ ਵਾਰੀ ਮੁਹਾਵਰਾ ਯੂਜ਼ ਕਰਨੇ ਆ ਵੀ ਇੱਕ ਪੱਥਰ ਦੇ ਨਾਲ ਦੋ ਪੰਛੀਆਂ ਨੂੰ ਮਾਰ ਦਿੱਤਾ, ਇੱਕ ਤੀਰ ਦੇ ਨਾਲ ਦੋ ਸ਼ਿਕਾਰ ਕਰ ਲਿੱਤੇ। ਰੱਬ ਆਪਣੇ ਇੱਕ ਇੱਕ ਫੈਸਲੇ ਦੇ ਨਾਲ ਪਤਾ ਨਹੀਂ ਕਿਤਨੇ ਕੋ ਫੈਸਲੇ ਕਰ ਦਿੰਦਾ। ਇੱਕ ਇੱਕ ਸੰਸਾਰ ਵਿੱਚ ਇੱਕ ਥੋੜਾ ਫੇਰਫਾਰ ਕਿਸੇ ਨਾਲ, ਕਿਹੜਾ ਮੱਛਰ ਕਿਸ ਬੰਦੇ ਨੂੰ ਲੜੇਗਾ, ਕਿਹੜਾ ਬੰਦਾ ਮਰ ਜਾਏਗਾ, ਉਹ ਬੰਦੇ ਦੇ ਮਰਨ ਨਾਲ ਕੌਣ ਯਤੀਮ ਹੋਏਗਾ, ਕੌਣ ਵਿਧਵਾ ਹੋਏਗਾ, ਉਹ ਬੜਾ ਬੜਾ ਬੱਚਾ ਵਿਧਵਾ ਹੋਇਆ ਸੀ, ਉਹਦੇ ਅੱਗੇ ਕੀ ਲਾਈਨ ਚੱਲੇਗੀ ਨਾ। ਰੱਬ ਦੇ ਇੱਕ ਇੱਕ ਜਿਹੜਾ ਨਾ ਜੋ ਤੁਹਾਨੂੰ ਕਿਸ ਕਿਸ ਕਾਰੋ ਵਿਹਾਰ ਵਿੱਚ ਬੰਦੇ ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ। ਇਹ ਰੱਬ ਨੇ ਤੁਹਾਨੂੰ ਹਰ ਇੱਕ ਬੰਦੇ ਨੂੰ ਨੇ ਔਰ ਹਰ ਇੱਕ ਨੂੰ ਆਹਾਰ ਵਿੱਚ ਲਗਾਇਆ ਹੋਇਆ। ਕੋਈ ਐਸਾ ਬੰਦਾ ਨਹੀਂ ਹੈ ਵੀ ਜਿਹੜਾ, ਦੇਖੋ ਨਾ ਵੀ ਅਸੀਂ ਕਦੀ ਸੋਚੀਏ ਵੀ ਸਾਡੇ ਦੁਕਾਨ ਤੇ ਸਾਲ ਭਰ ਵਿੱਚ ਜਿਹੜੇ ਨਾ ਤਕਰੀਬਨ ਮੈਂ ਕਹਿੰਦਾ ਚਲੋ 1000 ਗ੍ਰਾਹਕ ਆਉਂਦਾ, ਵੀ ਕਦੀ ਇੱਕ ਨਹੀਂ ਹੁੰਦਾ ਕਿ 2 ਦਿਨਾਂ ਵਿੱਚ 500 ਆ ਗਏ ਤੇ ਬਾਕੀ ਉਹ ਰੱਬ ਨੇ ਸਾਰਾ ਸਿਸਟਮ ਬਣਾ ਕੇ ਰੱਖਿਆ ਹੋਇਆ। ਉਹ ਸਿਸਟਮ ਔਰ ਸਾਰੀ ਖੇਡ ਵੀ ਉਹਦੀ ਹੈ। ਕਹਿੰਦੇ ਆਪੇ ਥਾਪ ਉਥਾਪੇ ਵੇਖੈ। ਫਿਰ ਉਹ ਸਾਰਿਆਂ ਨੂੰ ਵੇਖਦਾ ਪਿਆ ਕਿ ਜਿਹੜੇ ਉਹਦੇ ਨਿਯਮ ਉਹਨੇ ਬਣਾਏ ਹੋਏ ਨੇ ਨਾ, ਉਹਨਾਂ ਦੇ ਹਿਸਾਬ ਨਾਲ ਜੋ ਬੰਦਾ ਚੱਲਦਾ ਪਿਆ, ਜੋ ਨਹੀਂ ਚੱਲਦਾ ਪਿਆ। ਇੱਕ ਨਾ ਹੁਕਮ ਸਮਾਇਲ ਹੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਵੀ ਜਿਹੜੇ ਉਹਦੇ ਹੁਕਮ ਦੇ ਅਨੁਕੂਲ ਚੱਲਣ ਵਾਲੇ ਜੀਵਨ ਨੇ, ਉਹ ਤੇ ਫਿਰ ਉਹਦੇ ਜੋ ਰੱਬ ਵਿੱਚ ਸਮਾਇਆ ਹੋਇਆ ਜੀਵਨ, ਜਿਸ ਪਰਪਸ ਵਾਸਤੇ ਉਹ ਆਏ ਸਨ, ਜੋ ਕੁਝ ਸਿੱਖਣ ਨੂੰ ਆਏ ਸਨ, ਜੋ ਕੁਝ ਬਣਨ ਨੂੰ ਆਏ ਸਨ, ਉਹ ਉਹਦਾ ਹੋ ਗਿਆ ਉਹਨਾਂ ਦਾ ਕਾਰਜ ਵੀ ਉਹ ਰੱਬ ਵਿੱਚ ਸਮਾਏ ਹੋਏ। ਆਪੇ ਥਾਪ ਉਥਾਪੇ, ਜਿਹੜੇ ਤੇ ਰੂਲਸ ਨੂੰ ਮੰਨਦੇ ਨੇ ਉਹਨਾਂ ਨੂੰ ਇਸਟੈਬਲਿਸ਼ ਕਰੇਗਾ। ਜੇ ਇੱਕ ਨਾ ਹੁਕਮ ਸਮਾਇਲੇ, ਇੱਕ ਨਾ ਹੁਕਮੇ ਕਰੇ ਵਿਨਾਸ਼। ਗੁਰਮੁਖ ਆਪ ਬੁਝਾਏਂਦਾ। ਜਿਹੜਾ ਗੁਰਮੁਖ ਹੈ ਨਾ, ਅਸੀਂ ਜਿਹੜਾ ਅਸਲੀ ਵਾਰ ਕਹਿੰਦੇ ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਕਾਸ਼। ਗੁਰਮੁਖਾਂ ਨੂੰ ਕਹਿੰਦੇ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖਿਆ। ਅਸੀਂ ਸਾਰੇ ਤੋਂ ਸਾਡੀ ਇਸ ਗੱਲ ਦੇ ਸਾਰਿਆਂ ਦੀ ਸਾਂਝ ਹੈ ਕਿ ਬਈ ਉਹ ਕਿਸ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਕਹਿੰਦਾ ਹੁਕਮ ਰਜ਼ਾਈ ਚੱਲ। ਪ੍ਰਵਾਨ ਹੋਣ ਦਾ ਇੱਕੋ ਇੱਕ ਤਰੀਕਾ ਹੈ, ਹੁਕਮ ਔਰ ਰਜ਼ਾ ਵਿੱਚ ਟੁਰਨਾ ਹੀ ਇੱਕ ਤਰੀਕਾ ਹੈ। ਔਰ ਹੁਕਮਾਂ ਦੀ ਸੋਝੀ ਕਿਤੋਂ ਕਹਿੰਦਾ ਜਬ ਲਗ ਹੁਕਮ ਨਾ ਬੂਝਤਾ, ਜੇ ਹੁਕਮਾਂ ਨੂੰ ਨਹੀਂ ਬੁਝੇਗਾ। ਤੇ ਗੁਰਮੁਖ ਕੌਣ ਹੈ? ਗੁਰਮੁਖ ਕੋਈ ਵਿਸ਼ੇਸ਼ ਬੰਦਾ, ਕੋਈ ਕਿਸੇ ਸਪੈਸੀਫਿਕ ਅਟਾਇਰ ਨੂੰ ਗੁਰਮੁਖ ਨਹੀਂ ਕਿਹਾ ਜਾ ਰਿਹਾ। ਇਸ ਅਟਾਇਰ ਦਾ ਬੰਦਾ ਗੁਰਮੁਖ ਹੋ ਰਿਹਾ ਜਿਹੜਾ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਨਾ। ਕਹਿੰਦਾ ਗੁਰਮੁਖ ਹੈ ਹੀ ਉਹ ਬੰਦਾ ਜਿਹਨੂੰ ਰੱਬ ਆਪਣੇ ਹੁਕਮਾਂ ਦੀ ਸੋਝੀ ਬਖਸ਼ ਦਿੰਦਾ ਨਾ। ਉਹ ਕਹਿੰਦਾ ਗੁਰਮੁਖਾਂ ਨੂੰ ਆਪ ਉਹ ਆਪਣੀ ਵੀ ਇਹ ਜਿਹੜੀ ਸਾਰਾ ਜਿਹੜਾ ਖੇਡ ਉਸ ਕਹਿੰਦਾ ਨਾ ਵੀ ਉਹ ਤ੍ਰੈ ਗੁਣਵੰਤੀ ਦੇਹਰੀ ਜੋ ਆਇਆ ਜਗ ਸੋ ਖੇਲ। ਇਹ ਖੇਡ ਮਾਲਕ ਨੇ ਰਚੀ ਹੋਈ ਹੈ। ਜੋ ਸੰਸਾਰ ਵਿੱਚ ਆਏਗਾ ਨਾ ਉਹਨੂੰ ਇਹ ਖੇਡ ਖੇਡਣੀ ਪਏਗੀ। ਆ ਕਹਿੰਦੇ ਜੇ ਨਾਨਕ ਗੁਰਮੁਖ ਜੋ ਨਰ ਖੇਲੇ ਸੋ ਜਿਣ ਬਾਜੀ ਘਰ ਆਇਆ। ਜਿਹਨੇ ਗੁਰੂ ਨੂੰ ਪੁੱਛ ਕੇ ਇਹ ਖੇਡ ਖੇਡਣੀ ਸਿੱਖ ਲਿੱਤੀ, ਕਹੇ ਕਬੀਰ ਤੇ ਨਰ ਕਬੂ ਨਾ ਹਾਰੇ। ਢਾਲ ਜੋ ਜਾਣੇ ਪਾਸਾ, ਢਾਲ ਜੋ ਜਾਣੇ ਪਾਸਾ ਕੌਣ ਨੇ? ਗੁਰਮੁਖ ਨੇ। ਗੁਰਮੁਖਾਂ ਨੂੰ ਪਤਾ ਮੈਂ ਕਿਹੜੀ ਬਾਜੀ ਪਾਣੀ ਹੈ। ਮੇਰੇ ਸਾਹਮਣੇ ਜ਼ਿੰਦਗੀ ਹਰ ਮੁਕਾਮ ਦੇ ਉੱਤੇ ਸਾਡੇ ਕੋਲ ਫੈਸਲੇ ਆਣਗੇ। ਉਸ ਟਾਈਮ ਤੇ ਅਸੀਂ ਜਿਹੜਾ ਗੁਰਮੁਖ ਜਿਹੜਾ ਪ੍ਰੀਸ਼ਦ ਬੰਦੇ ਨੇ ਗੁਰੂ ਕੋਲ ਅਗਵਾਈ ਲਿੱਤੀ ਨਾ, ਫਰੀਦਾਪੁਰੇ ਦਾ ਭਲਾ ਕਰਾਂ ਜਾਂ ਉਹਨੂੰ ਮੈਂ ਇੱਕ ਦਾ ਦੋ ਕਰਕੇ ਦੇਵਾਂ। ਜਿਨ੍ਹਾਂ ਨੇ ਗੁਰੂ ਕੋਲੋਂ ਪੁੱਛ ਕੇ ਜਿਹੜੀ ਹੈ ਜੀਵਨ ਦੀ ਬਾਜੀ ਖੇਡੀ ਹੈ, ਕਹਿੰਦਾ ਗੁਰਮੁਖ ਆਪ ਬੁਝਾਉਂਦਾ। ਗੁਰਮੁਖਾਂ ਨੂੰ ਆਪਣੀ ਸੋਝੀ ਉਹ ਪਰਮਾਤਮਾ ਆਪ ਦੇ ਦਿੰਦਾ। ਹਾਂਜੀ जी जी बिल्कुल। हाँ, अटायर नहीं है गुरमुख, अटायर नहीं है, भेख नहीं है, संत भी भेख नहीं है। असी भेख तो बड़े प्रभावित हो जाते हैं। बिल्कुल भेख नहीं है। संत भी कह लिए, गुरमुख कह लिए, इस तरह के कई इस तरह के भगत कह लिए, ब्रह्मचारी कह लिए, कई ऐसी इंज कह लिए कि गुरु साहब ने विशेषण इस्तेमाल किए सारी अवस्थावां वाल। जब तक ਅਸੀਂ ਇਸ ਭੇਦ ਨੂੰ ਨਹੀਂ ਸਮਝਾਂਗੇ ਤਦ ਤੱਕ ਅਸੀਂ ਭੇਦ ਤੋਂ ਪ੍ਰਭਾਵਿਤ ਹੁੰਦੇ ਰਹਾਂਗੇ। ਜੀ ਭੂਆ ਜੀ। ਹਾਂਜੀ, ਦੇਖੋ ਅਖੀਲੀ ਤਾਂ ਕੁਝ ਕਹਿੰਦੇ ਨਾ, ਆਪੇ ਥਾਪ ਉਥਾਪੇ ਵੇਖੇ ਗੁਰਮੁਖ ਆਪ ਬੁਝਾਏਗਾ। ਗੁਰਮੁਖ ਇੱਕ ਮਨ ਦੀ ਅਵਸਥਾ ਹੈਗੀ ਜਿਹੜਾ ਇੱਕ ਦੇ ਨਾਲ ਚੱਲ ਰਿਹਾ, ਉਹਦੇ ਗੁਣਾਂ ਦੇ ਨਾਲ, ਉਹਦੇ ਕਨਸੈਪਟ, ਉਸਦੇ ਹੁਕਮ ਦੇ ਅਨੁਸਾਰ ਪੂਰੀ ਤਰ੍ਹਾਂ ਬੁੱਝ ਕੇ ਉਸ ਨਿਯਮ ਤੇ ਚੱਲ ਕੇ ਤੇ ਉਹ ਆਪਣੇ ਅੰਦਰ ਦੀ ਸ੍ਰਿਸ਼ਟੀ ਨੂੰ ਥਾਪਦਾ ਵੀ ਹੈ ਤੇ ਉਹ ਥਾਪਦਾ ਵੀ ਹੈ। ਥਾਪਦਾ ਕੀ ਹੈਗਾ? he creates the beautiful oneness, the beautiful world inside him, or he destroys the vices from the inside. So ਇਹ ਗੁਰਮੁਖ ਦੀ ਅਵਸਥਾ ਕਿ ਕਹਿੰਦੇ ਜਦੋਂ ਇਸਨੇ ਥਾਪ ਔਰ ਉਥਾਪ ਉਸਨੂੰ ਗਲਤ ਨੂੰ ਖੱਟ ਦਿੱਤਾ ਤੇ ਗੁਣਾਂ ਨੂੰ ਥਾਪ ਲਿੱਤਾ
ਤੇ ਫਿਰ ਉਹ ਆਪਣੇ ਆਪ ਹੀ ਕਰਾਇਆ ਜਾਵੇ, ਉਹ ਆਪ ਹੀ ਹੁਣ ਬਣ ਗਿਆ ਕਿ ਇੱਕ। और उसने फिर अपने सारे अंगा आपे से तंदे लाए कि अपनी पूरी सृष्टि जो उसके अंदर दी इंद्रियां हैं वो सारे नू एक तंदे लाए, एक कम ला लेंदा है। किस तरीके नाल जोड़ लेंदा है, किन जोड़दा है? जो उसकी अवस्था होंदी है, जो गुरमुख दी अवस्था हैगी, तो सारे नू उसी तंदे विच ला लेंदा है। अंदर दी सृष्टि अपने अंगा अपने इंद्रियां नू भी नाल उसी तरीके नाल जोड़ लेंदा है। हाँ जी, वो पिंक कलर का ये मैप तो एक ही है, वो खुला हुआ है। आप जी ने अंदर दी सृष्टि बारे समझाना किया जी सुखिंदर जी। हाँ जी ਵੀਰ ਜੀ, ਜੀ ਆਪਾਂ ਪਿਛਲਾ ਸ਼ਬਦ ਜਿਹੜਾ ਪੜਿਆ ਸੀ ਨਾ ਕੁਝ ਦਿਨ ਪਹਿਲਾਂ, ਆਪਾਂ ਪਿਛਲਾ ਸ਼ਬਦ ਵਿਚਾਰ ਰਹੇ ਸੀ, ਉਹਦੇ ਵਿੱਚ ਵੀ ਪਹਿਲੀ ਤੁਕ ਇਹੀ ਆ ਰਹੀ ਸੀ ਜਿਹੜੀ ਆਪਾਂ ਬੋਲਦੇ ਨਾ, ਆਪੇ ਸ੍ਰਿਸ਼ਟ ਹੁਕਮ ਸਭ ਸਾਜੀ, ਆਪੇ ਥਾਪ ਉਥਾਪ ਨਿਵਾਜੀ। ਆਪਾਂ ਉੱਥੇ ਵੀ ਸਮਝ ਕੇ ਆਏ ਸੀ ਕਿ ਇਹ ਮਨ ਹੀ ਹੈ। ਪਰਮਾਤਮਾ ਨੇ ਮਨ ਨੂੰ ਹੀ ਇਹ ਕੀ ਕਹਿੰਦੇ ਸੇਵਾ ਲਗਾਈ ਹੈ, ਜਾਂ ਕਹਿ ਸਕਦੇ ਹਾਂ ਇਹ ਅਥੋਰਾਈਜ਼ ਕੀਤਾ ਹੈ, ਇਹ ਕੰਟਰੋਲ ਦਿੱਤਾ ਕਿ ਤੂੰ ਅੰਦਰਲੀ ਸ੍ਰਿਸ਼ਟੀ ਤੂੰ ਕਿਸ ਤਰ੍ਹਾਂ ਚੱਲਣਾ ਹੈ, ਇਹ ਤੇਰੇ ਆਪਣੇ ਹੱਥ ਹੈ। ਸਾਨੂੰ ਆਪਣੇ ਸਾਡੇ ਕਰਮਾਂ ਵੱਲੋਂ ਅਸੀਂ ਕੀ ਕਰਮ ਕਰਨੇ ਹੈ, ਅਸੀਂ ਸਤਿਗੁਰੂ ਦੀ ਮੱਤ ਲੈਣੀ ਹੈ ਜਾਂ ਨਹੀਂ ਲੈਣੀ ਹੈ, ਇਸ ਵੱਲੋਂ ਅਸੀਂ ਆਜ਼ਾਦ ਹਾਂ। ਅਸੀਂ ਸਤਿਗੁਰੂ ਨੂੰ ਪੁੱਛ ਕੇ ਮਾਰਗ ਚੱਲਾਂਗੇ ਤਾਂ ਸਾਨੂੰ ਸਤਿਗੁਰੂ ਜੀ ਦਾ ਅੰਮ੍ਰਿਤ ਰੂਪੀ ਫਲ ਪ੍ਰਾਪਤ ਹੋਏਗਾ। ਇਹ ਅਸੀਂ ਆਜ਼ਾਦ ਹਾਂ। ਸਤਿਗੁਰੂ ਅੰਦਰਲੀ ਸ੍ਰਿਸ਼ਟੀ ਦੀ ਥਾਪਣਾ ਉਥਾਪਣ ਦਾ ਭਾਵ ਇਹ ਹੁੰਦਾ ਹੈ ਅੰਦਰ ਜੋ ਨਿਯਮ ਕਾਨੂੰਨ ਸਿਸਟਮ ਚੱਲ ਰਿਹਾ ਹੁੰਦਾ ਨਾ ਉਸ ਨੂੰ ਬਦਲਣਾ। ਇਸੇ ਨੂੰ ਹੀ ਨਵੀਂ ਸ੍ਰਿਸ਼ਟੀ ਸਾਜਣਾ ਕਹਿੰਦੇ ਨੇ। ਆਪਾਂ ਇੱਕ ਦਿਨ ਪਹਿਲਾਂ ਵੀ ਐਗਜ਼ਾਮਪਲ ਸ਼ੇਅਰ ਕੀਤੀ ਸੀ ਕਿ ਇਹ ਭਾਰਤ ਵਿੱਚ ਜਦੋਂ ਵੀ ਇਲੈਕਸ਼ਨਸ ਹੁੰਦੇ ਨੇ ਨਾ, ਨਵੇਂ ਕੋਈ ਆਉਂਦੇ ਨੇ ਇਲੈਕਸ਼ਨ ਲਈ ਵੋਟ, ਉਹ ਕਹਿੰਦੇ ਨੇ ਅਸੀਂ ਇੱਕ ਨਵਾਂ ਭਾਰਤ ਸਾਜਾਂਗੇ, ਨਵਾਂ ਭਾਰਤ ਬਣਾਵਾਂਗੇ। ਭਾਵ ਉਹਦਾ ਕੀ ਹੁੰਦਾ ਹੈ ਕਿ ਅਸੀਂ ਜੋ ਪੁਰਾਣਾ ਸਿਸਟਮ, ਜੋ ਪੁਰਾਣੇ ਨਿਯਮ, ਗਲਤ ਨਿਯਮ ਕਾਨੂੰਨ ਚੱਲ ਰਹੇ ਹਨ ਭਾਰਤ ਵਿੱਚ, ਜਿਸ ਨਾਲ ਦੂਜਿਆਂ ਨਾਲ ਧੋਖਾ ਕੀਤਾ ਜਾਂਦਾ ਹੈ, ਦੂਜਿਆਂ ਦੇ ਹੱਕ ਮਾਰੇ ਜਾਂਦੇ, ਉਹ ਸਿਸਟਮ ਖਤਮ ਕਰ ਦੇਣਾ। ਥਾਪਣਾ ਤੇ ਉਥਾਪਣ ਦਾ ਮਤਲਬ ਹੁੰਦਾ ਹੈ ਕਿ ਅਸੀਂ ਅੰਦਰ ਆਪਣੇ ਅੰਦਰ ਕੀ ਸਿਸਟਮ ਚਲਾਉਣਾ ਚਾਹੁੰਦੇ ਹਾਂ। ਸਤਿਗੁਰੂ ਜੀ ਦੀ ਮੱਤ ਦਾ ਸਿਸਟਮ ਚਲਾਉਣਾ ਚਾਹੁੰਦੇ ਹਾਂ, ਸਤਿਗੁਰੂ ਜੀ ਦੇ ਹੁਕਮ ਵਿੱਚ ਅਸੀਂ ਚੱਲਣਾ ਚਾਹੁੰਦੇ ਹਾਂ, ਅਸੀਂ ਆਜ਼ਾਦ ਹਾਂ। ਅਸੀਂ ਸਤਿਗੁਰੂ ਜੀ ਦੇ ਹੁਕਮ ਵਿੱਚ ਨਹੀਂ ਚੱਲਣਾ ਚਾਹੁੰਦੇ, ਉਹ ਵੀ ਅਸੀਂ ਆਜ਼ਾਦ ਹਾਂ। ਸਤਿਗੁਰੂ ਸਾਨੂੰ ਇੱਥੇ ਸਮਝਾਉਂਦੇ ਨੇ, ਕਹਿੰਦੇ ਨੇ ਜਿਹੜਾ ਇਹ ਬੁੱਝ ਲੈਂਦਾ ਨਾ, ਨਾਨਕ ਹੁਕਮ ਹੈ ਜੇ ਬੁੱਝਿਆ, ਉਸੇ ਨੂੰ ਕਹਿੰਦੇ ਨੇ ਗੁਰਮੁਖ ਆਪ ਬੁਝਾਇਂਦਾ। ਪਹਿਲਾਂ ਉਹ ਆਪ ਬੁੱਝਦਾ ਹੈ। ਬੁੱਝਦਾ ਕੌਣ ਹੈ? ਆਪਾਂ ਕਹਿੰਦੇ ਨਾ ਸਭ ਕੁਛ ਆਪੇ ਆਪ ਕਰਾਏ। ਅਸੀਂ ਆਪੇ ਦਾ ਲਫ਼ਜ਼ ਕਹਿੰਦੇ ਨੇ ਪਰਮਾਤਮਾ ਜੀ ਨੂੰ, ਗੁਰਬਾਣੀ ਵਿੱਚ ਵੀ ਆਪ ਕਹਿੰਦੇ ਨੇ ਪਰਮਾਤਮਾ ਨੂੰ। ਲੇਕਿਨ ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਪਰਮਾਤਮਾ ਦੀ ਵਿਚਾਰਧਾਰਾ, ਪਰਮਾਤਮਾ ਦੀ ਬਾਣੀ, ਪਰਮਾਤਮਾ ਦਾ ਸ਼ਬਦ ਨੂੰ ਹੀ ਪਰਮਾਤਮਾ ਆਖਿਆ ਜਾਂਦਾ ਹੈ। ਗੁਰਬਾਣੀ ਵਿੱਚ ਆਖਿਆ ਜਾਂਦਾ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ। ਸਤਿਗੁਰੂ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਆਖਿਆ ਜਾਂਦਾ ਹੈ। ਔਰ ਜਦੋਂ ਸਾਡਾ ਮਨ ਸਤਿਗੁਰੂ ਜੀ ਦੀ ਮੱਤ ਦੇ ਵਿੱਚ ਮਰਜ ਹੋ ਜਾਂਦਾ ਹੈ, ਮੱਤ ਵਿੱਚ ਸਮਾ ਜਾਂਦਾ ਹੈ, ਤਾਂ ਇਹ ਉਹ ਆਪ ਬਣ ਜਾਂਦਾ ਹੈ। ਹੁਣ ਜਿਸ ਨੂੰ ਸਤਿਗੁਰੂ ਦੀ ਮੱਤ ਪਸੰਦ ਆਈ ਸੀ, ਉਹਨੇ ਅੰਦਰ ਸਤਿਗੁਰੂ ਦੀ ਮੱਤ ਦਾ ਸਿਸਟਮ ਚਲਾਉਣਾ ਚਾਹੁੰਦਾ ਹੈ, ਤਾਂ ਇਹਨੂੰ ਪਸੰਦ ਆਈ ਸੀ। ਉਹਨੇ ਅੰਦਰ ਸਤਿਗੁਰੂ ਦੀ ਮੱਤ ਜੋ ਇਸਨੇ ਆਪ ਗ੍ਰਹਿਣ ਕਰ ਲਈ ਹੈ, ਇਹ ਅੰਦਰ ਚਲਾਉਂਦਾ ਹੈ, ਆਪ ਉਸ ਵਿੱਚ ਚੱਲਦਾ ਹੈ ਤੇ ਦੂਜਿਆਂ ਨੂੰ ਵੀ ਸਤਿਗੁਰੂ ਦੀ ਮੱਤ ਦੇ ਕੇ ਉਹਨੂੰ ਮੱਤ ਵਿੱਚ ਚਲਾਉਂਦਾ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਇੱਕ ਜਗ੍ਹਾ ਆਖਦੇ ਨੇ, ਕਹਿੰਦੇ ਨੇ ਆਪੇ ਆਪ ਉਪਾਏ ਆਪੇ ਦੇ ਆਪੇ ਦੁਰਮਤ। ਕੌਣ ਕਹਿੰਦਾ? ਮਨੈ ਕਰੇ। ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨੈ ਕਰੇ। ਮਨ ਕਰਦਾ ਹੈ ਸਾਰਾ ਕੁਝ। ਅਗਰ ਅੰਦਰਲੇ ਸਾਡੇ ਸਾਰੇ ਸਰੀਰ ਦੇ ਅੰਦਰ ਇਹ ਤਨ ਨੂੰ ਸੰਸਾਰ ਆਖਿਆ ਜਾਂਦਾ ਹੈ, ਅਗਰ ਇਸ ਤਨ ਦੇ ਵਿੱਚ ਦੁਰਮਤ ਹੈ ਤਾਂ ਮਨ ਕਰਦਾ ਹੈ। ਅਗਰ ਇਹਦੇ ਵਿੱਚ ਹੁਕਮ ਚੱਲ ਰਿਹਾ ਹੈ ਤਾਂ ਮਨ ਕਰਵਾਉਂਦਾ ਹੈ, ਕਿਉਂਕਿ ਮਨ ਆਪ ਪਹਿਲਾਂ ਹੁਕਮ ਵਿੱਚ ਚੱਲਦਾ ਹੈ। ਅਗਰ ਮਨ ਹੁਕਮ ਵਿੱਚ ਨਹੀਂ ਚੱਲਦਾ ਤਾਂ ਅੰਦਰਲੀ ਬੋਡੀ ਵੀ ਹੁਕਮ ਵਿੱਚ ਨਹੀਂ ਚੱਲਦਾ, ਸਾਡਾ ਤਨ ਵੀ ਹੁਕਮ ਵਿੱਚ ਨਹੀਂ ਚੱਲਦਾ। ਆਪੇ ਸਿਰ ਧੰਦਾ ਲਾਏ। ਜੋ ਧੰਦਾ ਇਹ ਆਪ ਕਰਦਾ ਹੈ ਉਹੀ ਧੰਦਾ ਦੂਜਿਆਂ ਨੂੰ ਲਾਉਂਦਾ ਹੈ। ਸਤਿਗੁਰੂ ਜੀ ਗੁਰਬਾਣੀ 'ਚ ਇੱਕ ਲਫ਼ਜ਼ ਬੋਲਦੇ ਨੇ, ਕਹਿੰਦੇ ਨੇ ਮੈਂ ਛੱਡਿਆ ਸਭੋ ਧੰਦੜਾ। ਕੌਣ ਕਹਿ ਰਿਹਾ? ਮਨ ਕਹਿ ਰਿਹਾ। ਕਿਹੜਾ ਧੰਦੜਾ? ਜਿਹੜਾ ਜਿਹਦੇ ਵਿੱਚ ਦੂਜਿਆਂ ਦੇ ਨਾਲ, ਜਿਹਦੇ ਵਿੱਚ ਸਤਿਗੁਰੂ ਜੀ ਦੀ ਨਾਮ ਦੀ ਵਸਤ ਦਾ ਵਪਾਰ ਨਹੀਂ ਹੁੰਦਾ ਸੀ, ਉਹ ਧੰਦਾ ਛੋੜ ਦਿੱਤਾ। ਹੁਣ ਕਿਹੜਾ ਧੰਦਾ ਕਰ ਰਿਹਾ ਮਨ? ਕਹਿੰਦੇ ਨੇ ਮੈਂ ਛੱਡਿਆ ਸਭੋ ਧੰਦੜਾ ਗੁਸਾਈ ਸੇਵੀ ਸੱਚੜਾ। ਜਿਹੜਾ ਸੱਚੜਾ ਗੁਸਾਈ ਹੈ, ਸੱਚ ਨੂੰ ਜਿਹੜਾ ਗੁਸਾਈ ਪਰਮਾਤਮਾ ਆਖਦੇ ਨੇ, ਕਹਿੰਦੇ ਨੇ ਉਸ ਨੂੰ ਸੇਵਾ ਕਰਨ ਦਾ ਧੰਦਾ ਸ਼ੁਰੂ ਕੀਤਾ ਹੈ। ਮਨ ਕਹਿ ਰਿਹਾ
ਮੈਂ ਛੱਡਿਆ ਸਭੋ ਤੰਦੜਾ। ਪੁਰਾਣੇ ਧੰਦਿਆਂ ਵਿੱਚ ਕੀ ਸੀ, ਮੈਂ ਦੁਨੀਆ ਦੀ ਮੱਤ, ਦੁਨੀਆ ਦੇ ਦੱਸੇ ਤੇ ਤੁਰ ਪੈਂਦਾ ਸੀ, ਚੱਲਾਂ ਦੁਨੀਆ ਪਤ। ਉਸ ਨਾਲ ਕੀ ਹੋ ਰਿਹਾ ਸੀ, ਕਹਿੰਦੇ ਸੀ ਦਰ ਦਰਵੇਸੀ ਗਾਖੜੀ ਹੋ ਰਹੀ ਸੀ। ਮੇਰਾ ਸਤਿਗੁਰੂ ਜੀ, ਮੇਰੀ ਜਿਹੜਾ ਜ਼ਿੰਦਗੀ ਦਾ ਰਸਤਾ ਸੀ, ਮੇਰਾ ਬੜਾ ਔਖਾ ਹੋ ਗਿਆ ਸੀ। ਮੈਨੂੰ ਇਹ ਸਮਝ ਆ ਗਈ ਸੀ, ਮੈਨੂੰ ਇਹ ਜਦੋਂ ਸਮਝ ਆਈ ਕਿ ਮੇਰੀ ਮੱਤ ਦੇ ਕਰਕੇ ਮੇਰਾ ਜ਼ਿੰਦਗੀ ਦਾ ਰਸਤਾ ਔਖਾ ਹੋ ਗਿਆ ਹੈ, ਕਹਿੰਦੇ ਨੇ ਮੈਂ ਉਹ ਦੁਨੀਆ ਵਾਲੀ ਪੱਤ 'ਚ ਚੱਲਦਾ ਸੀ। ਕਹਿੰਦਾ ਮੈਂ ਉਹ ਦੁਨੀਆ ਵਾਲੀ ਪੱਤ, ਦੁਨੀਆ ਵਾਲਾ ਧੰਦਾ ਕਰਨਾ ਛੋੜ ਦਿੱਤਾ, ਮੈਂ ਉਹ ਛੱਡ ਦੁਨੀਆ ਕਰਤਾ। ਮੈਂ ਹੁਣ ਅੰਦਰ ਜਾਣਾ ਚਾਹੁੰਦਾ ਸੀ। ਕਿਉਂ? ਕਿਉਂਕਿ ਮੈਨੂੰ ਸਮਝ ਆ ਗਿਆ ਰੱਬ ਜੀ, ਪ੍ਰਮਾਤਮਾ ਜੀ ਅੰਦਰ ਵਸਦੇ ਨੇ। ਹੁਣ ਉਹ ਆਪ ਉਸ ਧੰਦਾ ਕਰਦਾ ਹੈ, ਗੁਸਾਈ ਸੇਵੀ ਸਚੜਾ ਵਾਲਾ। ਮੈਂ ਛੱਡਿਆ ਸਭੋ ਧੰਦੜਾ। ਪਹਿਲਾਂ ਮਨ 'ਚ ਧੰਦਾ ਛੱਡਦਾ ਹੈ, ਆਪਣੀ ਮਨ ਦੀ ਮੱਤ ਦਾ। ਕੂੜ ਦਾ ਧੰਦਾ ਕਰਦਾ ਸੀ, ਕੂੜ ਵਪਾਰ ਕਰਦਾ ਸੀ। ਜਿਹਨੂੰ ਕਹਿੰਦੇ ਨਾ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪੈਨੜਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ। ਇਹ ਸਾਰਾ ਵਪਾਰ ਕੂੜ ਦਾ ਕਰਦਾ ਸੀ। ਉਹ ਛੋੜ ਦਿੱਤਾ ਮਨ ਨੇ। ਹੁਣ ਕਿਹੜਾ ਧੰਦਾ ਕਰਦਾ ਹੈ? ਗੁਸਾਈ ਸੇਵੀ ਸਚੜਾ। ਸੱਚੇ ਗੁਸਾਈ ਨੂੰ ਸੇਵ ਕੇ ਇਸ ਨੂੰ ਸੱਚੇ ਗੁਸਾਈ ਦਾ ਅੰਮ੍ਰਿਤ ਰੂਪੀ ਫਲ ਪਾਵ ਸਤਿਗੁਰੂ ਜੀ ਦੀ ਮੱਤ ਪ੍ਰਾਪਤ ਹੋ ਗਈ। ਇਹ ਆਪ ਹੁਣ ਹੁਕਮ ਵਿੱਚ ਚੱਲਣ ਲੱਗ ਗਿਆ। ਹੁਕਮ ਨੂੰ ਹੀ ਸੱਚ ਆਖਿਆ ਜਾ ਰਿਹਾ ਗੁਰਬਾਣੀ ਵਿੱਚ। ਸੱਚਾ ਤੇਰਾ ਹੁਕਮ ਕਿਨੈ ਨਾ ਫੇਰੀਐ। ਗੁਰਬਾਣੀ ਵਿੱਚ ਆਪੇ ਮਨ ਨੂੰ ਆਖਿਆ ਜਾਂਦਾ ਹੈ। ਜਦੋਂ ਮਨ ਆਪ ਅੰਦਰ ਬੈਠੇ ਪ੍ਰਮਾਤਮਾ ਜੀ ਦੀ ਮੱਤ ਨੂੰ ਲੈ ਲੈਂਦਾ ਹੈ। ਪਹਿਲਾਂ ਵੀ ਅੰਦਰ ਹੀ ਆਪ ਹੀ ਕੰਮ ਕਰਾਉਂਦਾ ਸੀ, ਪਰ ਪਹਿਲਾਂ ਕਰਵਾਉਂਦਾ ਸੀ ਦੁਰਮਤ ਦੇ ਕਾਰਨ। ਹੁਣ ਵੀ ਅੰਦਰ ਬੈਠਾ ਆਪ ਕੰਮ ਕਰਵਾ ਰਿਹਾ। ਹੁਣ ਕਰਵਾ ਰਿਹਾ ਹੈ ਗੁਰਮੁਖ ਆਪ ਬੁਝਾਉਂਦਾ। ਗੁਰੂ ਦੇ ਮੁਖ ਤੋਂ ਜੋ ਆਵਾਜ਼ ਨਿਕਲਦੀ ਹੈ, ਗੁਰੂ ਦੇ ਮੁਖ ਤੋਂ ਸਿੱਖਿਆ ਨੂੰ ਆਪ ਹੀ ਬੁਝਾ ਰਿਹਾ ਹੈ। ਗੁਰੂ ਦੇ ਮੁਖ ਤੋਂ ਜੋ ਨਿਕਲਿਆ ਸ਼ਬਦ ਹੈ, ਗੁਰੂ ਦੇ ਮੁਖ ਤੋਂ ਜੋ ਨਿਕਲੀ ਬਾਣੀ ਹੈ, ਉਸ ਨੂੰ ਹੀ ਆਪ ਬੁਝਾ ਰਿਹਾ ਹੈ ਸਾਰੇ ਜੀ ਜੰਤ। ਕਿਉਂਕਿ ਜਿਹੜਾ ਖੇਲ ਹੈ ਨਾ, ਅਸੀਂ ਖੇਲ ਦੀ ਗੱਲ ਕਰਦੇ ਹਾਂ ਬਾਰ-ਬਾਰ, ਗੁਰਬਾਣੀ ਵਿੱਚ ਵੀ ਅਸੀਂ ਨਿਰਾਸਾ 'ਚ ਪੜ੍ਹਦੇ ਹਾਂ ਨਾ, ਕਹਿੰਦੇ ਨੇ ਜੀ ਜੰਤ ਸਭ ਤੇਰਾ ਖੇਲ। ਇਹ ਜੀ ਜੰਤਾਂ ਨੂੰ ਖੇਲ ਆਖਿਆ ਜਾ ਰਿਹਾ ਹੈ। ਜੀ ਜੰਤ ਸਭ ਤੇਰਾ ਖੇਲ। ਇਹਦੇ 'ਚ ਇਹ ਕਰਦਾ ਕੀ ਹੈ? ਕਹਿੰਦੇ ਨੇ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਸੰਜੋਗ ਜਦੋਂ ਹੁੰਦਾ ਇਹਦਾ ਸਾਰਿਆਂ ਦੇ ਨਾਲ, ਮਾਤਾ ਮਤ, ਪਿਤਾ ਸੰਤੋਖ, ਸੱਤ ਭਾਈ ਕਰੇ ਵਿਸੇਕ, ਸ਼ਰਮ ਸੁਰਤ, ਇਹ ਸਾਰਿਆਂ ਦਾ ਜਦੋਂ ਸੰਜੋਗ ਹੁੰਦਾ ਤਾਂ ਇਹਦਾ ਮਿਲਾਪ ਹੁੰਦਾ ਜੀ ਜੰਤਾਂ ਦੇ ਨਾਲ। ਇਹਨੂੰ ਕਹਿੰਦੇ ਨੇ ਸੱਚ ਸੰਤਤ ਕਹੋ ਨਾਨਕ ਜੋਗ। ਇਹ ਖੇਲ ਚੱਲ ਰਿਹਾ ਅੰਦਰ। ਜੀ ਜੰਤ ਰੂਪੀ ਜਿਹੜੇ ਅੰਦਰ ਜੀ ਜੰਤ ਵਸਦੇ ਨੇ, ਜੀ ਜੰਤ ਨੂੰ ਖੇਲ ਆਖਦੇ ਨੇ ਗੁਰਬਾਣੀ। ਕਹਿੰਦੀ ਜੀ ਜੰਤ ਸਭ ਤੇਰਾ ਖੇਲ। ਇਹਨਾਂ ਨੂੰ ਵਿਛੋੜਦਿਆ ਤੇ ਇਹਨਾਂ ਨੂੰ ਮਿਲਾਉਣਾ, ਇਹ ਅੰਦਰ ਬੈਠਾ ਮਨ ਕਰ ਰਿਹਾ। ਜਦੋਂ ਮਨ ਆਪ ਸਤਿਗੁਰੂ ਜੀ ਦੀ ਮੱਤ ਨਾਲ ਮਿਲ ਲੈਂਦਾ ਤੇ ਅੰਦਰਲੇ ਜੀ ਜੰਤਾਂ ਨੂੰ ਉਹ ਸੰਜੋਗ ਕਰਵਾ ਕੇ ਸਤਿਗੁਰੂ ਜੀ ਦੇ ਨਾਲ ਪ੍ਰਮਾਤਮਾ ਨਾਲ ਮਿਲਾ ਲੈਂਦਾ ਹੈ। ਤੇ ਜਦੋਂ ਆਪ ਕਿਰਤ ਕਰਮ ਕੇ ਵਿਛੋੜੇ ਕਰਦਾ ਹੈ ਤਾਂ ਆਪਣੇ ਅੰਦਰਲੇ ਜੀ ਜਨਤਾ ਨੂੰ ਵੀ ਦੁਰਮਤ ਰੂਪੀ ਵਸਤੂ ਦੇ ਕੇ ਜਿਹੜਾ ਇਹ ਧੰਦਾ ਕਰ ਰਿਹਾ ਸੀ, ਦੂਜਿਆਂ ਨੂੰ, ਆਪਣੇ ਜੀ ਜਨਤਾ ਨੂੰ ਵੀ ਵਿਛੋੜਦਾ। ਇਹ ਖੇਲ ਚੱਲ ਰਿਹਾ ਅੰਦਰ। ਜੀ ਜੰਤ ਸਭ ਤੇਰਾ ਖੇਲ। ਇਹ ਮਨ ਦਾ ਖੇਲ ਹੈ। ਮਨ ਹੀ ਵਿਛੋੜਦਾ ਹੈ, ਮਨ ਹੀ ਜੋੜਦਾ ਹੈ। ਪਹਿਲਾਂ ਆਪ ਜੁੜ ਕੇ ਤਾਂ ਦੂਜਿਆਂ ਨੂੰ ਜੋੜਦਾ ਹੈ, ਆਪ ਵਿਛੜਦਾ ਤੇ ਦੂਜਿਆਂ ਨੂੰ ਵਿਛੋੜਦਾ ਹੈ। ਇਸ ਨੂੰ ਕਹਿੰਦੇ ਨੇ। ਤੇ ਗੁਰਬਾਣੀ ਦੇ ਵਿੱਚ ਨਾ ਇੱਕ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਨੂੰ ਆਖਿਆ ਜਾਂਦਾ। ਇੱਕ ਜਗ੍ਹਾ ਹੋਰ ਆਖਦੇ ਨੇ ਸਤਿਗੁਰੂ ਜੀ। ਅਸੀਂ ਜਿਸ ਮਰਜ਼ੀ ਨੂੰ, ਚਾਹੇ ਸਤਿਗੁਰੂ ਜੀ ਦੀ ਬਾਣੀ ਨੂੰ ਰੱਬ ਨਾ ਵੀ ਸਮਝੀਏ ਅਸੀਂ, ਲੇਕਿਨ ਗੁਰਬਾਣੀ ਇੱਕ ਗੱਲ ਹੋਰ ਕਹਿੰਦੀ ਹੈ। ਕਹਿੰਦੇ ਨੇ ਤੁਸੀਂ ਇੱਕ ਗੱਲ ਤਾਂ ਮੰਨੋ, ਗੁਰਬਾਣੀ ਆਖਦੀ, ਕਹਿੰਦੇ ਨੇ ਘਟ ਘਟ ਬਸੰਤ ਵਾਸੁਦੇਵਾ, ਪਾਰ ਬ੍ਰਹਮ ਪਰਮੇਸ਼ਰ। ਔਰ ਵਾਸੁਦੇਵਾ ਨੂੰ ਕਹਿੰਦੇ ਨੇ ਆਤਮਾ ਵਾਸੁਦੇਵਾ। ਕਹਿੰਦੇ ਨੇ ਘਟ ਘਟ ਬਸੰਤ ਵਾਸੁਦੇਵਾ, ਪਾਰ ਬ੍ਰਹਮ ਪਰਮੇਸ਼ਰ। ਕਹਿੰਦੇ ਨੇ ਇਹ ਗੁਰਬਾਣੀ ਦੀ ਫਿਲਾਸਫੀ। ਗੁਰਬਾਣੀ ਕਹਿੰਦੀ ਹੈ ਕਿ ਸਾਡੇ ਅੰਦਰ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਹਰੇਕ ਦੇ ਅੰਦਰ ਵਸਦਾ ਹੈ। ਅਸੀਂ ਮੰਨੀਏ ਜਾਂ ਨਾ ਮੰਨੀਏ, ਉਹ ਸਾਡੀ ਸੋਚ ਹੈ। ਅਸੀਂ ਆਜ਼ਾਦ ਹਾਂ ਕੋਈ ਵੀ ਸੋਚਣ। ਫਿਰ ਇੱਕ ਹੋਰ ਬੜੀ ਪਿਆਰੀ ਗੁਰਬਾਣੀ ਗੱਲ ਕਰਦੀ ਹੈ। ਕਹਿੰਦੀ ਦੁਨੀਆ ਚਾਹੇ ਰੱਬ ਨੂੰ ਸਮਝੇ ਰਹੇ ਕਿ ਰੱਬ ਕਿਤੇ ਬਾਹਰ ਬੈਠਾ ਹੈ, ਰੱਬ ਕੋਟ ਬ੍ਰਹਮੰਡਾਂ ਦਾ ਠਾਕੁਰ ਭਾਵ ਇਤਨਾ ਵੱਡਾ ਹੈ ਰੱਬ, ਜਿੰਨਾ ਮਰਜ਼ੀ ਤੁਸੀਂ ਕਹਿੰਦੇ ਸਮਝ ਲਓ ਰੱਬ ਨੂੰ। ਲੇਕਿਨ ਇੱਕ ਗੱਲ ਕਰਦੇ ਆ ਗੁਰਮਤਿ ਕਹਿੰਦੀ ਹੈ ਕਿ ਜਿਹੜਾ ਪਰਮ ਪਰਮੇਸ਼ਰ ਹੈ ਨਾ, ਉਹ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ। ਤਾਂ ਉਹ ਘਟ ਵਿੱਚ ਆ ਕੇ ਵਸ ਸਕਦਾ ਹੈ, ਵਸਦਾ ਹੈ ਜਿਹੜਾ ਉਸ ਨੂੰ ਵਸਾਉਣਾ ਚਾਹੁੰਦਾ ਹੈ। ਇਸ ਨੂੰ ਕਹਿੰਦੇ ਨੇ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ।
ਪਾਰ ਬ੍ਰਹਮ ਦਾ ਨਿਵਾਸ ਮਨ ਦੇ ਵਿੱਚ ਹੁੰਦਾ ਹੈ, ਹੋ ਸਕਦਾ ਹੈ, ਲੇਕਿਨ ਹੁੰਦਾ ਕਿਸ ਦੇ ਮਨ ਵਿੱਚ ਹੈ? ਜਿਹੜਾ ਇਸ ਨੂੰ ਵਸਾਉਣਾ ਚਾਹੁੰਦਾ ਹੈ। ਪਾਰ ਬ੍ਰਹਮ ਪਰਮੇਸ਼ਰ ਨੂੰ ਜੋ ਪਸੰਦ ਕਰਦਾ ਹੈ, ਇਸ ਨੂੰ ਬੁੱਝ ਲੈਂਦਾ ਕਿ ਉਹ ਘੱਟ ਘੱਟ ਬਸੰਤ ਵਾਸੁਦੇਵਾ ਪਾਰ ਬ੍ਰਹਮ ਪਰਮੇਸ਼ਰ ਔਰ ਏਕ ਦੇ ਘੱਟ ਚ ਵਸਦਾ ਹੈ, ਲੇਕਿਨ ਮਨ ਵਿੱਚ ਨਹੀਂ ਵਸਦਾ। ਮਨ ਉਸ ਨੂੰ ਆਪਣੇ ਅੰਦਰ ਵਸਾ ਸਕਦਾ ਹੈ। ਅਸੀਂ ਪ੍ਰਮਾਤਮਾ ਨੂੰ ਚਾਹੇ ਜਿਤਨਾ ਵੱਡਾ ਸਮਝ ਲਈਏ, ਜੋ ਮਰਜ਼ੀ ਸਮਝ ਲਈਏ, ਉਹ ਮਨ ਵਿੱਚ ਵਸ ਸਕਦਾ ਹੈ, ਵਸਦਾ ਹੈ, ਪਰ ਵਸਦਾ ਕਿਹਦੇ ਹੈ? ਜੋ ਵਸਾਉਣਾ ਚਾਹੁੰਦਾ ਹੈ। ਇਸੇ ਨੂੰ ਹੀ ਕਹਿੰਦੇ ਨੇ, ਆਨੰਦ ਸਾਹਿਬ ਜੀ ਕਹਿੰਦੇ ਨੇ, ਪਾਰ ਬ੍ਰਹਮ ਪ੍ਰਭ ਪਾਇਆ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਜਿਸ ਨੂੰ ਵੀ ਪਾਰ ਬ੍ਰਹਮ ਸਮਝ ਲਓ, ਲੇਕਿਨ ਉਹ ਪਾਣ ਵਾਲੀ ਅਵਸਥਾ, ਉਹ ਪਾਣ ਵਾਲੀ ਅਵਸਥਾ ਪਾਰ ਬ੍ਰਹਮ ਨੂੰ ਪਾਇਆ ਜਾ ਸਕਦਾ ਹੈ। ਔਰ ਉਸ ਨੂੰ ਕਹਿੰਦੇ ਨੇ, ਉਹਦੇ ਨਾਲ ਹੁੰਦਾ ਕੀ ਹੈ? ਪਤਾ ਕਿੱਥੋਂ ਲੱਗਦਾ ਪਾਰ ਬ੍ਰਹਮ ਪਾਇਆ? ਕਹਿੰਦੇ ਨੇ ਉਤਰੇ ਸਗਲ ਵਿਸੂਰੇ। ਜਿਹੜੇ ਵਿਸ਼ ਰੂਪੀ, ਜੇ ਆਪਾਂ ਕਹਿੰਦੇ ਨੇ ਵਿਖ ਅੰਮ੍ਰਿਤ ਕਰਤਾਰ ਉਪਾਏ, ਜਦੋਂ ਵਿਖ ਸਾਰੇ ਉਤਰ ਜਾਂਦੇ ਨੇ, ਉਸੇ ਨੂੰ ਪਾਰ ਬ੍ਰਹਮ ਵਾਲੇ ਪਾਇਆ ਵਾਲੀ ਅਵਸਥਾ ਆਖਿਆ ਜਾਂਦਾ ਹੈ। ਪਾਰ ਬ੍ਰਹਮ ਪ੍ਰਭ ਪਾਇਆ ਜਾਂਦਾ ਹੈ, ਪਾਇਆ ਜਾ ਸਕਦਾ ਹੈ, ਜਿਹੜਾ ਵਸਾਉਣਾ ਚਾਹੁੰਦਾ ਹੈ। ਸਤਿਗੁਰੂ ਜੀ ਦਾ, ਗੁਰਬਾਣੀ ਦਾ ਬਹੁਤ ਪਿਆਰਾ ਇਹ ਸਿਧਾਂਤ ਹੈ ਕਿ ਪਾਰ ਬ੍ਰਹਮ ਨੂੰ ਮਨ ਵਿੱਚ ਵਸ ਸਕਦਾ ਹੈ, ਮਨ ਵਿੱਚ ਵਸਾਇਆ ਜਾ ਸਕਦਾ ਹੈ। ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਇਹ ਪਾਰ ਬ੍ਰਹਮ ਵਾਲਾ ਕਨਸੈਪਟ ਗੁਰਬਾਣੀ ਦਾ ਹੈ ਕਿ ਅਸੀਂ ਜੋ ਮਰਜ਼ੀ ਸਮਝੀਏ, ਪਰ ਇਹ ਮਨ ਦੇ ਵਿੱਚ ਆ ਕੇ ਟਿਕ ਸਕਦਾ ਹੈ ਪਾਰ ਬ੍ਰਹਮ। ਔਰ ਆਨੰਦ ਸਾਹਿਬ ਜੀ, ਜਿਸ ਨੂੰ ਪਹਿਲਾਂ ਆਖਿਆ ਜਾਣਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਸੇ ਨੂੰ ਹੀ ਅਖੀਰਲੀ ਪੌੜੀ ਚ ਜਾ ਕੇ ਕਹਿ ਰਹੇ ਨੇ ਪਾਰ ਬ੍ਰਹਮ ਪਾਇਆ। ਉੱਪਰ ਕਹਿ ਰਹੇ ਨੇ ਸਤਿਗੁਰੂ ਮੈਂ ਪਾਇਆ, ਥੱਲੇ ਕਹਿੰਦੇ ਨੇ ਪਾਰ ਬ੍ਰਹਮ ਪਾਇਆ। ਕਿਉਂ? ਕਿਉਂਕਿ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਜਾਣੇ। ਅਸੀਂ ਤਾਂ ਸਤਿਗੁਰੂ ਨੂੰ ਪਾਰ ਬ੍ਰਹਮ ਕਰਕੇ ਜਾਣਦੇ ਹਾਂ, ਤਾਂ ਹੀ ਉਹਦੀ ਪਾਰ ਬ੍ਰਹਮ ਕਰਕੇ ਸੇਵਾ ਕਰ ਰਹੇ ਹਾਂ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਔਰ ਵਾਹ ਵਾਹ ਬਾਣੀ ਨਿਰੰਕਾਰ ਹੈ। ਗੁਰਬਾਣੀ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਨੂੰ ਆਖਦੀ ਹੈ, ਬਾਣੀ ਨੂੰ ਆਖਦੀ ਹੈ, ਰੱਬੀ ਹੁਕਮਾਂ ਨਿਯਮਾਂ ਨੂੰ ਆਖਦੀ ਹੈ, ਔਰ ਇਹ ਪ੍ਰਾਪਤ ਹੋ ਸਕਦਾ ਹੈ। ਪਾਰ ਬ੍ਰਹਮ ਸਾਡੇ ਮਨ ਵਿੱਚ ਨਿਵਾਸ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਂਜੀ ਜੀ 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 ਜੀ, ਮਨ ਵਿੱਚ ਪਰਮਾਤਮਾ ਵਸ ਸਕਦਾ ਹੈ, ਬਿਲਕੁਲ, ਹਾਂ ਬਿਲਕੁਲ ਵਸ ਸਕਦਾ ਹੈ। ਬਿਲਕੁਲ ਮਨ ਹੀ ਜਿਹੜਾ ਹੈ ਮਲੀਨਤਾ ਵੱਲ ਦੌੜਦਾ ਰਹਿੰਦਾ ਹੈ ਤੇ ਪਰਮਾਤਮਾ ਤੋਂ ਦੂਰ ਹੁੰਦਾ ਰਹਿੰਦਾ ਹੈ। ਜੀ ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ। ਭੁਪਿੰਦਰ ਵੀਰ ਜੀ ਪਲੀਜ਼ ਜੀ ਆਇਆਂ ਨੂੰ ਆਪਣੀ ਆਡੀਓ ਔਨ ਕਰਕੇ ਵਿਚਾਰ ਦਿਆ ਜਾਏ। ਹਾਂਜੀ, ਇਕਬਾਲ ਵੀਰ ਜੀ ਨੇ ਵੀ ਜੁਆਇਨ ਕੀਤਾ ਹੈ, ਉਪਰੰਤ ਇਕਬਾਲ ਵੀਰ ਜੀ ਨੇ ਵੀ ਵਿਚਾਰ ਦੇਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਇਹ ਪਤਾ ਚੱਲ ਰਿਹਾ ਨਾ, ਇਹਦੇ ਵਿੱਚ ਇੱਕ ਪੁਆਇੰਟ ਵਾਕਈ ਬੜਾ ਕੀਮਤੀ ਹੈ। ਸੁਖਿੰਦਰ ਜੀ ਨੇ ਬੜਾ ਸੋਹਣਾ ਬਿਆਨ ਕੀਤਾ, ਕਿਉਂਕਿ ਪਿੱਛੇ ਜਦੋਂ ਆਇਆ ਸੀ ਨਾ, ਬਿਨ ਭਗਤੀ ਵਿਸ਼ਟਾ ਵਿੱਚ ਵਾਸਾ, ਵਿਸ਼ਟਾ ਵਿੱਚ ਫਿਰ ਪਾਇੰਦਾ, ਇਹਦਾ ਮਤਲਬ ਮੇਰਾ ਮਨ ਹੀ ਮੈਨੂੰ ਚੰਗੇ ਜਾਂ ਮੰਦੇ ਕੰਮਾਂ ਵੱਲ ਲਾਉਂਦਾ ਹੈ, ਪਰ ਕਰਦਾ ਆਪਣੀ ਮਨ ਕੀ ਮਰਜ਼ੀ ਹੈ। ਜੇ ਵਿਸ਼ਟਾ ਵਾਲਾ ਕੰਮ ਕਰਾਂਦਾ ਹੈ, ਇਹਦਾ ਮਤਲਬ ਮੇਰੇ ਮਨ ਨੇ ਵਿਜ਼ਡਮ ਲਈ ਨਹੀਂ ਹੋਈ ਹੈ। ਸੋ ਮੇਰਾ ਮਨ ਜਦੋਂ ਸਤਿਗੁਰ ਦੀ ਮੱਤ ਲੈ ਲੈਂਦਾ ਹੈ, ਤਾਂ ਫਿਰ ਉਹ ਸਭ ਕੁਛ ਆਪੇ ਆਪ ਕਰਾਏ। ਇਹ ਆਪੇ ਆਪ ਕਰਾਏ ਦਾ ਮਤਲਬ ਕੀ ਹੈ? ਉਹਨੂੰ ਸੱਚ ਸਮਝ ਆ ਚੁੱਕਾ ਹੋਇਆ ਔਰ ਆਪ ਹੀ ਉਹ ਵਿਜ਼ਡਮ ਦੇ ਅਨੁਸਾਰ ਆਪਣੀ ਸਾਰੀ ਸ੍ਰਿਸ਼ਟੀ, ਆਪਣੇ ਸਾਰੇ ਅੰਗਾਂ ਰੂਪ ਨੂੰ ਸੁਰਤਮਤ ਨੂੰ ਕਰਾਂਦਾ ਹੈ। ਔਰ ਇਹ ਕਰਾਂਦਾ ਉਹ ਬਿਲਕੁਲ ਸਹਿਜੇ ਆਟੋਮੈਟਿਕਲੀ ਹੋਈ ਜਾਂਦਾ ਹੈ। ਫਰਜ਼ ਕਰੋ ਸਤਵੀਰ ਜੀ, ਤੁਸੀਂ ਸ਼ਰਾਬ ਨਹੀਂ ਪੀਂਦੇ, ਹੁਣ ਇਹ ਤੁਹਾਡਾ ਇੱਕ ਸਹਿਜ ਬਣ ਗਿਆ। ਤੁਸੀਂ ਕਿਸੇ ਪਾਰਟੀ ਜਾਂਦੇ ਹੋ, ਲੋਕੀ ਸ਼ਰਾਬ ਪੀ ਰਹੇ ਨੇ, ਤੁਹਾਨੂੰ ਆਪਣੇ ਮਨ ਨੂੰ ਸਮਝਾਉਣਾ ਪੈਣਾ, ਮੈਂ ਸ਼ਰਾਬ ਨਹੀਂ ਪੀਣੀ, ਮੈਂ ਸ਼ਰਾਬ ਨਹੀਂ ਪੀਣੀ। ਬਸ ਮਨ ਆਲਰੇਡੀ ਟਿਊਨਡ ਹੋ ਚੁੱਕਾ ਹੋਇਆ ਵਿਜ਼ਡਮ ਨਾਲ, ਬਸ ਖਿਆਲ ਵੀ ਨਹੀਂ ਆਉਂਦਾ। ਇਹਦਾ ਮਤਲਬ ਇਹ ਆਪੇ ਆਪ ਕਰਾਏ ਵਾਲੀ ਨੇ ਇੱਕ ਸਹਿਜ ਉਹਦੀ ਅਵਸਥਾ ਬਣ ਜਾਂਦੀ ਹੈ, ਕਿਉਂਕਿ ਵਿਜ਼ਡਮ ਨਾਲ ਟਿਊਨਡ ਹੋ ਚੁੱਕਾ ਹੈ। ਆਪੇ ਸਿਰ ਧੰਦਾ ਲਾਏ। ਜੇ ਵਿਜ਼ਡਮ ਨਾ ਲਵੇ ਤਾਂ ਉਹਨੂੰ ਵਿਸ਼ਟਾ ਕੇ ਕੀੜੇ ਵਾਲਾ, ਉਹਨੂੰ ਪੱਥਰ ਵਾਲਾ, ਉਹਨੂੰ ਸਿੰਬਲ ਰੁੱਖ ਵਾਲੀ ਹਿਪੋਕ੍ਰੇਸੀ ਵਾਲਾ, ਉਹਨੂੰ ਬਗਲਾ ਭਗਤੀ ਵਾਲਾ, ਇਸ ਤਰੀਕੇ ਵਾਲਾ ਜੀਵਨ ਵਿੱਚ ਪਾ ਦਿੰਦਾ ਹੈ ਮੇਰਾ ਮਨ। ਪਰ ਜਦੋਂ ਸਤਿਗੁਰ ਦੀ ਮੱਤ ਲੈ ਲੈਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ। ਉਹਨੂੰ ਸਤਿਗੁਰ ਦੀ ਮੱਤ ਦੇਣ ਵਾਸਤੇ ਕੀ ਕਿਹਾ ਸੀ? ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ। ਉਹ ਧੰਦ ਕੀ ਹੈ? ਉਹ ਅਵਗੁਣਾ ਦਾ ਵਾਈਸਿਸ ਦਾ ਧੰਦਾ ਹੈ।
ਏਕਸਮਿਨ ਸਭ ਤੰਦ ਹੈ ਸਭ ਮਿਥਿਆ ਮੋਹ। ਉਹ ਤੇਰੇ ਮਨ ਦਾ ਝੂਠਾ ਧੰਦਾ ਹੈ। ਤੂੰ ਜਿਹੜੇ ਮਨ ਦੇ ਮੰਦੇ ਖਿਆਲ ਬਣਾਉਂਦਾ ਹੈ ਨਾ, ਉਹ ਜਗ ਰਚਨਾ ਤੇਰੀ ਝੂਠ ਹੈ। ਜਗ ਰਚਨਾ ਸਭ ਝੂਠ ਹੈ। ਜਾਣ ਲਿਓ ਰੇ ਮੀਤ ਹੋਏ ਮੇਰੇ ਮਨ ਸਮਝ ਲੈ। ਸੋ ਜਦੋਂ ਸਤਿਗੁਰ ਦੀ ਮੱਤ ਲੈ ਲੈਂਦਾ ਹੈ, ਵੱਡੋ ਵੱਡਾ ਵੱਡ ਮੇਦ ਨਹੀਂ ਸਿਰੇ ਸਿਰ ਧੰਦੇ ਲਾਉਂਦਾ। ਆਪਣੇ ਇੱਕ ਇੱਕ ਅੰਗ ਨੂੰ, ਇੱਕ ਇੱਕ ਰੋਮ ਰੋਮ ਨੂੰ ਧੰਦੇ ਲਾਉਂਦਾ ਹੈ। ਕਿਹੜੇ? ਸੱਚ ਦੇ ਧੰਦੇ ਲਾਉਂਦਾ ਹੈ। ਸੱਚ ਦੀ ਵਡਿਆਈਆਂ ਦੀ ਵਿਚਾਰ ਵਾਲੇ ਜੀਵਨ ਦੇ ਧੰਦੇ ਲਾ ਲੈਂਦਾ ਹੈ। ਆਪੇ ਥਾਪ ਉਥਾਪੇ ਵੇਖੈ, ਉਹ ਅਵਗੁਣਾਂ ਨੂੰ ਉਥਾਪ ਕਰਦਾ ਜਾਂਦਾ ਔਰ ਚੰਗੇ ਗੁਣਾਂ ਦੀ ਥਾਪਨਾ ਕਰਦਾ ਜਾਂਦਾ ਹੈ। ਗੁਰਮੁਖ ਆਪ ਬੁਝਾਇਂਦਾ, ਉਹ ਆਪ ਜਿਹੜਾ ਮਨ ਹੈ ਨਾ, ਉਹ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਨੂੰ ਬੁਝ ਲੈਂਦਾ ਹੈ ਔਰ ਅਕੋਰਡਿੰਗਲੀ ਆਪ ਉਸ ਦੀ ਸ੍ਰਿਸ਼ਟੀ ਦੀ ਸਾਜਨਾ ਕਰਦਾ ਹੈ। ਇਹ ਜਿਹੜਾ ਆਪੇ ਥਾਪ ਉਥਾਪੇ ਵੇਖਿਆ ਹੈ ਨਾ, ਇਹ ਬਾਰ-ਬਾਰ ਸਾਨੂੰ ਪਿੱਛੋਂ ਚੱਲਦਾ ਮਿਲਦਾ ਆ ਰਿਹਾ ਹੈ ਕਿ ਉਹ ਆਪਣੀ ਸ੍ਰਿਸ਼ਟੀ ਦੀ ਸਾਜਨਾ ਕਰਦਾ ਹੈ ਔਰ ਆਪਣੀ ਸ੍ਰਿਸ਼ਟੀ ਚੋਂ ਅਵਗੁਣਾਂ ਨੂੰ ਕੱਢਦਾ ਜਾਂਦਾ ਹੈ। ਉਹਨੂੰ ਬਾਣੀ ਸਾਨੂੰ ਸਿਖਾਉਂਦੀ ਹੈ ਅਵਗੁਣ ਛੋੜ ਗੁਣਾ ਕੋ ਤਾਵੋ। ਉਹਨੂੰ ਬਾਣੀ ਸਾਨੂੰ ਸਿਖਾਉਂਦੀ ਹੈ ਜਿੱਥੇ ਜਾਏ ਬਈ ਹੈ ਭਲਾ ਕਹੀਏ। ਬਾਣੀ ਸਾਨੂੰ ਸਿਖਾਉਂਦੀ ਹੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵੇ ਸਾਧਾ ਮਿਤ ਸਾਂਝ ਕਰੀ ਜੈ। ਬਾਣੀ ਸਾਨੂੰ ਸਿਖਾਉਂਦੀ ਹੈ ਜਿਨ੍ਹਾਂ ਦੇ ਸੰਦਣਿਆ ਦੁਰਮਤ ਬਣ ਜਾਏ। ਮਿੱਤਰ ਸਾਡੇ ਸਹੀ, ਤੂੰ ਚੰਗੇ ਗੁਣਾਂ ਦੇ ਮਿੱਤਰ ਲੈ ਲੈ, ਦੁਰਮਤ ਉਥਾਪ ਹੁੰਦੀ ਜਾਏਗੀ। ਆਪੇ ਦੁਰਮਤ ਵਾਲੇ ਖਿਆਲ, ਦੁਰਮਤ ਵਾਲੇ ਸੁਭਾਅ ਖਤਮ ਹੁੰਦੇ ਜਾਣਗੇ। ਸਲੋਲੀ ਸਲੋਲੀ ਮੰਦੇ ਫੁਰਨੇ ਆਉਂਦੇ ਹੀ ਨਹੀਂ ਨੇ, ਫਿਰ ਸਭ ਕੁਝ ਆਪੇ ਆਪ ਕਰਾਏ ਹੁੰਦਾ ਜਾਂਦਾ ਹੈ। ਸੋ ਇਹ ਬੜਾ ਕੀਮਤੀ ਇੱਥੇ ਪੁਆਇੰਟ ਹੈ ਕਿ ਆਪੇ ਸਿਰ ਸਿਰ ਧੰਦਾ ਲਾਏ। ਜੇ ਅਸੀਂ ਇਹ ਕਹੀਏ ਵੀ ਰੱਬ ਧੰਦੇ ਲਾਂਦਾ ਹੈ, ਤਾਂ ਦੁਨੀਆ ਵਿੱਚ ਜਿਤਨੇ ਭਾਵੇਂ ਉਹ ਮਿਨਿਸਟਰ ਨੇ ਤੇ ਇੱਕ ਦੂਜੇ ਨੂੰ ਐਟਮ ਬੰਬ ਮਾਰਦੇ ਨੇ, ਉਹ ਕਹਿਣਗੇ ਤੁਸੀਂ ਕਹਿੰਦੇ ਹੋ ਰੱਬ ਧੰਦੇ ਲਾਂਦਾ। ਮੈਨੂੰ ਰੱਬ ਨੇ ਧੰਦੇ ਲਾਇਆ, ਮੈਂ ਬੰਬ ਬਣਾਇਆ, ਦੂਜੀ ਕੰਟਰੀ ਨੂੰ ਮੈਂ ਮਾਰਨਾ। ਜਿਹੜਾ ਦੂਜੀ ਕੌਮਾਂ ਨੂੰ ਮਾਰਦਾ ਹੈ, ਜਿਹੜਾ ਆਪਣੇ ਨਾਲ ਬੰਬ ਮਾਰਨ ਕੇ ਦੂਜਿਆਂ ਨੂੰ ਮਾਰਦਾ ਹੈ, ਜਿਹੜਾ ਸੜਕ ਤੇ ਜਾਂਦੇ ਬੀਬੀ ਦੀ ਜੰਜੀਰੀ ਖੋਹ ਲੈਂਦਾ ਹੈ, ਉਹਨੂੰ ਅਸੀਂ ਜਾ ਕਹਾਂਗਾ ਹਮ ਤੁਮਕੋ ਪੁਲਿਸ में पकड़ा देंगे, तुमने मेरी बीवी की जंजीरी क्यों खोई है। वो कहेगा साहब जी आप तो कल बोल रहे थे गुरुद्वारे में भी भगवान ने धंधे लाया, मेरे को इस धंधे उसने लगाया हुआ है, मैं अपना काम कर रहा हूँ। ਇਹ ਜਿਹੜਾ ਨਾ ਆਪੇ ਸਿਰ ਸਿਰ ਧੰਦਾ ਲਾਏ, ਇਹ ਮਨ ਲਾਂਦਾ ਹੈ ਸਾਨੂੰ ਧੰਦਾ ਹੈ। ਪਰ ਜਿਹੜਾ ਅਵਗੁਣ ਕਰ ਰਿਹਾ ਉਹਦਾ ਮਨ ਉਹਨੂੰ ਅਵਗੁਣੀ ਧੰਦੇ ਲਾ ਦਿੰਦਾ ਹੈ। ਤੇ ਜਿਹੜਾ ਜਿਹਦਾ ਮਨ ਵਿਜ਼ਡਮ ਲੈ ਲੈਂਦਾ ਹੈ, ਸਤਿਗੁਰ ਨਾਲ ਮਰਜ ਹੋ ਚੁੱਕਾ ਹੈ, ਉਹ ਹਰ ਅੰਗ ਅੰਗ ਰੋਮ ਰੋਮ ਸੁਰਤ ਮਤ ਬੁੱਧ ਨੂੰ, ਆਪਣੇ ਹਰ ਇੱਕ ਖਿਆਲ ਦੀ ਫੈਕਲਟੀ ਨੂੰ, ਆਪਣੇ ਲੋ ਲੋ ਆਕਾਰ ਨੂੰ ਉੱਥੇ ਸਭ ਜਗ੍ਹਾ ਚਾਨਣ ਕਰਦਾ ਜਾਂਦਾ, ਸਭ ਨੂੰ ਸਿੱਧੇ ਸਿੱਧੇ ਰਾਹ ਪਾਈ ਜਾਂਦਾ। ਥੈਂਕ ਯੂ। आपने वीर जी आप जी ने बड़ी खूबसूरती नाल खोलना किया। ਤੁਸੀਂ ਆਪਣਾ ਸਤਬੀਰ ਵੀਰ ਜੀ ਸਹਿਜ ਅਵਸਥਾ ਵੀ ਬਹੁਤ ਖੂਬਸੂਰਤੀ ਨਾਲ ਖੁੱਲ ਜਾਂਦੀ ਹੈ। ਸਤਬੀਰ ਵੀਰ ਜੀ ਚਾਰ ਦੇਣਾ ਚਾਹ ਰਹੇ ਜੀ ਵੀਰ ਜੀ। ਵੀਰ ਜੀ ਗੁਰਚਰਨ ਵੀਰ ਜੀ ਨੇ ਜੋ ਵਿਚਾਰ ਸਾਂਝੀ ਕੀਤੀ ਹੈ ਨਾ ਮੈਸੇਜ ਦੇ ਕੇ, ਉਹ 2 ਮਿੰਟ ਉਹਨਾਂ ਦਾ ਆਡੀਓ ਔਨ ਕਰਨਾ, ਉਹਨਾਂ ਨੂੰ ਕਹਿਣਾ ਵੀ ਇਹ ਵਿਚਾਰ ਥੋੜਾ ਜਿਹਾ ਸਾਂਝ ਕਰਨ ਸਾਰੀ ਸੰਗਤਾਂ ਨਾਲ ਜੋ ਉਹਨਾਂ ਨੇ ਲਿਖ ਕੇ ਭੇਜਿਆ। ਗੁਰਚਰਨ ਵੀਰ ਜੀ ਨੂੰ ਰਿਕੁਐਸਟ ਹੈ ਕਿ ਉਹ ਕੀ ਬੋਲਣਾ ਚਾਹ ਰਿਹਾ, ਥੋੜਾ ਜਿਹਾ ਸ਼ੇਅਰਿੰਗ ਕਰਨ ਸਾਰੀ ਸੰਗਤ ਨਾਲ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਫਤਿਹ ਵੀਰ ਜੀ ਆਪ ਜੀ ਦੀ ਆਵਾਜ਼ ਆ ਰਹੀ ਹੈ, ਪਲੀਜ਼ ਸਾਂਝ ਪਾਓ। ਠੀਕ ਹੈ ਧੰਨਵਾਦ ਜੀ। ਮੈਂ ਤਾਂ ਵੀਰ ਜੀ ਇਹ ਕੀਤਾ ਵੀ ਪਰਮਾਤਮਾ ਲਫ਼ਜ਼ ਗੁਰਬਾਣੀ 'ਚ ਨਹੀਂ, ਗੁਰਬਾਣੀ ਦੇ ਰਚਨ ਵਾਲਿਆਂ ਦੇ ਜਿਹੜੇ ਹੈਗੇ ਜਿੰਨੇ ਭਗਤ ਦੇ ਗੁਰੂ ਸਾਹਿਬ, ਉਹਨਾਂ ਨੇ ਕਿਤੇ ਨਹੀਂ ਵਰਤਿਆ ਤੇ ਸਾਡੇ ਮੂੰਹ ਦੇ ਉੱਤੇ ਪਾ ਦਿੱਤਾ ਗਿਆ। ਕਾਸ਼ੀ ਮਤ ਵਾਲਿਆਂ ਨੇ ਪਾਤਾ ਜਾਂ ਜਿਵੇਂ ਵੀ ਹੈਗਾ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਤੇ ਆਤਮਾ ਹੁੰਦੀ ਹੈ ਜਿਹੜੀ ਮਲੀਨ ਆਤਮਾ, ਸੱਚਖੰਡ ਤੋਂ ਆਈ ਆ, ਅਸੀਂ ਕਿਸ ਅਵਗਣਾ ਕਰਕੇ ਆਈ ਹੈ ਤੇ ਅਸੀਂ ਅਵਗਣਾ ਦੂਰ ਕਰਨਾ। ਜਿਹੜੀ ਮਲੀਨ ਹੈ ਉਹ ਪਰਮਾਤਮਾ ਹੁੰਦੀ ਹੈ, ਫਿਰ ਮਹਾਮਲੀਨ ਹੋ ਗਈ। ਫਿਰ ਮਹਾਮਲੀਨ ਆਤਮਾ ਨੂੰ ਪਰਮਾਤਮਾ ਕਹਾਂਗੇ ਗੁਰਬਾਣੀ ਦੇ ਸਿਧਾਂਤ ਅਨੁਸਾਰ। ਤੇ ਗੁਰੂ ਸਾਹਿਬ ਨੇ ਕਿਤੇ ਨਹੀਂ ਲਫ਼ਜ਼ ਵਰਤਿਆ ਗੁਰਬਾਣੀ 'ਚ, ਤੇ ਸਾਨੂੰ ਇਹ ਤੋਂ ਬਚਣਾ ਚਾਹੀਦਾ ਹੈ। ਪਰਮੇਸ਼ਰ ਪਾਰ ਬ੍ਰਹਮ ਉਹ ਲਫ਼ਜ਼ ਵਰਤੇ ਨੇ, ਉਹੀ ਵਰਤਣੇ ਚਾਹੀਦੇ ਸਾਨੂੰ। ਇੰਨੀ ਕੁ ਬੇਨਤੀ ਹੈ ਜੀ। ਨਹੀਂ ਵੀਰ ਜੀ ਇਹ ਸੱਚਖੰਡ ਤੋਂ ਕਿੱਥੋਂ ਆਉਂਦੀ? ਸੱਚਖੰਡ ਕਿਹੜੀ ਜਗ੍ਹਾ ਹੈ? ਸੱਚਖੰਡ ਜਿੱਥੋਂ ਵੀ ਅਸੀਂ ਆਉਂਦੇ ਹਾਂ, ਸਾਰੀਆਂ ਆਤਮਾਵਾਂ ਸਮੂਹ ਜਿਹਨੂੰ ਸੱਚਖੰਡ ਕਹਿੰਦੇ ਹਾਂ ਅਸੀਂ।
ਵੀ ਜੀ ਗੁਰਮਤਿ ਇਹਨੂੰ ਮੰਨਦੀ ਨਹੀਂ ਨਾ, ਸੱਚਖੰਡ ਕਿਤੇ ਬਾਹਰ ਹੋਵੇ, ਗੁਰਮਤਿ ਇਸ ਨੂੰ ਮੰਨਦੀ ਨਹੀਂ ਵੀ ਜਿੱਥੋਂ ਆਤਮਾ, ਕਿਉਂਕਿ ਗੁਰਮਤਿ ਤਾਂ ਆਤਮਾ ਨੂੰ ਹੀ ਪ੍ਰਮਾਤਮਾ ਆਖਦੀ, ਆਤਮਾ ਨੂੰ ਹੀ ਵਾਸੁਦੇਵਸ ਆਖਦੀ ਹੈ, ਆਤਮਾ ਨੂੰ ਹੀ ਰਾਮ ਆਖਦੀ ਹੈ। ਆਤਮਾ ਨੇ ਪ੍ਰਾਤਮਾ ਹੁੰਦਾ ਜੀ, ਲਫ਼ਜ਼ ਗੁਰਬਾਣੀ ਦੇ ਲਾਸ਼ ਪ੍ਰਾਤਮਾ ਆਇਆ ਜੀ। ਪ੍ਰਾਤਮਾ ਇੱਕੋ ਕਰਾਏ, ਪਰਮਾਤਮਾ ਵੀ ਹੈ। ਉਹ ਗੱਲ ਤੁਸੀਂ ਬਿਲਕੁਲ ਸਹੀ ਕਰੋ, ਉਹ ਅਲੱਗ ਸ਼ਬਦ ਹੈ, ਪਰ ਗੁਰਮਤਿ ਵਿੱਚ ਆਤਮਾ ਨੂੰ ਹੀ ਰਾਮ ਆਖਿਆ ਗਿਆ ਹੈ, ਆਤਮਾ ਨੂੰ ਹੀ ਬ੍ਰਹਮ ਆਖਿਆ ਗਿਆ ਹੈ, ਆਤਮਾ ਨੂੰ ਹੀ ਵਾਸੁਦੇਵਸ ਆਖਿਆ ਗਿਆ, ਜਿਸ ਨੂੰ ਕਹਿੰਦੇ ਨੇ ਘੱਟ ਘੱਟ ਬਸੰਤ ਵਾਸੁਦੇਵਾ ਪਾਰ ਬ੍ਰਹਮ ਪਰਮੇਸ਼ਰ। ਆਤਮਾ ਕਿਤੋਂ ਆਉਂਦੀ ਨਹੀਂ ਹੈ, ਜਿਹੜੀ ਸੱਚੀ ਦਰਗਾਹ ਵਿੱਚੋਂ ਜਿਹੜੇ ਜਿਸ ਨੂੰ ਬਾਹਰ ਕੱਢਿਆ ਜਾਂਦਾ ਹੈ ਉਹ ਸਾਡੇ ਖੋਟੇ ਮਨ ਨੂੰ ਕੱਢਿਆ ਜਾਂਦਾ ਨੇ। ਕਹਿੰਦੇ ਨੇ ਖੋਟੇ ਸੱਚੀ ਦਰਗਾਹ ਸੱਟੀ ਹੈ। ਔਰ ਸੱਚੀ ਦਰਗਾਹ ਜੇ ਸੱਚੀ ਦਰਗਾਹ ਵੀ ਮਰਨ ਤੋਂ ਬਾਅਦ ਨੂੰ ਮੰਨਾਂਗੇ ਜਾਂ ਕਿਤੇ ਹੋਰ ਮੰਨਾਂਗੇ ਤਾਂ ਉਸ ਤੋਂ ਬਾਅਦ ਸਾਨੂੰ ਇਹ ਵੀ ਦੱਸ, ਕਹਿੰਦੇ ਫਿਰ ਖੋਟੇ ਕਰਨ ਕੀ, ਕਹਿੰਦੇ ਆ ਕੇ ਸਤਿਗੁਰੂ ਦੇ ਪਿੱਛੇ ਭੱਜ ਪਵੇ। ਜੇ ਅਸੀਂ ਦਰਗਾਹ ਨੂੰ ਮਰਨ ਤੋਂ ਬਾਅਦ ਮੰਨਾਂਗੇ ਤਾਂ ਇਸ ਦਾ ਮਤਲਬ ਜਿਹਨੂੰ ਉੱਥੋਂ ਖੋਟਿਆਂ ਨੂੰ ਦਰਗਾਹ ਚੋਂ ਸੁੱਟਿਆ ਉਹ ਵਾਪਸ ਵੀ ਆਉਂਦੇ ਨੇ, ਸਤਿਗੁਰੂ ਦੀ ਸ਼ਰਨ ਚ ਪੈਂਦੇ ਨੇ, ਦੁਬਾਰਾ ਜਾਂਦੇ ਨੇ, ਸੱਚੇ ਹੋ ਕੇ ਜਾਂਦੇ, ਫਿਰ ਸੱਚੀ ਦਰਗਾਹ ਚ ਉਹਨਾਂ ਨੂੰ ਰੱਖ ਲਿੱਤਾ ਜਾਂਦਾ ਹੈ। ਇਹ ਦਰਗਾਹ ਅੰਦਰ ਜਿਹੜੇ ਵਸਦੇ ਰੱਬ ਜੀ ਨੇ, ਉਹ ਅੰਦਰ ਵਸਦੇ ਉਸ ਅਵਸਥਾ ਨੂੰ ਜਦੋਂ ਮਨ ਸਚਿਆਰ ਹੋ ਜਾਂਦਾ ਹੈ, ਸੱਚ ਵਿੱਚ ਜੁੜ ਜਾਂਦਾ ਹੈ, ਉਸ ਅਵਸਥਾ ਨੂੰ ਕਹਿੰਦੇ ਨੇ ਕਿ ਅੰਦਰ ਜਿਹੜੀ ਦਰਗਾਹ ਹੈ ਉੱਥੇ ਖੋਟਿਆਂ ਨੂੰ ਨਹੀਂ ਵੜਨ ਦਿੱਤਾ ਜਾਂਦਾ। ਇਹ ਗੁਰਬਾਣੀ ਦੇ ਵਿੱਚ ਆਤਮਾ ਨੂੰ ਮਲੀਨ ਕਰਕੇ ਨਹੀਂ ਆਖਿਆ ਜਾਣਾ, ਆਤਮਾ ਹੀ ਰੱਬ ਹੈ। ਮਲੀਨ ਸਾਡਾ ਮਨ ਹੁੰਦਾ, ਮਨ ਮੈਲਾ ਸਭ ਕੁਛ ਮੈਲਾ, ਮਨ ਮੈਲਾ ਹੁੰਦਾ, ਆਤਮਾ ਮੈਲੀ ਨਹੀਂ ਹੁੰਦੀ। ਇਹ ਆਤਮਾ ਇੱਕੋ ਹੀ ਚੀਜ਼ ਹੈ ਜੀ। ਨਹੀਂ, ਇਹ ਆਤਮਾ ਤੇ ਆਤਮਾ ਮੈਲੀ ਹੁੰਦੀ ਹੈ, ਇਹ ਅਨਮਤੀਆਂ ਦਾ ਖਿਆਲ ਹੈ। ਗੁਰਮਤਿ ਵਿੱਚ ਆਤਮਾ ਨੂੰ ਹੀ ਰੱਬ ਆਖਿਆ ਜਾ ਰਿਹਾ ਹੈ, ਪਰ ਮਨ ਮੈਲਾ ਹੁੰਦਾ ਹੈ। ਮਨ ਮੈਲਾ ਹੁੰਦਾ ਹੈ, ਸਾਡੇ ਥਾਟਸ ਮੈਲੇ ਹੁੰਦੇ ਨੇ, ਸਾਡੇ ਵਿਚਾਰ ਮੈਲੇ ਹੁੰਦੇ ਨੇ। ਮਨ ਮੈਲਾ ਤਾਂ ਸਭ ਕੁਛ ਮੈਲਾ, ਸਾਰੇ ਜੀ ਜੰਤ, ਸਾਰੇ ਅੰਦਰਲਾ ਸੰਸਾਰ ਮੈਲਾ। ਆਤਮਾ ਇਹ ਦੇਖਦੀ ਪਈ ਹੈ ਕਿ ਮਨ ਮੈਲਾ ਹੈ, ਮਨ ਮੈਲੇ ਕਰਮ ਕਰਦਾ ਹੈ ਜਾਂ ਚੰਗੇ ਕਰਮ ਕਰਦਾ। ਇਹ ਗੁਰਮਤਿ ਦਾ ਸਿਧਾਂਤ ਹੈ। ਦੁਨੀਆ ਕਹਿੰਦੀ ਸੀ ਆਤਮਾ ਦਾ ਲੇਖਾ ਹੁੰਦਾ, ਗੁਰਮਤਿ ਕਹਿੰਦੀ ਨਹੀਂ, ਆਤਮਾ ਲੇਖਾ ਲੈਂਦੀ ਹੈ ਪਲ ਪਲ ਮਨ ਦਾ, ਮਨ ਦੀ ਕਰਮਾਂ ਦਾ, ਕਰਮੀ ਹੋਏ ਵਿਚਾਰ। ਇਹ ਆਤਮਾ ਲੇਖਾ ਲੈਂਦੀ ਹੈ, ਗੁਰਮਤਿ ਦਾ ਸਿਧਾਂਤ ਹੈ, ਦੁਨੀਆ ਤੋਂ ਅਲੱਗ ਹੈ। ਮਨ ਔਰ ਆਤਮਾ ਦੋ ਹੋ ਗਏ, ਫਿਰ ਮਨ ਔਰ ਆਤਮਾ ਬਿਲਕੁਲ ਅਲੱਗ ਨੇ। ਗੁਰਮਤਿ ਆਤਮਾ ਨੂੰ ਹੀ ਗੁਰਬਾਣੀ ਰਾਮ ਆਖਦੀ ਹੈ, ਆਤਮਾ ਨੂੰ ਹੀ ਬ੍ਰਹਮ ਆਖਦੀ ਹੈ, ਆਤਮਾ ਨੂੰ ਹੀ ਵਾਸੁਦੇਵ ਪਾਰ ਬ੍ਰਹਮ ਪਰਮੇਸ਼ਰ ਆਖਦੀ ਹੈ। ਸੁਖਵਿੰਦਰ ਵੀਰ ਜੀ, ਵੀਰ ਜੀ ਜਿਨ੍ਹਾਂ ਨੇ ਸਵਾਲ ਕੀਤਾ ਨਾ, ਪਰ ਆਤਮਾ ਔਰ ਪਰਮਾਤਮਾ ਦੋ ਅੱਖਰਾਂ ਵਿੱਚ ਭੁਲੇਖਾ ਕਰ ਰਹੇ ਹਨ, ਉਹ ਕਲੀਅਰ ਕਰ ਦਿਓ ਵੀਰ ਜੀ। ਉਹ ਜਿਹੜਾ ਪਰਾਤਮਾ ਹੈ ਨਾ, ਉੱਥੇ ਲਫ਼ਜ਼ ਹੈ ਨਾ, ਆਤਮਾ ਪਰਾਤਮਾ ਇੱਕੋ ਕਰੇ। ਉਹ ਕਹਿੰਦੇ ਨੇ ਜਿਹੜਾ ਮਨ ਆਤਮਾ ਤੋਂ ਪਰੇ ਰਹਿੰਦਾ ਨਾ, ਦੂਰ ਰਹਿੰਦਾ ਹੈ, ਆਤਮਾ ਅੰਦਰ ਵਸਦੀ ਹੈ ਲੇਕਿਨ ਮਨ ਉਹਦੇ ਨੇੜੇ ਨਹੀਂ ਜਾਂਦਾ, ਕਿਉਂਕਿ ਮਨ ਆਪਣੇ ਭਾਣੇ ਚੱਲ ਰਿਹਾ, ਮਨ ਆਪਣੀ ਮੱਤ ਦੇ ਮੁਤਾਬਕ ਚੱਲ ਰਿਹਾ। ਆਤਮਾ ਅੰਦਰ ਬੈਠੇ ਸਤਿਗੁਰੂ ਜੀ ਜਿਹੜੇ ਮਨ ਦੇ ਨਾਲ ਨੇ, ਮਨ ਹਰ ਜੀ ਤੇਰੇ ਨਾਲ ਹੈ, ਇਹ ਉਹਨਾਂ ਦੇ ਨਾਲ ਰਹਿੰਦਾ ਨਹੀਂ, ਉਹਨਾਂ ਤੋਂ ਪਰੇ ਰਹਿੰਦਾ ਹੈ, ਦੂਰ ਰਹਿੰਦਾ ਹੈ। ਤੇ ਜਦੋਂ ਇਹ ਮਨ ਸਤਿਗੁਰੂ ਦੀ ਮੱਤ ਲੈ ਲੈਂਦਾ, ਜਿਹਨੂੰ ਕਹਿੰਦੇ ਨੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਫਿਰ ਹੋਵੇ ਤੇਰੇ ਨਾਲ, ਇਹਨੂੰ ਕਹਿੰਦੇ ਨੇ ਆਤਮਾ ਪਰਾਤਮਾ। ਜਿਹੜਾ ਉਹ ਪਰੇ ਰਹਿੰਦਾ ਸੀ ਨਾ ਆਤਮਾ ਤੋਂ, ਦੋਨਾਂ ਨੂੰ ਇੱਕ ਕਰ ਦਿੱਤਾ, ਉਹਨਾਂ ਦਾ ਸੰਜੋਗ ਹੋ ਜਾਂਦਾ ਹੈ। ਉਹ ਮਨ ਆਤਮਾ ਵਿੱਚ ਹੁਣ ਆਤਮਾ ਤੋਂ ਪਰੇ ਨਹੀਂ ਰਹਿੰਦਾ, ਆਤਮਾ ਦਾ ਤੇ ਮਨ ਦਾ ਸਰੂਪ ਇੱਕੋ ਹੋ ਜਾਂਦਾ ਹੈ। ਉਹ ਪਰਮਾਤਮਾ ਨੂੰ ਨਹੀਂ ਆਖਿਆ ਜਾਂਦਾ, ਕਹਿੰਦੇ ਨੇ ਆਤਮਾ ਪਰ ਆਤਮਾ ਤੋਂ ਜਿਹੜਾ ਪਰੇ ਰਹਿੰਦਾ ਸੀ ਮਨ, ਉਹ ਹੁਣ ਮਨ ਆਤਮਾ ਵਿੱਚ ਮਰਜ ਹੋ ਜਾਏਗਾ। ਭਾਵ ਸਤਿਗੁਰ ਕਾ ਉਪਦੇਸ਼ ਸੁਣ ਤੂੰ, ਸਤਿਗੁਰੂ ਦੇ ਅੰਗ ਸੰਗ ਰੱਖਦਾ ਹੁਣ ਆਪਣੀ ਸੁਰਤ ਦੇ ਸਤਿਗੁਰੂ। ਹਾਂਜੀ, ਜਦੋਂ ਅਸੀਂ ਕਹਿ ਰਹੇ ਹਾਂ ਕਿ ਆਤਮਾ ਗਲਤੀ ਨਹੀਂ ਕਰਦੀ, ਆਤਮਾ ਜਿਹੜੀ ਉਹ ਨਿਰਣਾ ਕਰਦੀ, ਇੱਕ ਬਾਣੀ ਦੀ ਪੰਕਤੀ ਹੈ, ਕਹਿੰਦੇ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਹਾਂਜੀ, ਇੱਥੇ ਵੀ ਮਨ ਔਰ ਆਤਮਾ ਜਿਹੜੀ ਹੈ ਨਾ, ਇਹ ਇੱਕੋ ਸਿੱਕੇ ਦੇ ਦੋ ਹਿੱਸੇ ਨੇ। ਇੱਕ ਮਿੰਟ ਹਰਵਿੰਦਰ, ਜੇ ਆਤਮਾ ਹੀ ਮਾੜਾ ਨਹੀਂ ਕਰਦੀ, ਫਿਰ ਦੁਸ਼ਟ ਆਤਮਾ ਕਿੱਥੋਂ ਦੀ ਹੋਗੀ? ਜੇ ਆਤਮਾ ਹੀ ਰੱਬ ਹੈ ਪਿਓਰ ਸੈਂਸ ਦੇ ਅੰਦਰ, ਫਿਰ ਦੁਸ਼ਟ ਆਤਮਾ ਕਿਹੜੀ ਹੋਗੀ? ਹਰਵਿੰਦਰ ਵੀਰ ਜੀ, ਤੁਸੀਂ ਪੰਕਤੀ ਬਹੁਤ ਪਿਆਰੀ ਬੋਲੀ ਹੈ, ਲੇਕਿਨ ਉਹਦਾ ਨਾ ਕੀ ਕਹਿੰਦੇ ਵਿਸ਼ਰਾਮ ਗਲਤ ਲਗਾ ਦਿੱਤਾ। ਉਹ ਤਾਂ ਵਿਸ਼ਰਾਮ ਹੈ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਦੂਜੇ ਪਾਏ ਦੁਸ਼ਟ, ਦੂਜੇ ਪਾਏ ਵਿੱਚ ਮਨ ਫਸਦਾ ਹੈ ਵੀਰ ਜੀ, ਤੁਸੀਂ ਸਿਰਫ ਵਿਸ਼ਰਾਮ ਗਲਤ ਲਗਾ ਦਿੱਤਾ, ਉਹਦੇ ਨਾਲ ਅਰਥਾਂ ਦਾ ਅਨਰਥ ਹੋ ਗਿਆ। ਦੂਜੇ ਪਾਏ ਦੁਸ਼ਟ ਆਤਮਾ ਨਹੀਂ, ਦੂਜੇ ਪਾਏ ਚ ਮਨ ਫਸਦਾ ਹੈ। ਮਨ ਦੂਜੇ ਪਾਏ ਸਹੀ ਵਿਸ਼ਰਾਮ ਲਗਾ ਕੇ ਸਮਝਾ ਦੋ ਨਾ ਵੀਰ ਜੀ। ਵੀਰ ਜੀ ਦੂਜੇ ਪਾਏ ਸਹੀ ਲਗਾ ਕੇ, ਦੂਜੇ ਪਾਏ ਦੁਸ਼ਟ, ਹਾਂ ਆਤਮਾ ਉਹ ਤੇਰੀ ਇਹ ਆਤਮਾ ਦੀ ਸਰਕਾਰ ਹੈ ਕਿ ਜਦੋਂ ਮਨ ਦੂਜੇ ਪਾਸੇ ਲੱਗਦਾ ਆਤਮਾ ਫਿਰ ਉਹਦਾ ਲੇਖਾ ਲੈਂਦੀ ਉਹਦੇ ਕਰਮਾਂ ਦਾ। ਉਹ ਵੀ ਤੇ ਲਾਈਨ ਕੋਈ ਇੱਕ ਬਰਾਬਰ ਕੋਈ ਪੂਰੀ ਕਲੀਅਰ ਤੇ ਨਹੀਂ ਹੋ ਰਹੀ ਨਾ, ਜੇ ਉਹ ਵਿਸ਼ਰਾਮ ਚੇਂਜ ਵੀ ਕਰਨੇ ਆ।
ਵੀਰ ਜੀ ਜੇ ਤੁਹਾਨੂੰ ਨਹੀਂ ਕਲੀਅਰ ਹੋ ਸਕਦਾ ਮੈਂ ਨਹੀਂ ਕਰਵਾ ਸਕਦਾ ਵੀਰ ਜੀ, ਮੈਨੂੰ ਜਿਵੇਂ ਸਮਝ ਆਉਂਦਾ ਮੈਂ ਉਵੇਂ ਸ਼ੇਅਰਿੰਗ ਕਰਦਾ। ਹਾਂਜੀ ਵਾਹਿਗੁਰੂ ਜੀ। ਮੈਂ ਬੇਨਤੀ ਕਰਾਂ ਜੀ ਜੀ ਭੁਪਿੰਦਰ ਵੀਰ ਜੀ ਪਲੀਜ਼। ਸਤਵੀਰ ਜੀ ਜਿਹੜੀ ਇਹ ਪੰਕਤੀ ਹੈ ਨਾ, ਅਸੀਂ ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ, ਆਤਮਾ ਪਰ ਆਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ। ਅੰਤਰ ਕਿਹਦੀ ਦੁਬਦਾ ਹੈ? ਪਰ ਆਤਮਾ ਦੀ। ਪਰ ਆਤਮਾ ਕਹਿੰਦੇ ਨੇ ਮਨ ਨੂੰ। ਜਦੋਂ ਮਨ ਆਤਮਾ ਮੀਨਸ ਅੰਦਰ ਦੇ ਰੱਬ ਨਾਲ ਮਰਜ ਨਹੀਂ ਹੁੰਦਾ ਹੈ ਤਾਂ ਉਹਨੂੰ ਕਹਿ ਰਹੇ ਨੇ ਤੂੰ ਅੰਦਰ ਦੇ ਰੱਬ ਜੀ ਦੇ ਨਾਲ ਮਰ ਜਾਓ। ਉਹਨੂੰ ਇਹ ਸਿਰਫ ਸੁਖਵਿੰਦਰ ਜੀ ਨੇ ਲਫ਼ਜ਼ ਵਰਤਿਆ, ਉਹ ਪਰੇ ਰਹਿੰਦੇ। ਸੋ ਪਰ ਆਤਮਾ ਕਦੋਂ ਬਣਦੀ ਹੈ ਮਨ ਦੀ? ਜਦੋਂ ਮਨ ਕਹਿੰਦਾ ਹੈ ਸਭ ਕੁਝ ਆਪਣਾ ਇੱਕ ਰਾਮ ਪਰਾਇਆ। ਉਹ ਰਾਮ ਮਤਲਬ ਵਿਜ਼ਡਮ ਨੂੰ ਤਾਂ ਪਰਾਇਆ ਕਰ ਦਿੰਦਾ ਹੈ। ਸੋ ਉਸ ਸੈਂਸ ਵਿੱਚ ਦਰਅਸਲ ਉਹ ਇਸ ਸਰੀਰ ਦਾ ਹੀਰੋ ਬਣਨ ਦੀ ਬਜਾਏ ਖਲਨਾਇਕ ਬਣ ਜਾਂਦਾ, ਉਹ ਵਿਲਨ ਬਣ ਜਾਂਦਾ, ਉਹ ਦੁਸ਼ਟ ਬਣ ਜਾਂਦਾ ਹੈ। ਉਹਦੀ ਉਸ ਅਵਸਥਾ ਨੂੰ ਪਰ ਆਤਮਾ ਕਹਿੰਦੇ ਨੇ। ਉਸੀ ਅਵਸਥਾ ਨੂੰ ਈਵਲ ਥਾਟਸ ਵਾਲੀ ਸੋਚਣੀ ਕਹਿੰਦੇ ਨੇ। ਉਥੇ ਆਤਮਾ ਉਹਦੀ ਮਨ ਦੀ ਨੈਗੇਟਿਵ ਸੋਚਣੀ ਦੀ ਅਵਸਥਾ ਹੈ। ਬਾਣੀ ਅੰਦਰ ਕਈ ਜਗ੍ਹਾ ਜਦੋਂ ਨੈਗੇਟਿਵ ਸੋਚਣੀ ਦੀ ਅਵਸਥਾ 'ਚ ਆਤਮਾ ਆਏਗਾ, ਉਹ ਮਨ ਦੇ ਮੰਦੇ ਫੁਰਨਿਆਂ ਵਾਲੀ ਅਵਸਥਾ ਹੈ। ਰੱਬ ਨੂੰ ਜਦੋਂ ਪੇਸ਼ ਕੀਤਾ ਜਾਏਗਾ ਤਾਂ ਰੱਬ ਬਾਣੀ ਅੰਦਰ ਆਤਮਾ ਕਰਕੇ ਹੀ ਆਏਗਾ। ਆਤਮਾ ਪਰ ਆਤਮਾ ਏਕੋ ਕਰੇ। ਆਤਮਾ ਮੀਨਸ ਅੰਦਰ ਦੇ ਰੱਬ ਨਾਲ ਤੂੰ ਆਪਣੀ ਦੁਬਦਾ ਦੂਰ ਕਰਕੇ ਮਰਜ ਹੋ ਸਕਦਾ। ਉਹ ਨਾਨਕ ਅਵਸਥਾ ਬਣ ਜਾਂਦੀ ਹੈ। द्वैत अवस्था छुट गई, अद्वैत हो गई, डुअलिटी खत्म हो गई। पर जे अंदर रब है ਉਹਨੂੰ ਹੀ ਆਤਮਾ ਕਹਿੰਦੇ ਨੇ। ਸੋ ਬ੍ਰਹਮ ਜੋਨੀ ਹੈ ਵੀ ਹੋਣੀ, ਉਹਨੇ ਕਹਿੰਦੇ ਘਟ ਭੀਤਰ ਦੇਖ ਮੁਰਾਰੀ ਜੀਓ। ਹੁਣ ਸਾਨੂੰ ਸੋਚਣਾ ਪਏਗਾ ਕਿ ਘਟ ਅੰਦਰ ਇੱਕ ਮਨ ਵੀ ਹੈ, ਘਟ ਅੰਦਰ ਇੱਕ ਆਤਮਾ ਵੀ ਹੈ, ਫਿਰ ਘਟ ਅੰਦਰ ਇੱਕ ਰੱਬ ਵੀ ਹੈ। ਤਿੰਨ ਐਂਟੀਟੀ ਨਹੀਂ ਨੇ। ਅੰਦਰ ਜਿਹੜਾ ਰੱਬ ਵਸਦਾ ਹੈ ਉਹਨੂੰ ਗੁਰਬਾਣੀ ਆਤਮਾ ਹੀ ਕਹਿੰਦੀ ਹੈ। ਹਾਂ, ਪਰ ਰੱਬ ਨੂੰ ਸਾਰੀ ਦੁਨੀਆ इटरनल मनती है, रब नू आजूनी मनती है, रब नू इमॉर्टल मनती है। ते सारी दुनिया आत्मा नू भी ते यही कह रही है कि आत्मा इमॉर्टल है। हिंदी च भी बोलते हैं आत्मा जमती मरती नहीं है, अजर अमर है। वो की है? मतलब रब। तो रब नू ही बाणी अंदर आत्मा कहा गया है ਜਦੋਂ पॉजिटिव सेंस है। पर मन नू बार बार मन भी किया है, पर मन दे नेगेटिव थॉट्स नू, मन की नैगेटिव थॉट वाली अवस्था नू पर आत्मा किया। ਇਹਦੇ ਉੱਤੇ ਪੰਜਾਬੀ यूनिवर्सिटी ਦੀ ਇੱਕ बड़ी रिसर्च करके पुस्तक भी निकली हुई है और उन्होंने यह क्लीयर किया कि गुरमत वो जिहड़ी सो कार्ड आत्मा आती है और बाहर चली जाती है, ਉਹਦੇ बदले गुरमत आत्मा गॉड नू ही कहती है। पर गुरमत ਦੇ अंदर आत्मा लफज मन वास्ते वरत्या गया है, पर वो कदों ਜਦੋਂ नेगेटिव थॉट्स जी थैंक यू वीर जी। इकबाल वीर जी ने कोई सांझ पानी सी। इकबाल वीर जी क्वेश्चन आंसर सेशन विच मेरे ख्याल आप जी ने कोई सवाल करना है, ऑडियो ऑन करके दस दिया जे। विचार देना चाह रहे हो तो प्लीज दे दो विचार आप। और अगर आप जी ने कोई सवाल करना है तो क्वेश्चन आंसर सेशन विच ले लियो वीर जी। तजिंदर जी, इकबाल वीर जी तो ऑन है ऑडियो? ऑन है वीर जी। इकबाल वीर जी अगर आप जी कोई शब्द दी विचार देना चाह रहे हो तो प्लीज दे दो। और अगर कोई सवाल है तो फिर क्वेश्चन आंसर सेशन विच ले लियो। दो पदे अजे बच्चे ने असीं पाठ कर लिए, आप भी सांझ पा दियो बेशक नाल ही। वीर जी उन्हां दी आवाज नहीं आ रही, तुसी पाठ आराम करो। दो पदियां दा पाठ रह रहा है, और उसी नाल मिलके पाठ कर लियो। सच्चा साहिब गहर गंभीरा, सदा सलाही ता मन धीरा। अगम अगोचर कीमत नहीं पाई, गुरमुख मन वसाएंदा। सच्चा साहिब गहर गंभीरा, ओ परमात्मा सदा थिर। सच्चा तो पाओ सदीव रहने वाला, गंभीरा गुना करके डूंगा है, गहर गंभीरा गुना करके डूंगा है। सदा सलाही मन धीरा। सदैव ही ऐसे परमात्मा दी सिफत सलाह करिए ता मन टिका विच आउंदा है। ता मन धीरा, धीरा मां पाओ टिक जाना। सदा सलाही, सलाही अखर भी बहुत खूबसूरत अखर है। और सच दी सलाह दे मुताबिक कार विहार करिए, सिफत सलाह करिए, गुण गाउने। सदा सलाही ता मन धीरा,
अगम अगोचर कीमत नहीं पाई। हे अगम, हे अगोचर, ਇਹ ਵਿਸ਼ੇਸ਼ਣ ਹਨ। ਇਸ ਬਾਬਤ ਕਾਫੀ ਵਾਰ ਵਿਚਾਰ ਹੋ ਚੁੱਕੀ ਹੈ। परमात्मा दे विशेषण कह लीए, गुण कह लीए, जिथे तक साडी गमता नहीं, जो ज्ञान इंद्रियां दा विषा नहीं, कीमत नहीं पाई, ते किसी कीमत दे राही तेनू प्राप्त नहीं किया जा सकता। तेरी असी कोई वैल्यू नहीं कर सकते कि वैल्यू पा के तेनू असी प्राप्त कर सकिए। कीमत नहीं पाई। असी दुनियावी तौर ते असी चीज़ां दी कीमत पाउंदे हां ਤੇ ਉਹਨੂੰ ਫਿਰ ਵੈਲਿਊ ਪਾ ਕੇ ਉਸ ਨੂੰ ਚਾਹੁੰਦੇ ਆ ਕਿ ਉਹ ਚੀਜ਼ ਸਾਡੀ ਹੋ ਜਾਏ। ਪਰ ਇਹ ਪ੍ਰਮਾਤਮਾ ਤੇਰੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਅਸੀਂ ਸੋਚੀਏ ਸਾਡੇ ਕੋਲ ਕੀ ਹੈ ਉਸ ਨੂੰ ਦੇਣ ਲਈ, ਕਿਸ ਤਰੀਕੇ ਦੇ ਨਾਲ ਅਸੀਂ ਵੈਲਿਊ ਕਰ ਸਕਦੇ ਹਾਂ। ਧਨ ਦੌਲਤ ਕਹਿ ਲਈਏ, ਪਦਾਰਥ ਕਹਿ ਲਈਏ, ਪ੍ਰਾਪਰਟੀ ਕਹਿ ਲਈਏ, ਕਿਸੇ ਵੀ ਤਰੀਕੇ ਦੇ ਨਾਲ ਪ੍ਰਮਾਤਮਾ ਦੇ ਨਾਲ ਸਾਂਝ ਨਹੀਂ ਬਣ ਸਕਦੀ। ਅਸੀਂ ਥੋੜਾ ਜਿਹਾ ਹੋਰ ਅੱਗੇ ਵੱਧ ਜਾਈਏ, ਥੋੜਾ ਜਿਹਾ ਹੋਰ ਅੱਗੇ ਵੱਧ ਕੇ ਸੋਚੀਏ ਅਸੀਂ ਉਹਨੂੰ ਕੀ ਅਰਪਣ ਕਰ ਸਕਦੇ ਹਾਂ। ਜਿਹੜੀਆਂ ਕਈ ਵਾਰੀ ਅਸੀਂ ਦੇਖਦੇ ਹਾਂ ਦੇਵੀ ਦੇਵਤਿਆਂ ਨੂੰ ਸਰੀਰ ਭੇਂਟ ਕਰ ਦਿੱਤਾ ਜਾਂਦਾ ਹੈ, ਕਈ ਵਾਰ ਉਂਗਲ ਕੱਟ ਕੇ ਭੇਂਟ ਕਰ ਦਿੱਤੀ ਜਾਂਦੀ ਹੈ, ਹੱਥ ਪੈਰ ਕੱਟ ਕੇ ਭੇਂਟ ਕਰ ਦਿੱਤਾ ਜਾਂਦਾ ਹੈ, ਇੱਥੇ ਤੱਕ ਸ਼ੀਸ਼ ਭੇਂਟ ਕਰਕੇ ਭੇਂਟ ਕਰ ਦਿੱਤੀ ਜਾਂਦੀ ਹੈ। ਇਹ ਵੀ ਇੱਕ ਤਰ੍ਹਾਂ ਦੀ ਕੀਮਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗੁਰੂ ਸਾਹਿਬ ਕਹਿ ਰਹੇ ਨਹੀਂ, ਇਸ ਮੁਤਾਬਿਕ ਉਹ ਪਰਮਾਤਮਾ ਨਾਲ ਸਾਂਝ ਨਹੀਂ ਬਣ ਸਕਦੀ। ਅਸੀਂ ਤਪ ਇਤਿਆਦि ਨਾਲ ਜੋੜ ਲਈਏ, ਕਈ ਕਿਸਮ ਦੇ ਤਪ ਕਰਨੇ, ਕਈ ਕਿਸਮ ਦੇ ਸਰੀਰ ਨੂੰ ਤਕਲੀਫ ਦੇਣ ਵਾਲੇ ਕਾਰ ਵਿਹਾਰ ਕਰਨੇ, ਜਾਂ ਅਸੀਂ ਹੋਰ ਅੱਗੇ ਵੱਧ ਜਾਈਏ ਗੁਰਮਤ ਦੇ ਵਿੱਚ ਵੀ ਅਸੀਂ ਧਿਆਨ ਦੇ ਲਈਏ ਜੋ ਅਮੂਮਨ ਜਿਹੜੀ ਗੱਲਾਂ ਚਲਦੀਆਂ ਹਨ, ਗਿਣਤੀ ਦੇ ਪਾਠ ਕਹਿ ਲਈਏ ਜਾਂ ਗਿਣ ਕੇ ਗੁਰਦੁਆਰੇ ਜਾਣਾ ਕਹਿ ਲਈਏ, ਗੁਰੂ ਸਾਹਿਬ ਕਹਿ ਰਹੇ ਕੀਮਤ ਨਹੀਂ ਪਾਈ। ਥੋੜਾ ਜਿਹਾ ਹੋਰ ਅੱਗੇ ਵੱਧ ਜਾਈਏ। मैं बिनती करा जे किसी ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਮੁਜਬਾਨੀ ਯਾਦ ਹੋਏ, ਥੋੜਾ ਜਿਹਾ ਹੋਰ ਅੱਗੇ ਵੱਧ ਜਾਈਏ, ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਵੀ ਮੁਜਬਾਨੀ ਯਾਦ ਹੋਣ, ਤਾਂ ਵੀ ਉਸ ਪਰਮਾਤਮਾ ਦੇ ਨਾਲ ਸਾਂਝ ਨਹੀਂ ਬਣ ਸਕਦੀ ਜਦੋਂ ਤੱਕ ਉਹ ਜੀਵਨ ਵਿੱਚ ਨਾ ਢਲਣ। ਕਿਉਂਕਿ ਸੱਚ ਬੋਲਣਾ ਚਾਹੀਦਾ ਹੈ, ਇਹ ਸਾਡੀ ਮੈਮਰੀ ਵਿੱਚ ਤੇ ਆ ਜਾਂਦਾ ਕਿ ਸੱਚ ਬੋਲਣਾ ਚਾਹੀਦਾ। ਜਦੋਂ ਤੱਕ ਕਰਮਾਂ ਵਿੱਚ ਸੱਚ ਨਾ ਆ ਜਾਏ ਸਾਡਾ ਜੀਵਨ ਨਹੀਂ ਬਦਲਦਾ। ਜਦੋਂ ਤੱਕ ਸੱਚ ਬੋਲਣਾ ਸਾਡੇ ਕਰਮਾਂ ਵਿੱਚ ਨਾ ਆ ਜਾਏ ਸਾਡਾ ਜੀਵਨ ਨਹੀਂ ਬਦਲਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੋਜ਼ ਅਸੀਂ ਪਾਠ ਕਰਦੇ ਹਾਂ, ਵਿਚਾਰ ਕਰਦੇ ਹਾਂ, ਬਹੁਤ ਚੰਗੀ ਗੱਲ ਹੈ। ਅਸੀਂ ਨਵੇਂ ਤੋਂ ਨਵੇਂ ਸ਼ਬਦ ਸਮਝਣਾ ਚਾਹੁੰਦੇ ਹਾਂ, ਸਮਝਦੇ ਹਾਂ, ਅਰਥਾਂ ਨੂੰ ਅਸੀਂ ਯਾਦ ਕਰਦੇ ਹਾਂ, ਬੜੀ ਅੱਛੀ ਗੱਲ ਹੈ। ਲੇਕਿਨ ਜਦੋਂ ਤੱਕ ਜਿੰਨੀ ਸਿੱਖਿਆਵਾਂ ਅਸੀਂ ਲਿੱਤੀਆਂ ਉਹ ਸਿੱਖਿਆਵਾਂ ਅਸੀਂ ਕਰਮਾਂ ਵਿੱਚ ਨਾ ਲੈ ਕੇ ਆਈਏ। ਅਸਲ ਤੇ ਬਦਲਾਵ ਆਉਣਾ ਹੈ ਜਦੋਂ ਕਰਮਾਂ ਵਿੱਚ ਸਿੱਖਿਆਵਾਂ ਆ ਜਾਵਣ। ਸਿੱਖਿਆ ਤੇ ਅਸੀਂ ਰੋਜ਼ ਲੈ ਰਹੇ ਹਾਂ, ਬਦਲਾਵ ਤਦ ਆਏਗਾ ਉਨ ਸਿੱਖਿਆਵਾਂ ਨੂੰ ਅਸੀਂ ਫੋਲੋ ਕਿੰਨਾ ਕੀਤਾ ਹੈ, ਮੰਨਿਆ ਕਿੰਨਾ ਹੈ, ਮੰਨਣ ਵਿੱਚ ਕਿੰਨਾ ਲਿੱਤਾ ਹੈ। ਤੇ ਗੁਰੂ ਸਾਹਿਬ ਕਹਿ ਰਹੇ ਹਨ ਅਗਮ ਅਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਇੰਦਾ। ਗੁਰਮੁਖ ਗੁਰੂ ਦੀ ਸ਼ਰਨ ਵਿੱਚ ਬੈਠਿਆ ਮਨ ਅੱਖਰ ਟਿੱਪੀ ਨਾਲ ਆਇਆ ਤੇ ਇਹਦਾ ਮੰਨਣ ਦਾ ਵੀ ਜ਼ਿਕਰ ਆਉਂਦਾ। ਅਰਥ ਮੰਨਣ ਨੂੰ ਕਿਹਾ ਜਾਂਦਾ ਹੈ ਕਿ ਮੰਨਣਾ, ਗੁਰੂ ਦੀ ਗੱਲ ਨੂੰ ਮੰਨ ਲੈਣਾ। ਪਰ ਇੱਥੇ ਦਰਸ਼ਨ ਜਿਹੜੇ ਹੈਗੇ ਨਾ ਮੰਨਣ ਦੇ ਵੀ ਹੋ ਰਹੇ ਹਨ ਇਸ ਅੱਖਰ ਵਿੱਚ, ਤੇ ਮਨ ਦੇ ਵਿੱਚ ਵੀ ਹੋ ਰਹੇ ਹਨ। ਤੇ ਗੁਰਮੁਖ ਗੁਰੂ ਦੇ ਰਾਹੀਂ ਗੁਰੂ ਦੇ ਸ਼ਬਦ ਨੂੰ ਮੰਨਿਆ ਮਨ ਵਸਾਇੰਦਾ, ਮਨ ਵਿੱਚ ਵਸ ਜਾਂਦਾ ਹੈ, ਭਾਵ ਮਨ ਪਤੀਜ ਜਾਂਦਾ ਹੈ। ਮਨ ਵਿੱਚ ਵਸਾਉਣਾ ਕੀ ਹੈ? ਮਨ ਮੰਨ ਗਿਆ, ਇਸ ਮਨ ਨੇ ਐਕਸੈਪਟ ਕਰ ਲਈ, ਗੁਰੂ ਦੇ ਵਿਚਾਰ ਨੂੰ ਮੰਨ ਲਿਆ। ਜਦੋਂ ਮਨ ਐਕਸੈਪਟ ਕਰ ਲੈਂਦਾ ਨਾ, ਦੇਖੋ ਅਸੀਂ ਰੋਜ਼ਾਨਾ ਪਾਠ ਕਰ ਰਹੇ ਹਾਂ, ਸਿੱਖਿਆਵਾਂ ਸਾਡੀ ਮੈਮਰੀ 'ਚ ਆ ਰਹੀਆਂ, ਸਿੱਖਿਆਵਾਂ ਸਾਡਾ ਮਨ ਪਰ ਪਤੀਜ ਨਹੀਂ ਰਿਹਾ। ਜਦੋਂ ਮਨ ਪਤੀਜ ਜਾਏਗਾ ਤਾਂ ਮਨ ਵਸਾਇੰਦਾ, ਤਾਂ ਮਨ ਵਿੱਚ ਵਸਿਆ। ਤੇ ਗੁਰੂ ਦੀ ਗੱਲ ਨੂੰ ਸਿਰਫ ਯਾਦ ਵਿੱਚ ਨਾ ਲੈ ਕੇ ਆਈਏ, ਮੰਨਣ ਵਿੱਚ ਵੀ ਲੈ ਕੇ ਆਈਏ। ਇੱਕ ਉਦਾਹਰਨ ਦੇ ਕੇ ਸਾਂਝ ਪਾਣਾ ਕਰ ਰਿਹਾ, ਇੱਕ ਉਦਾਹਰਨ ਦੀ ਸਾਂਝ ਪਾਣਾ ਚਾਹ ਰਿਹਾ, ਕਿਉਂਕਿ ਮਨ ਸਾਡਾ ਕਿਉਂ ਵਸ ਵਿੱਚ ਨਹੀਂ ਆਉਂਦਾ। ਅਸੀਂ ਇੱਕ ਖਿਡੌਣਾ ਸਾਰਿਆਂ ਨੇ ਤੱਕਿਆ ਹੋਣਾ, ਜਿਹੜਾ ਗੁੱਡਾ ਜਿਹਾ ਬਣਿਆ ਹੁੰਦਾ, ਉਹਨੂੰ ਅਸੀਂ ਅੱਗੇ ਪਿੱਛੇ ਕਿਸੇ ਵੀ ਪਾਸੇ ਕਿਸੇ ਵੀ ਡਾਇਰੈਕਸ਼ਨ ਵਿੱਚ ਟੇਢਾ ਕਰੀਏ ਨਾ ਤੇ ਉਹ ਸਿੱਧਾ ਹੋ ਜਾਂਦਾ, ਦੁਬਾਰਾ ਵਾਪਸ ਆਪਣੀ ਥਾਂ ਤੇ ਆ ਜਾਂਦਾ। ਕਦੀ ਵੀ ਅਸੀਂ ਉਹਨੂੰ ਦੇਖੀਏ, ਅਸੀਂ ਟੇਢਾ ਕਰੀਏ ਉਸ ਖਿਡੌਣੇ ਨੂੰ
खिडौना मुड़ के वापस अपनी थां ते आ जाता है, हिलदा है, झूटे खांदा है, फिर उसी जगह ते आके टिक जाता है। जिन्नी देर मर्जी ਉਹਨੂੰ ਅਸੀਂ ਟੇੜਾ ਰੱਖੀਏ, ਕਿਉਂਕਿ ਉਸਦਾ ਡਿਜ਼ਾਈਨ ਇਸ ਤਰੀਕੇ ਦੇ ਨਾਲ ਕੀਤਾ ਗਿਆ ਹੈ, ਉਹਦਾ ਵਜ਼ਨ ਉਤੇ ਬੇਸ ਵਿੱਚ ਪਾਇਆ ਗਿਆ ਹੈ, ਜਿਸ ਦੇ ਵਜ਼ਨ ਦੀ ਵਜ੍ਹਾ ਕਰਕੇ ਮੁੜ ਉੱਥੇ ਆ ਜਾਂਦਾ ਹੈ। ਤੇ ਸਾਡਾ ਮਨ ਵੀ ਕਿਧਰੇ ਨਾ ਕਿਧਰੇ ਉਸ ਖਿਡੌਣੇ ਵਾਕਣ ਹੀ ਹੈਗਾ, ਉਸ ਖਿਡੌਣੇ ਵਰਗਾ ਹੀ ਹੈ। ਇੰਨੀ ਜ਼ਿਆਦਾ ਉਸਦੇ ਅੰਦਰ ਮੈਲ ਦਾ ਵਜ਼ਨ ਭਰ ਜਾਂਦਾ ਹੈ, ਸੱਚ ਦੇ ਵੱਲ ਜਾਂਦਾ ਹੈ, ਥੋੜੀ ਦੇਰ ਸੱਚ ਵਾਲੇ ਪਾਸੇ ਝੁਕਦਾ ਹੈ, ਪਰ ਜਿਸ ਤਰ੍ਹਾਂ ਹੀ ਸੱਚ ਤੋਂ ਦੂਰ ਹੁੰਦਾ ਹੈ ਦੁਬਾਰਾ ਟਿੰਗ ਕਰਕੇ ਵਾਪਸ ਆ ਜਾਂਦਾ ਹੈ, ਦੁਬਾਰਾ ਫਿਰ ਝੂਠ ਦੇ ਵਜ਼ਨ ਦੇ ਉੱਤੇ ਫਿਰ ਆ ਕੇ ਉੱਥੇ ਟਿਕ ਜਾਂਦਾ ਹੈਗਾ, ਕਿਉਂਕਿ ਅੰਦਰ ਮੈਲ ਦਾ ਵਜ਼ਨ ਬਹੁਤ ਵੱਧ ਗਿਆ ਹੈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਕੇ ਕੀ ਕਰਦੇ ਹਨ, ਗੁਰੂ ਸਾਹਿਬ ਉੱਥੋਂ ਮੈਲ ਦਾ ਵਜ਼ਨ ਹਟਾ ਕੇ ਇੰਜ ਸਮਝੀਏ ਆਪਣੇ ਗੁਣਾਂ ਦਾ ਵਜ਼ਨ ਪਾ ਦਿੰਦੇ। ਅਸੀਂ ਜ਼ਿੰਦਗੀ ਵਿੱਚ ਕਾਰ ਵਿਹਾਰ ਕਰਦੇ ਹਾਂ ਨਾ, ਫਿਰ ਕਾਰ ਵਿਹਾਰ ਜਦੋਂ ਗੁਰੂ ਦੇ ਸ਼ਬਦ ਦਾ ਵਜ਼ਨ ਮਨ ਵਿੱਚ ਆ ਜਾਏ, ਫਿਰ ਕਦੀ ਮੈਲ ਨਜ਼ਰ ਵੀ ਆਉਂਦੀ ਹੈ ਨਾ, ਮੈਲ ਵੱਲ ਮਨ ਝੁਕੇ ਵੀ, ਪਰ ਗੁਰੂ ਦਾ ਸ਼ਬਦ ਵਾਪਸ ਉਸ ਮਨ ਨੂੰ ਫਿਰ ਸੱਚ ਵਾਲੇ ਪਾਸੇ ਫਿਰ ਸਿੱਧਾ ਖੜਾ ਕਰ ਦਿੰਦਾ ਹੈ। ਬਸ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਰਹੀਏ, ਗੁਰੂ ਦੇ ਸ਼ਬਦ ਦੇ ਰਾਹੀਂ ਜਿਹੜਾ ਹੈ ਮਨ ਜਿਹੜਾ ਹੈ ਜੁੜਿਆ ਰਵੇ, ਜਿਹਦੇ ਨਾਲ ਜਿਹੜੇ ਐਨ ਸਮਝੀਏ ਵਿਕਾਰਾਂ ਦੀ ਜਾਂ ਭਰਮਾਂ ਦੀ ਧੂਲ ਪਵੇ, ਤੇ ਉਹ ਧੂਲ ਜਿਹੜੀ ਹੈ ਮਨ ਨੂੰ ਡਾਵਾਂ ਡੋਲ ਨਾ ਕਰ ਸਕੇ। ਗੁਰੂ ਦੇ ਨਾਲ ਜੁੜ ਕੇ ਰਹੀਏ ਤੇ ਗੁਰਮੁਖ ਮਨ ਵਸਾਇੰਦਾ, ਮਨ ਵਿੱਚ ਵਸ ਜਾਣ ਤੋਂ ਭਾਵੇਂ ਮਨ ਪਤੀਜ ਜਾਣਾ, ਮਨ ਜਾਣਾ, ਬਸ ਮਨ ਮੰਨ ਜਾਏ ਗੁਰੂ ਦੀ ਬਾਣੀ ਨਾਲ, ਇਸ ਲਈ ਜੁੜਨਾ ਕਰੀਏ। ਜੀ ਹਰਵਿੰਦਰ ਜੀ। ਇੱਥੇ ਜਿਹੜਾ ਸ਼ਬਦ ਚੱਲਦਾ ਵੀ ਸੱਚਾ ਪਾਉ ਸਦੀਵ ਹੋਣ ਵਾਲਾ, ਜੋ ਕਦੀ ਖਤਮ ਨਹੀਂ ਹੋਏਗਾ ਜੀ। ਉਤੋਂ ਜਿਹੜਾ ਕਹਿੰਦਾ ਵੀ ਦਿਨ ਰਾਤ ਚੱਲੇ, ਨਿਸਸ ਚੱਲੇ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਇੱਕ ਹੈ ਜੋ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਸਾਹਿਬ ਹੈ। ਪਾਉ ਸਾਰਿਆਂ ਦੇ ਸਿਰ ਦੇ ਉੱਤੇ ਉਹਦਾ ਹੁਕਮ ਜਿਹੜਾ ਉਹ ਚੱਲਦਾ ਹੈ। ਗਹਿਰ ਗੰਭੀਰੇ ਪਾਉ ਬੜਾ ਗਹਿਰੇ ਸੁਭਾਅ ਵਾਲਾ ਹੈ, ਬੜਾ ਹੈ। ਬੜੇ ਇਹ ਸਾਰੇ ਜਿਹੜੇ ਐਡਜੈਕਟਿਵਸ ਨੇ ਜਿਸ ਪਰਮਾਤਮਾ ਦੇ ਅਸੀਂ ਗੱਲ ਪੇ ਕਰਨੇ ਆ, ਕਹਿੰਦਾ ਜਦੋਂ ਮੈਂ ਉਸ ਨੂੰ ਉਹਦੀ ਸਲਾਹ ਲੈ ਕੇ ਕੰਮ ਕਰਨਾ ਨਾ, ਤਾਂ ਮੇਰੇ ਮਨ ਨੂੰ ਧੀਰੇ ਤੋਂ ਪਾਉ ਧੀਰਜ ਮਿਲਦੀ ਹੈ। ਜਿਹੜਾ ਸਤਿਗੁਰੂ ਜੀ ਗੱਲ ਕਰਨ ਬਿਲਕੁਲ ਠੀਕ ਹੈ, ਕਹਿੰਦਾ ਬਿਨ ਬੂਝੇ ਕਹਾਂ ਮਨ ਠਹਿਰਾਣਾ। ਜਦ ਤੱਕ ਮਨ ਨੂੰ ਗੱਲ ਸਮਝ ਨਹੀਂ ਆਏਗੀ ਨਾ, ਮਨ ਜਿਹੜਾ ਹੈ ਉਹ ਧੀਰਜ ਨਹੀਂ ਪਕੜ ਸਕਦਾ। ਬਿਨ ਬੂਝੇ ਕਹਾਂ ਮਨ ਠਹਿਰਾਣਾ, ਮਨ ਬੁੱਝ ਨਹੀਂ ਸਕਦਾ ਜਦ ਤੱਕ ਗੱਲ ਪੂਰੀ ਕਲੀਅਰ ਨਹੀਂ ਹੋਏਗੀ ਨਾ। ਅਸੀਂ ਵੀ ਕਈ ਗੱਲਾਂ ਕਿਉਂ ਮੁੜ ਵਿਚਾਰਨੇ ਪਏ ਆ, ਕਲੀਅਰ ਨਹੀਂ ਹੋ ਰਹੀ। ਮਨ ਜਿਹੜਾ ਨਾ ਉਹ ਕਹਿੰਦਾ ਨਹੀਂ, ਹਜੇ ਕੋਈ ਚੀਜ਼ ਜਿਹੜੀ ਹੈ ਨਾ, ਇਹ ਕਿਸੇ ਨੂੰ ਡਰਾ ਧਮਕਾ ਕੇ ਤਾਂ ਨਹੀਂ ਸਮਝਾਇਆ ਜਾ ਸਕਦਾ ਨਾ ਕਿ ਨਹੀਂ ਤੂੰ ਦੇਖ ਐਕਨ ਹੋ ਜਾਏਗਾ, ਨਹੀਂ। ਜਦ ਤੱਕ ਦਲੀਲ ਦੇ ਨਾਲ, ਹਾਂ ਦਲੀਲ ਦੇ ਨਾਲ ਮਨ ਜ਼ਰੂਰ ਸਮਝ ਸਕਦਾ, ਕਿਸੇ ਡਰ ਦੇ ਨਾਲ ਜਾਂ ਕਿਸੇ ਪ੍ਰੈਸ਼ਰ ਦੇ ਨਾਲ। ਲੇਕਿਨ ਬਿਨ ਪੁੱਛੇ ਕਾ ਮਨ ਠਹਿਰਾਣਾ, ਇੱਥੇ ਕਹਿੰਦੇ ਵੀ ਸਦਾ ਸਲਾਹੀ। ਜਦੋਂ ਗੁਰੂ ਮੈਨੂੰ ਐਡਵਾਈਸ ਕਰਦਾ ਹੈ ਨਾ, ਜਦੋਂ ਉਹ ਪਰਮਾਤਮਾ ਦੇ ਹੁਕਮ ਉਹਨਾਂ ਦੀ ਸਲਾਹ ਮੈਂ ਲੈਣਾ ਨਾ, ਤਾਂ ਮੇਰੇ ਮਨ ਨੂੰ ਧੀਰਜ ਮਿਲਦਾ, ਤਾਂ ਮੇਰਾ ਮਨ ਕਿਸੇ ਟਿਕਾਣੇ ਤੇ ਆ ਜਾਂਦਾ। ਹਾਂ ਨਹੀਂ ਇਹ ਗੱਲ ਜਿਹੜੀ ਨਾ ਉਹ ਠੀਕ ਹੈ, ਮੰਨਣ ਵਾਲੀ। ਅਦਰਵਾਈਜ਼ ਉਹ ਰੱਬ ਕੋਈ ਦਿਸਦੀ ਚੀਜ਼ ਤੇ ਹੈ ਨਹੀਂ, ਰੱਬ ਕੋਈ ਦ੍ਰਿਸ਼ਟਮਾਨ ਤੇ ਹੈ ਨਹੀਂ ਕਿ ਜਿਹਦੇ ਬਾਰੇ ਇੱਥੇ ਕੋਈ ਇਹ ਫਲਸਫਾ ਹੈ ਜੋ ਵੀ ਅਸੀਂ ਸਾਰੇ ਪੜ੍ਹਨੇ ਪਏ ਨਾ, ਇਹਦੇ ਸਾਰੇ ਕੋਈ ਗੁਰੂ ਕਿਸੇ ਦ੍ਰਿਸ਼ਟਮਾਨ ਦੇ ਐਗਜ਼ਾਮਪਲ ਲੈ ਕੇ ਸਾਨੂੰ ਉਹ ਪਰਮਾਤਮਾ ਕੋਈ ਦ੍ਰਿਸ਼ਟਮਾਨ ਨਹੀਂ ਹੈ ਉਹਦੇ ਬਾਰੇ ਸਾਨੂੰ ਸਮਝਾਉਂਦਾ ਪੈਂਦਾ। ਜਦੋਂ ਮੈਂ ਉਹਦੀ ਸਿਰਫ ਸਲਾਹ ਕਰਨਾ ਵਾ ਜਾਂ ਉਹਦੇ ਕੋਲੋਂ ਸਲਾਹ ਮੰਗਣਾ ਵਾ, ਮੇਰੇ ਮਨ ਨੂੰ ਧੀਰਜ ਮਿਲਦੀ ਹੈ। ਉਹ ਪਰਮਾਤਮਾ ਕੈਸਾ ਹੈ, ਕਹਿੰਦਾ ਅਗਮ ਅਗੋਚਰ, ਕੀਮਤ ਨਹੀਂ ਪਾਈ ਉਹਦੀ ਕੋਈ। ਉਹ ਕਹਿੰਦਾ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਵੀ ਉਹਦੀ ਕਹਿੰਦਾ ਵੀ ਉਹ ਤਿਲ ਜਿਤਨੀ ਕੀਮਤ ਵੀ ਜੇ ਸਾਰੇ ਮਿਲ ਕੇ ਬਿਆਨ, ਕਹਿੰਦਾ ਇੱਕ ਤਿਲ ਜਿਤਨੀ ਵੀ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ਕੋਈ, ਕੀਮਤ ਨਹੀਂ ਪਾਈ। ਕਹਿੰਦਾ ਗੁਰਮੁਖ ਮਨ ਵਸਾਏ ਦਾ, ਜਿਹੜੇ ਹੁਕਮ ਨੇ, ਉਹਦੇ ਨਿਯਮ, ਜਿਹੜਾ ਰੱਬ ਦਾ ਹੁਕਮ ਸਰੂਪ ਹੈ, ਗੁਰਮੁਖ ਉਸ ਰੱਬ ਦੇ ਹੁਕਮਾਂ ਨੂੰ, ਉਸ ਰੱਬ ਦਾ ਜਿਹੜੀ ਹੋਂਦ ਹੈ, ਉਸ ਨੂੰ ਆਪਣੇ ਮਨ ਵਿੱਚ ਹਮੇਸ਼ਾ ਸਦੀਵ ਜਿਹੜਾ ਨਾ ਉਹ ਟਿਕਾਈ ਰੱਖਦਾ ਹੈ। ਹਾਂਜੀ ਧੰਨਵਾਦ ਵੀ ਜੀ। ਜੀ ਭੂਆ ਜੀ। ਹਾਂਜੀ, ਇਸ ਸ਼ਬਦ ਦੇ ਵਿੱਚ ਜਿਤਨੇ ਵੀ ਵਰਡਸ ਆਏ ਨੇ, ਸਦਾ ਸਾਹਿਬ, ਗੈਰ ਗੰਭੀਰਾ, ਅਗਮ ਅਗੋਚਰ, ਇਹ ਸਭ ਇੱਕ ਦਾ ਹੀ ਰੂਪ ਹੈ। ਜਦੋਂ ਮਨ ਉਸਦੀ ਸਿੱਖਿਆ ਦੇ ਨਾਲ ਗੁਰਮੁਖ ਬਣ ਗਿਆ, ਟਿਊਨਡ ਹੋ ਗਿਆ, ਪੂਰੀ ਤਰ੍ਹਾਂ ਉਸਨੇ ਮਨ ਨਾਲ ਵਸਾ ਲਿੱਤਾ ਹੈ। ਕਿੰਜ ਵਸਾ ਲਿੱਤਾ ਕਿ ਸਦਾ ਸਲਾਈ ਤਾਂ ਮਨ ਵੀਰਾ, ਮੀਨ 24 ਆਵਰਸ ਅਰਾਊਂਡ ਦਾ ਕਲੌਕ ਉਹ ਮਨ ਜਿਹੜਾ ਹੈ ਪੂਰੀ ਤਰ੍ਹਾਂ ਭਿੱਜਿਆ ਰਹਿੰਦਾ ਹੈ, ਐਕਸਪੀਰੀਅੰਸ ਕਰਦਾ ਹੈ। ਉਸ ਦੇ ਨਾਲ ਉਹ ਕੀ ਹੁੰਦਾ ਹੈ ਕਿ 24 ਆਵਰਸ ਕਰਨ ਦੇ ਨਾਲ ਹੀ ਉਹ ਇੱਕ ਦਾ ਰੂਪ ਬਣਿਆ। ਗੁਰਮੁਖ ਇਸੇ ਕਰਕੇ ਕਿਹਾ ਕਿ ਉਹ ਅਵਸਥਾ ਦੀ ਗੱਲ ਕੀਤੀ ਉਸ ਮਨ ਦੀ ਜਿਸ ਨੇ ਉਸ ਇੱਕ ਨੂੰ, ਜਿਸ ਨੂੰ ਅਸੀਂ ਅਗਮ ਕਹਿੰਦੇ ਹਾਂ, ਅਗੋਚਰ ਕਹਿੰਦੇ ਹਾਂ, ਸਦਾ ਸਾਹਿਬ ਕਹਿੰਦੇ ਹਾਂ, ਗੈਰ ਗੰਭੀਰਾ ਕਹਿੰਦੇ ਹਾਂ, ਇਹ
मन एकमित हो गया, पूरी तरह भिज गया और सदा सलाई 24 आवर्स वो मन उस गुणा दे विच भिजिया होया, ट्यून्ड हो गया। इसी करके उसका मन धीरज विच आ गया, टिक गया, स्टेबल हो गया, क्योंकि उसके मन के अंदर पूरी तरह उसदियां इंद्रियां सारियां उन चीजां विच भिज चुकियां। थैंक यू बुआ जी। एक पदे का पाठ अज होर रहिंदा, बिल्कुल शॉर्ट ही आप जी ने किया, जे समा रहा तो एक पदे का पाठ असी होर कर सकते हैं जी। सुखविंदर वीर जी। हाँ जी वीर जी, आनंद साहिब जी दे विच भी ना अगम अगोचर तेरा अंत ना पाया जिहड़ा लफज पौड़ी आंदी ने, उस तो पहला मन नूं समझाया जाता है कि ए मन प्यारिया तू सदा सच संभाले। उत्थे मन नूं पहला सच नूं संभालण लई प्रेरणा दित्ती जाती है। कहते तू ऐसा काम भूले ना कीचे जितंत पछोताई है, सतगुरु का उपदेश सुन तू होवे तेरे नाले, कह नानक मन प्यारे तू सदा सच संभाले। मन नूं सतगुरु का उपदेश सुनन नूं, उपदेश ते चलण नूं प्रेरणा दित्ती जाती है पहला। जदों मन सच नूं संभाल लैंदा है, सच दे विच मर्ज हो जाता है, सच नूं सुन के मन लैंदा है, गुरु दे मुख तो की निकलदा है। गुरु दे साडा गुरु है गुरबाणी, साडा गुरु है शब्द, साडा गुरु है सतगुर दे बचन। शब्द दा मुख शब्द, बाणी दा मुख बाणी। गुरबाणी दे मुख तो की निकलेगा बाणी, शब्द दे मुख तो की निकलदा है शब्द। सतगुरु दा शब्द जिसनूं कहंदे ने सतगुर का उपदेश सुन तू होवे तेरे नाले। जदों मन सतगुरु दे मुख तो निकलिया होया उपदेश सुनदा है, सुन के मनदा है, मन के वसांदा है, उस टाइम गुरु दे मुख तो की निकलदा है सच। ये सच नूं अपने हिरदे विच मन के वसांदा है, सच स्वरूप हो जाता है। गुरबाणी आखदी है पार ब्रह्म जिन सच कर जाता, नानक सो जन सच समाता। सच सच्चा साहिब परमात्मा नूं ही आख्या गया है, बाणी नूं हुक्म शब्द नूं ही आख्या गया है, लेकिन मन वो मन के उहदे च समा गया है। वो सच्चा साहिब हुण मन दे विच मन दी जगह ते वस रहा, क्योंकि मन दी हुण अस्थि खत्म, मन समुंदर विच समा गया है, समुंदर दा रूप बन गया। हुण सच्चा साहिब जो अंदर वसदा सी, हुण मन उहदे विच मर्ज हो गया, मन दी हस्ती खत्म हुई है, सच्चा साहिब ही है हुण अंदर। इसनूं कहंदे ने कट कट मैं हरजू वसै, पहला ये सी, हुण कहंदे ने पार ब्रह्म प्रभ पाया उतरे सगल विसूरे। हुण सारे अंदर हर जगह ते पार ब्रह्म ही वसदा पिया, उसी नूं सच्चा साहिब आखदे ने। साचा साहिब साच नाए, इसी नूं गहर गंभीर आखदे। ये हाँ ये गुरु जी दे ये परमात्मा दे ही सारे एडजैक्टिव्स ने, लेकिन ये सारे एडजैक्टिव्स जिसते ने मन ने उसनूं अपने अंदर वसा लिया है। हुण ये एडजैक्टिव्स रहणगे भी गुरु जी दे परमात्मा दे ही, लेकिन मन गायब हो गया ना विच। हुण मन जिथे रहिंदा सी, जो साडे विचार मन सन, जो विचारधारा रूपी मन सी साडा, हुण सतगुरु रूपी विचारधारा रूपी मन आ गया। मन तो गायब हो गया, हुण उत्थे अगम अगोचर ही वस रहा है, सच्चा साहिब गैर गंभीरा ही वस रहा है। हुण सानू दस रहे ने, कहंदे हुंदा किस तरह है, कहंदे जो गुरु दे मुख तो आवाज निकलदी है, गुरु जो मुख तो दे शब्द है उसनूं असीं मनना है, मन के वसाणा है। तो फिर कहंदे तुहाडी अवस्था किहड़ी हो जाएगी, कहंदे तुहाडी अवस्था सच्चे साहिब वाली हो जाएगी, तुहाडी अंदरली कुदरत भी सच्ची हो जाएगी। सच्ची तेरी कुदरत सच्चे पातशाह, तुसी सच्चे पातशाह भी बन जाओगे, सच्चा साहिब भी हो जाओगे, तुसी भी गहर गंभीर हो सकते हो, अगम अगोचर हो सकते हो। पर अगम अगोचर गहर गंभीर सच्चे सच रूपी परमात्मा नूं, सच रूपी शब्द नूं अंदर वसाओ, उसी नूं ही कहंदे ने अगम अगोचर सच्चा साहिब। फिर उहदी कीमत नहीं कोई पा सकदा, उहदी कीमत नहीं कोई पा सकदा। हाँ उस दे विच कीमत पाए ना कहा जाए, कहने वाले तेरे रहे समाए। हाँ उसनूं जिहड़ा वड्डा सच्चा साहिब करके हुण मन्नेगा, वो भी उहदे विच समा जाएगा। ये जी जंत की गल चल रही है, जी जंत सब तेरा खेल, वो तैनूं हुण सच्चा साहिब वड्डा आखणगे, कीमत नहीं पा सकते, पर तेरे विच समा जाणगे। हाँ जी धन्यवाद वीर जी। जी भुपिंदर वीर जी। वीर जी है ना, बड़ी प्यारी गल चलती जा रही है उसे मन दी, जिहड़ा गुरु दे मुख तो निकली हुई बात नूं पिछे आप बुझ लैंदा है। 14वें पद दे विच ओ मन ओनू बुझ चुका है,
किस तरह बुझिया उन्हें उसकी मत नूं, उहदे फलसफे नूं, उहदी बाणी नूं मन्निया। देखो एक बनदी अवस्था किस तरह है, ये अवस्था हुणे बुआ जी ने भी एक स्टेटमेंट दी कि 24 आवर्स फिर वो स्टेबल रहता, उन्होंने मानता है ना। कौन? मन। जिन्हें विजडम ली, जिन्हें विजडम नहीं ली वो तो द्वारे द्वार स्वान जो डोलत है। जिन्हें विजडम नहीं ली वो तो कहो कबीर छूछा घट बोले, भरिया सुका गुना डोले। जिदा मन भरिया रजिया है वो तो डोलेगा नहीं। पर रब जी कोई वो डोलते नहीं, वो डोले ना डोले इस गल नूं अपने ते लैके आना कि जे रब अडोल है, कोई दुनिया दे कोई भी मनुख जे तू मनदा है कि रब अडोल है तो फायदा ही तां है कि तू अडोल बन। सो सतबीर जी जिहड़ा असी जपजी साहब विचार शुरू कीती ना, असी शुरू इत्थों कीती है कि एक ओंकार सतनाम करता पुरख निरभव निर्वैर है, जिहड़े रब दे गुण ने ना ये मैं जीने ने। इत्थों ही सारी खेड बड़ी निराली बड़ी वधिया बनती जाती है, अपने आप को इंस्पिरेशन मिलती जाती है। वरना रब निर्वैर है पर मैं वैर पालदा, रब निरभव है मैं डरदा रहिंदा। इस तरीके से रब इमोर्टल है मैं पल पल मरदा रहिंदा, पल पल मरदा है मेरा मन। मन थॉट प्रोसेस करके पल पल जमदा मरदा रहिंदा है। सो मन नूं भी इमोर्टल बनाना है, मन चो भी निरभव अवस्था बनानी है, मन नूं ही निर्वैर बनाना है। मन अपने ते बुरा मिटाना करना है तां ही होएगा ना। उन्हें हुंदा किस तरह है? असीं पढ़दे हां छंत गुर अमृत पिन्नी दियोरी अमृत गुर के राम राजे। लो जी हुण अगे देखो कितनी सोहनी सानू यात्रा करांदे ने। जिन्ना गुरबाणी मन पाईया, जिन्ना दा मन निज घर दी अंतरात्मे दी गुर दी रब दी परमेश्वर दी बाणी दा फलसफा हुक्म नियम रजा नूं पसंद करदा है, अमृत छक छके वो मंदे ख्यालां वाली सोचदा ही नहीं है, वो जमा वाली मत दे नाल पल पल मरदा ही नहीं है। गुर तुठे हर पाया चूके तक तके, ये जेड़े अवगणी धंधे लगदा सी ना वो तके खत्म, द्वारे द्वार स्वान भटक ना भरम ना खत्म, बोते फेर पे खत्म, वो जन्म बिछड़े थे मादो खत्म। माई मेरे मन को सुख, माई मैं तान पायो हर नाम, मन मेरो तावन ते छूट्यो। लो जी रब ते तामदा नहीं है पर मन में तावन ते छूट्यो। वाह मन एक जो हो गया है, महल दे अंदर आ गया है, नानक बद्दा कारता जिथे मिर्त ना जन्म जरा। सो मन मेरो तावन ते छूट्यो कर बैठो विश्राम। लो जी स्टेबल हो गया। स्टेबल हो जाए ना रब्बी सिफतां वाली अवस्था बन जाती है। सदा सलाही ता मन धीरा, स्टेबल हो गया, धीरज ही है। हुण कहंदे ने गुर तुठे पाया चूके तक तके, अखीर ते उनकी कहंदे ने हर जन हर हर होया नानक हर इक्के। कितनी स्वादली खेड समझा रहे ने। ओए मेरे मन ए दुनिया दे धर्म दियां गल्लां करन वालिओ, तुसी आसमान ते बैठे रब दियां गल्लां करदे हो, तुहाडे अंदर रब वसदा है, ओदी हुक्म रजाई चलना सीख लवो तां तुसी ओदे नाल मिक हो जाओगे। तुसी हर जन ऐसा चाहिए जैसा हारी होए हो सकदे हो। कबीर साहब कह रहे ने हर जन ऐसा चाहिए जैसा हारी होए। हर जन हर हर होया, ये हर जन कौन है? मन। हर हर होया नानक हरि के। हुण एक किवें होया? उन्हें ओदी गल नूं मान लिया। पिछले पदे च गुरु दे मुख तो निकली बात उन्हें बुझ लिया सी, बुझ लिया ते मन लिया। को कबीर जब जानिया तो मन मानिया। मन गया गुरु दे मुख तो निकली बात नूं मान लिया, उन्हें मान लिया मानो वसा लिया। सुनिया मनिया मन कीता भाओ वसा लिया। हुण ओ कह रहे ने वो सच्चा है, वो साहिब है, वो गहर गंभीर है, वो डूंगे दी डूंगी मत स्टेबल अवस्था वाली मत लभ लैंदा है, उन्होंने प्राप्त कर लैंदा, आप गहर गंभीर हो जाता है। जदों वो शब्द आया सी ना गंगा की लहर, जसमीत जी उस दिन व्याख्या कर रहे सी, गंग गुसायन गहर गंभीर, ओदे च गहराई डूंगाई भी समझ आती है और गंभीरता स्टेबिलिटी भी आती है। मन की चंचलता खत्म हो जाती है, डके डोले नहीं खांदा, सच्चा साहिब गैर गंभीरा बन जाता है मन।
ਸਦਾ ਸਲਾਈ ਤਾਂ ਮਨ ਧੀਰਾ, ਉਹ ਧੀਰਜ ਹੀ ਆ ਚੁੱਕਾ ਹੈ ਸਦਾ ਸਲਾਈ ਦੀ, ਉਹਦੀ ਅਵਸਥਾ ਬਣ ਜਾਂਦੀ ਹੈ। ਅਗੰਮ ਗੋਚਰ ਕੀਮਤ ਨਹੀਂ ਪਾਈ, ਜਿਸ ਬਾਹਰਲੇ ਰੱਬ ਦੀ ਕੀਮਤ ਨਹੀਂ ਪਾਈ ਜਾਂਦੀ ਸੀ, ਇਸ ਤਰ੍ਹਾਂ ਹੀ ਮਨ ਵੀ ਜਦੋਂ ਸੱਚੇ ਦੇ ਖਜ਼ਾਨੇ ਅੰਦਰ ਰਲ ਕੇ ਇੱਕਮਿਕ ਹੋ ਜਾਂਦਾ ਹੈ, ਇਹ ਇੰਦਰੀ ਗਿਆਨ ਇੰਦਰੀ ਵੀ ਉਹਦੀ ਕੀਮਤ ਪਾ ਨਹੀਂ ਸਕਦੇ ਨੇ, ਪਰ ਉਹ ਮੰਨ ਚੁੱਕਾ ਹੋਇਆ, ਉਹਨੇ ਸਾਰਿਆਂ ਨੂੰ ਨਾਲ ਰਲਾ ਲਿਆ। ਜਦੋਂ ਅਸੀਂ ਇਹਨੂੰ ਅੱਜ ਪੜਾਂਗੇ ਨਾ, ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿ ਨਾ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ। ਮਨ ਆਪਣੇ ਅੰਦਰ ਦੀ ਇਸ ਸ੍ਰਿਸ਼ਟੀ ਨੂੰ ਸਾਧ ਰਿਹਾ, ਉਹਨਾਂ ਨੂੰ ਨਿਯਮਾਂ 'ਚ ਲਿਆ ਰਿਹਾ, ਦੂਈ ਕੁਦਰਤ ਸਾਜੀ ਹੈ ਕਰ ਰਿਹਾ, ਉਹਨਾਂ ਨੂੰ ਬਲ ਦੇ ਰਿਹਾ ਕਿ ਤੁਸੀਂ ਵੀ ਜੰਮਾਂ ਵੱਲੋਂ ਮਰਨਾ ਨਹੀਂ ਹੈ। ਓਏ ਮੇਰੇ ਹਿਰਨ, ਤੂੰ ਹੁਣ ਕਰੂਅਲ ਸ਼ੇਰ ਕੋਲੋਂ ਮਰਨਾ ਨਹੀਂ ਹੈ, ਤੂੰ ਹੁਣ ਮਿਰਾਜ ਵਿੱਚ ਫਸਣਾ ਨਹੀਂ ਹੈ, ਤੂੰ ਹੁਣ ਭਰਮ ਵਿੱਚ ਭਟਕਣਾ ਨਹੀਂ ਹੈ। ਇਸ ਤਰ੍ਹਾਂ ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖੋ ਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ, ਜਿਨੀ ਜਗਤ ਪਾਇਆ। ਬਾਹਰਲੀ ਸ੍ਰਿਸ਼ਟੀ ਦਾ ਰੱਬ ਜੀ ਨੇ ਬਣਾਈ ਹੈ, ਪਰ ਮਨ ਉਹ ਅੰਦਰ ਦੇਖਦਾ ਕਿਸ ਤਰ੍ਹਾਂ ਹੈ? ਸਤਬੀਰ ਜੀ, ਅੰਦਰ ਦੇਖਣ ਵਾਸਤੇ ਨਾ ਬਾਣੀ ਸਾਨੂੰ ਅੰਦਰ ਦੇ ਰੱਬ ਵੱਲ ਧਿਆਨ ਬਾਰ-ਬਾਰ ਦਿਖਾ ਸਮਝਾਉਂਦੀ ਹੈ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ। ਲੋ ਜੀ, ਹੁਣ ਤੱਕ ਤੇ ਅਸੀਂ ਬਾਹਰਲੇ ਰੱਬ ਜੀ ਦੀ ਗੱਲਾਂ ਕਰ ਰਹੇ ਸੀ, ਹੁਣ ਗੁਰੂ ਸਾਹਿਬ ਸਾਰੀ ਦੁਨੀਆ ਨੂੰ ਇਹ ਨਵਾਂ ਸਿਸਟਮ ਸਮਝਾ ਰਹੇ ਨੇ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ, ਤਾਕਾ ਅੰਤ ਨਾ ਪਾਇਆ, ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਪਰ ਜਦੋਂ ਮਨ ਲੈ ਲੈਂਦਾ ਹੈ ਤਾਂ ਉਹ ਵੀ ਇਹਨਾਂ ਗੁਣਾਂ ਨੂੰ ਲੈ ਲੈਂਦਾ, ਉਹਦੇ ਨਾਲ ਇੱਕ ਮਿਕ ਹੋ ਗਿਆ, ਉਹਦੇ ਵੀ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਉਹਨੇ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਨੂੰ ਮੰਨ ਕੇ ਵਸਾ ਲਿਆ ਔਰ ਸਾਰੇ ਸ੍ਰਿਸ਼ਟੀ ਨੂੰ ਉਸ ਤਰ੍ਹਾਂ ਚਲਾ ਲਿਆ। ਆਮ ਸੌਰੀ, ਮੈਂ 2-5 ਮਿੰਟ ਵਾਧੂ ਲੈ ਗਿਆ ਹੋਵਾਂਗਾ, ਸਤਬੀਰ ਜੀ ਮੈਨੂੰ ਖਿਮਾ ਕਰ। ਬਹੁਤ ਅੱਛੀ ਤਰ੍ਹਾਂ ਸਮਝਾਣਾ ਕੀਤਾ ਵੀਰ ਜੀ, ਅੰਦਰ ਦੀ ਸ੍ਰਿਸ਼ਟੀ ਨੂੰ ਆਪ ਜੀ ਨੇ, ਧੰਨਵਾਦ ਆਪ ਜੀ ਦਾ। ਇੱਕ ਪਦੇ ਸਮਾਂ ਹੋ ਗਿਆ, ਵੈਸੇ ਇੱਕ ਪਦੇ ਦਾ ਪਾਠ ਰਹਿ ਗਿਆ, ਇਜਾਜ਼ਤ ਹੋਏ ਤੇ ਇੱਕ पदे का पाठ और कर लिया ਵੀਰ ਜੀ, प्लीज कंप्लीट हो जाएगा पूरा पदा जी। आप निरालम और तंदे लोई, गुर प्रसादी बूझे कोई, नानक नाम वसै घट अंतर, गुरमती मेल मिलाएंदा। आप निरालम, वो परमात्मा निरालम है। निरालम तो पावे निर्लेप, माया दे मोह विच नहीं फसदा। होर धंधे लोई, लोई तो पाओ लुकाई, होर धंधियां विच उलझी हुई है अपने कर्मां दी वजह करके। अपने जेड़े कीते हुए कर्म ਹਨ ਉਹ ਵੀ परमात्मा दे हुक्म दे अंदर जे चंगे कर्म करदे हैं ते परमात्मा दे नेड़े हो जांदे हैं, जे भैड़े कर्म करदे हैं ते होर दूर हो जांदे हैं। कर्मी आपो अपनी के नेड़े के दूर, गुर प्रसादी बूझे कोई। पर ਇਹ ਜਿਹੜਾ ਭੇਦ ਹੈ कि मैं परमात्मा दे निकट क्यों नहीं वस पा रहा, क्यों नहीं मेरे अंदर आनंद बन पा रहा, कहंदे गुर प्रसादी बूझे कोई। गुरु दे शब्द नाल सांझ बनाया कोई विरला ही इस गल नूं बुझ पांदा है, ते वो विरला हर कोई हो भी सकता है लेकिन हर कोई हो नहीं पा रहा, यह भी गल सच्चाई है। गुर प्रसादी बूझे कोई, नानक नाम वसै घट अंतर। है नानक, नाम ते घट दे अंदर वस ही रहा, गुरमती मेल मिलाएंदा। पर गुरु दी मत लित्तियां मेल मिल होंदा है उस दे नाल, सच दे नाल मिलाप गुरु दी मत नूं लिया। गुरमती इत्थे अकर गुरमती आया है, मत नूं लित्ता है, लित्तियां गुरमती मेल मिलाएंदा। देखो बाणी पढ़ना मेल मिलना नहीं है, मैं बिनती करा बाणी नूं समझ लेना भी मेल मिलना नहीं। हाँ, पिछले पदे विच भी बिनती कीती सी, जदों तक मन पतीज ना जाए तद तक मिलाप नहीं है। मैमरी विच ते गल आ जाती है पर कर्मां विच नहीं आउंदी। जदों मन पतीज जाए, मन जाए गुरु दी मत दे नाल, तां मेल हुंदा है। ते गुरु साहब कह रहे हैं गुरमती मेल मिलांदा। जी अरविंदर जी, ਇੱਥੇ ਧੰਦਾ ਵਰਡ ਨੂੰ ਜਸਟ ਭੁਪਿੰਦਰ ਜੀ ਨੇ ਬਹੁਤ ਵਧੀਆ ਲਾਈਨ ਦੇ ਨਾਲ ਉਹਨਾਂ ਨੇ ਵੀ ਧੰਦਾ ਹੈ ਕੀ ਕਹਿੰਦਾ, ਏਕਸ ਬਿਨ ਸਭ ਧੰਦ ਹੈ। ਜਿਸ ਕਰਮ ਵਿੱਚ ਉਹ ਇੱਕ ਪਰਮਾਤਮਾ ਦੇ ਸਿਧਾਂਤ ਨਾ ਹੋਣ, ਧੰਦਾ ਦੇ ਅਸੀਂ ਜਿਹੜੇ ਕਾਰੋਬਾਰ ਕਹਿੰਦੇ ਹਾਂ, ਅਸੀਂ ਗੁਰੂ ਤੇ ਨਹੀਂ ਕਹਿੰਦਾ ਵੇਸਲੇ ਹੋ ਜਾਓ, ਕੋਈ ਨਹੀਂ, ਸਾਡੇ ਚੋਂ ਕੋਈ ਨਹੀਂ ਕਹਿੰਦਾ ਵੀ ਗੁਰਮਤ ਕਹਿੰਦੀ ਹੈ ਕਿ ਜਿਹੜਾ ਕਾਰੋਬਾਰ ਕਰਨਾ ਛੱਡ ਦਿਓ। ਲੇਕਿਨ ਜਿਹਦੇ ਵਿੱਚ ਉਹ
सिर्फ रब दे सिद्धांत ना होन, कहंदे एकस बिन सब तंद है, या हर के नाम बिना जग धंधा। जिस क्रिया दे विच संचे तरफ दे दुख लोग आ जाएगा ना, उदम करेंदिया जियो तू कमाउंदिया सुख पुंच नू गुरु नू कोई इतराज नहीं। मेहनत कर 2 पैसा कमा, उदम करेंदिया जियो तू कमाउंदिया सुख पुंच। लेकिन कहते संचे दरब देह दुख लोग लैंदा बद दुआएं तू माया करे इकत। ए गुरु नू प्रवान नहीं है, ए साडे वास्ते धंधा। गुरु कहते भी आप निरालम रब जिहड़ा है ना वो सारे तो निर्लेप है। इन्हें साडे वास्ते जिहड़ा दुनिया के झमेले जंजाल जिहड़े ना भी कर विआह इतना कुछ इतना आडंबर रचना पेगा, सारा कुछ करना पेगा। कहते रब माया दे किसी के प्रभाव के अंदर नहीं आंदा। बाकी सारे संसार नूं उहने इहदे विचों खेड़ ही सारी ऐसी कि इहदे विच रहिंदियां होइयां जैसे जल में कमल निरालम मुरगाई निशाने सुरत शब्द पौ सागर तरीए। ए तो इहदे विच तेरा प्रभाव हमेशा टिकिया रहेगा। तू अपनी सुरत नूं गुरु दे शब्द विच जोड़ के कारोबार ते करना है, लेकिन ए कारोबार तेरा उत्ते धंधा ना बन के रह जाए जिदे तू फसिया रहे, जिदे तू बाहर निकल ना सके। ते आप निरालम होर बाकी लोई बहुत सारी दुनिया जिहड़ी है ना वो है धंधे। जब तक वो तेरे नाल नहीं जुड़ेगी, तेरे सिद्धांतां दे नाल जुड़ जाएगी, फिर वो मानो तेरा स्वरूप हो जाएगी। फिर वो जीवने जी जो काम करेगी ना ਉਹਦੇ ਅੰਦਰ नाम ਜਿਹੜਾ ਉਹ ਆਏਗਾ। ਇਹਨੇ ਗੁਰ ਪ੍ਰਸਾਦੀ ਬੂਝੇ ਕੋਈ, गुरु दी कृपा सदका। ए नाम हुक्म की ने, नाम की ने, गुरु बिन किने समझाइए, गुरु तो बिना कोई समझा नहीं सकता। गुरु दी कृपा सदका सानू समझ आ जाएगा कि भाई है दुनिया, रहना तो दुनिया विच ही, छड़ के नहीं जाना। जैसे जल में कमल निरालम, जिस तरह जिहड़ा कमल है वो चिक्कड़ विच भी ही रहिंदा है, लेकिन ਉਹਦੇ ਜਿਹੜੇ ਪੰਖੜੀਆਂ ਜਿਹੜੀਆਂ ਨੇ ਨਾ ਉਹਨਾਂ ਦੇ ਉੱਤੇ ਉਹ ਪਾਣੀ ਦਾ ਥੋੜਾ ਕੋਈ ਡ੍ਰੌਪ ਵੀ ਪੈ ਜਾਏ ਨਾ, ਜਿਵੇਂ ਮਰਕਰੀ ਹੱਥੋਂ ਕਿਵੇਂ ਤੁਰਕ ਜਾਂਦੀ ਹੈ ਹੇਠਾਂ, ਉਸੇ ਤਰੀਕੇ ਦੇ ਨਾਲ ਜਿਹੜੇ ਹੁਕਮਾਂ, ਕਿਉਂਕਿ ਜਦ ਤੱਕ ਹੁਕਮ ਨਹੀਂ ਬੁਝਾਂਗੇ ਸਾਡਾ ਜੀਵਨ ਦੁਖੀ ਰਹੇਗਾ। ਤੇ ਹੁਕਮਾਂ ਦੀ ਸੋਝ ਹੀ ਸਾਨੂੰ ਗੁਰੂ ਨੇ ਦੇਣੀ ਹੈ। ਤੇ ਗੁਰੂ ਪ੍ਰਸਾਦੀ ਬੂਝੇ ਕੋਈ, ਕਹਿੰਦਾ ਨਾਨਕ ਨਾਮ ਵਸੈ ਘਾਟੇ ਅੰਤਰ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਹੁਣ ਜੇ ਨਾਮ ਵਸ ਗਿਆ, ਫਿਰ ਕਹਿੰਦੇ ਗੁਰਮਤੀ ਮੇਲ ਮਿਲਾਇਆ ਦਾ। ਫਿਰ ਗੁਰੂ ਦੀ ਮੱਤ ਦਾ ਸਦਕਾ ਉਹ ਹੋਰ ਪਰਮਾਤਮਾ ਮਨੋ ਇੱਕ ਸਰੂਪ ਹੈ। तो ਅਸੀਂ ਜਦ ਤੱਕ ਹਾਂ ਇੱਥੇ, ਜਦ ਤੱਕ ਸਰੀਰ ਤੌਰ ਤੇ ਹਾਂ ਹੀ ਹਾਂ, ਲੇਕਿਨ ਹਰ ਕੰਮ ਜਿਹੜਾ ਹੈ ਨਾ ਸਾਡਾ, ਉਹ ਸਾਡੇ ਕੰਮ ਵਿੱਚੋਂ ਜੋ ਰੱਬ ਦਾ ਗਿਆਨ ਹੈ ਨਾ ਉਹ ਸਾਡੇ ਹਰ ਕੰਮ ਵਿੱਚੋਂ ਜਿਹੜਾ ਹੈ ਨਾ ਉਹ ਝਲਕੇਗਾ। ਹਾਂਜੀ बहुत बढ़िया आप जी ने जी और समझाना किया, धन्यवाद आप जी का। जी भूआ जी। हाँ जी, अखीली तो कह नानक नाम वसै घट अंतर गुरमति मेल मिलाए दा। ये उस अवस्था की गल कर रहे हैं जदों मन पूरी तरह उसके अंदर वस गया, उसका नाम, उसके गुण उसके अंदर इंट्यून्ड हो चुका है। यही उसका मिलाप है, यही उसका मिलाप है जदों मन पूरी तरह ट्यून्ड हो गया उसके गुणा दे, उसके सिक्ख्या दे, उसके शब्द दे, उसके विचारां दे नाल। यही उसकी कृपा है। गुरप्रसादी बूझे कोई, यही उसकी कृपा है। दिस इज द ग्रेस। और फिर अगर ऊपर चले जाओ, फिर अगर यह ग्रेस हो गया, फिर वो खाली उसका मन जो उस एक दे नाल ही जुड़िया रहे, होर सारे धंधियां तो दूर हट गया। He is away from the vices and totally in the virtues। हाँ जी जी धन्यवाद बुआ जी, आप जी का बहुत अच्छी तरह आप जी ने समझाना किया। जी भूपिंदर भी जी। जी जेड़ा मन पिछे गुरु दी मत लैके उन्हें बुझिया, फिर गुरु दी मत लैके मन लिया, वो गुरमुख लफज इत्थे हुण गुरमती बन गया। उत्ते गुरु दे मुख तो निकली बात, इत्थे गुरु दी मत बन गया। गुरु दी मत नाल वो अपना मेल भाव आप ट्यून्ड हो गया और उन्हें उसनू पिछले पदे च वसाया सी, इत्थे वो मिल के उहदे नाल जुड़ गया ते बाकी सारी अपनी सिस्टम उहदे नाल जुड़दा है। आप निरालम वही वाला मन, जिवें रब निरालम है ना, रब निर्लेप है, कहते ने रब निरालम है, रब निर्लेप है। फिर असी ये शब्द भी पढ़ते हैं, जैसे जल में कमल निरालम मुर्गा ही निशान है। तो हुणे असी रब जी नूं ते समझा नहीं रहे, देखो जैसे जल में कमल होता है ना, और जैसे मुर्गा भी पानी में भीगती नहीं है ना, ऐसे भगवान जी तुम निरालम मैनू ही समझा रहे हैं ना। अल्टीमेटली तो फिर मनु ही समझना पेगा कि मैं सतगुर दी मत लैके रह एकांत एक को मन वसिया, आशा माए निराश हो जब मैं हो जाऊंगा, मैं भी जल में निरालम वाली अवस्था प्राप्त कर सकूंगा।
मैं भी हसंदिया खिलंदिया पहनंदिया खावंदिया विच मुक्त की अवस्था प्राप्त कर सकांगा। मनु ही सिखाया गया आत्मा कर काम सब चीत निरंजन नाल। ਇਹਦਾ मतलब मेरा मन निरालम बनता है। मेरा मन पिछों है गुरु साहब इस मन की वही उच्ची अवस्था ये समझा रहे ने और कह रहे ने आप निरालम हो जाता है मन सतगुरु की मत लैके। जेड़ा पहला डुब जाता सी डुबदा डुब डुब मरीए करता सी जिहदे कोल डुबदा सी उहनूं कहंदे भवजल बिन शब्द है क्यों तरियो भवजल ही डुब जाता सी। नाम बिना जग रोग व्याप्या डुबदा डुब डुब मरीए हुण वो डुबदा मरदा नहीं हुण निरालम हो गया। होर धंधा लोई लोई हुंदा अपनी सारी अंदर दी सारी लुकाई सृष्टि नूं भी सच दे धंधे ला लैंदा है। पिछले पदे विच असीं समझ चुके होए हां कि उन्हें अपनी सारी सृष्टि नूं आपे सिर धंधा लाए करदा है। इत्थे ओदी ही गल कीती है सारी सृष्टि नूं रोम रोम नूं एक एक अंग नूं अपने अंदर दी सारी बनस्पति देख फूल फूल फूले किस तरीके दे नाल अंदर मन खिड़िया हरिया बाग बनया। सारी लोई नूं ने बड़े चंगे ढंग दे नाल धंधे ला दिता। किहड़े धंधे विजडम दे मेरे मन एकस सो चित लाए वाले धंधे लाए। एकस बिन सब धंध ओ झूठा धंध उस तो हटा के सच दे धंधे ला दिता। ये होर जिहड़ा लफज है ना ये साडे शरीर तो बाहर होर लोकां दे बारे नहीं है। जदों असीं जपजी साहब पढ़ रही सी जिनी नाम ध्याया गए मशक्कत काल नानक ते मुख उजले केती छुट्टी नाल आया केती छुट्टी नाल। इस तो बाद एक जगह होर भी देखने मिलिया उत्थे लिखिया सी जिनी नाम ध्याया गए मशक्कत काल नानक ते मुख उजले होर केती छुट्टी नाल। होर दा मतलब है मेरे अंदर दे इंद्रिय ज्ञान इंद्रिय बेअंत मेरे रोम रोम जेड़ा अंत नहीं है अंदर दी सृष्टि दा सारियां नूं धंधे ला दिता है। सारियां नूं विजडम ट्यून्ड कर दिता है। गुर प्रसादी बूझे कोई जेड़ा विरला बन गया है उन्हें गुरु दी प्रसाद कृपा बख्शिश मेर नजर ग्रेस दी मत ले ली है। वो विरला बन गया उन्हें बुझ चुका है। नानक नाम वसै घट अंतर ओ घट अंतर नाम बसदा सी नोनी अमृत प्रभ का नाम देई मैं इसका विश्राम वो थे मर्द हो चुका होया वो थे मर्द हो के गुरमती मेल मिलाइंदा आप भी जुड़ गया और सारियां नूं भी विजडम नाल जोड़न योग हो गया। सारे सेट दे अंदर गुरु साहब उत्तों थल्ले तक अवगुणी सोच वाली उथापना दे बारे समझाई जाते ने और जिन्हों थापना है वो बारे समझाई जाते ने। थापना करते जाइए अवगुणा की उथापना करते जाइए नवी सृष्टि बन जाती है। सारी सृष्टि सारे अंदर दे जी जंत जो बोलत है बन मीन पंखेरू सो हर दिन जापत है नहीं होर। सारे मेरे अंदर दे मीन पंखेरू भी रब दे नियमां च आ जांदे ने। सारे विजडम ट्यून्ड हो जाते ने सारे स्पिरिचुअल हो जाते ने अंदर दे जी जंत क्योंकि मन नहीं वसाए सी मन ने वसाए सी सतगुर दी मत लैके अपने आप नूं साजिया कीता फिर आप ही ने आप साजियो आप ही ने रचनाओ फिर उसने अंदर दी सृष्टि दुई कुदरत साजी अंदर दी सृष्टि साज के उन्होंने बल दिता कि जमा दे नाल फाइट किवें करीदा है उथापना करके सारी सृष्टि वधिया बना ली इटरनल बना ली। हाँ जी जी धन्यवाद वीर जी अंदर दी सृष्टि दा बड़ी खूबसूरती नाल विचार देंदे हो जी। सुखविंदर वीर जी। हाँ जी वीर जी। सुखविंदर वीर जी थोड़ा जिहा इस ते भी चानना पा देना क्योंकि आखिरी विच आया गुरमती ते मतलब कि कोई गुरु वाली मत भी होंदी है ते मनमत भी होंदी है उस ते भी थोड़ा जिहा चानना पा देना वीर जी। जोड़ा लफज ऊपर देखो सतगुरु जी आप ही खोलते ने अलग अलग लफज यूज करते हैं। ऊपर गुरमुख लफज यूज किया खखे नूं सियारी है ओदा मतलब हुंदा है गुरु दे मुख तो निकली होए शब्द बाणी नाम जिसनूं उसी नूं देखो आप ही सतगुरु जी अलग अलग लफज यूज करके सानू दृढ़ करवाते हैं कि ये सारे लफ्जां दा भाव की है। जे ऊपर गुरमुख नूं मन्निया ते थल्ले कहंदे ने तेरे अंदर वसेगा की फिर नाम वसिया। गुरु दे मुख तो की निकलदा हुंदा है गुरु दे मुख तो गुरु अपनी मत दिंदा है सानू गुरु अपनी सिक्ख्यावां दिंदा है उसे नूं गुरबाणी विच नाम आख्या जाता है उसे नूं हुकम शब्द गुरबाणी आख्या जाता है। और गुरमति नाल पहला मिलदा कौन है जिहड़ा आप कहा जा रहा है। मन नूं पहला गुरु की मत पसंद आती है
ਜਦੋਂ ਪਹਿਲਾਂ ਮਨ ਆ ਕੇ ਅਰਦਾਸ ਕਰਦਾ ਨਾ, ਮੇਲ ਲੈਹੋ ਦਿਆਲ ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭਰਮਤ ਬੋਹਾਰਿਆ, ਇਹ ਪਹਿਲਾਂ ਇਹਨੇ ਅਰਦਾਸ ਕੀਤੀ ਸੀ ਜਦੋਂ ਆ ਕੇ ਸਤਿਗੁਰੂ ਦੇ ਸ਼ਰਨ ਵੀ ਇਹ ਦਿਆਲ ਪ੍ਰਭੂ ਜੀ ਮੈਨੂੰ ਮੇਲ ਲਿਓ ਆਪਣੇ ਨਾਲ, ਮੈਂ ਤੇਰੇ ਦਰ ਤੇ ਆ ਕੇ ਢਹਿ ਪਿਆ, ਮੈਂ ਸਰੈਂਡਰ ਕਰ ਰਿਹਾ ਤੇਰੇ ਅੱਗੇ। ਰੱਖ ਲੇਵੋ ਦੀਨ ਦਿਆਲ ਭਰਮਤ ਬੋਹਾਰਿਆ, ਮੈਂ ਭਰਮ ਕੇ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ, ਮੈਂ ਬਹੁਤ ਭਰਮਾਂ ਤੋਂ ਬੜੀ ਦੂਰੋਂ ਆਇਆ, ਦੂਰੋਂ ਚੱਲ ਕੇ ਮੈਂ ਆਪਣੇ ਭਰਮਾਂ ਦੇ ਵਿੱਚ ਬਹੁਤ ਖੁਆਰ ਹੋ ਚੁੱਕਾ, ਹੁਣ ਮੈਨੂੰ ਰੱਖ ਲੇਵੋ। ਇਹ ਉਹ ਮਨ ਦੀ, ਹੁਣ ਉਸ ਜਿਹੜਾ ਮਨ ਕਹਿ ਰਿਹਾ ਸੀ ਨਾ ਮੈਨੂੰ ਮੇਲ ਲੈਹੋ, ਉਸੇ ਨੇ ਹੀ ਜਿਹਨੇ ਅਰਦਾਸ ਕੀਤੀ ਸੀ ਉਸ ਨੂੰ ਗੁਰੂ ਦੀ ਮੱਤ ਪਸੰਦ ਆਈ ਸੀ, ਇਸ ਲਈ ਕਹਿ ਰਿਹਾ ਸੀ ਵੀ ਸਤਿਗੁਰੂ ਜੀ ਮੈਨੂੰ ਆਪਣੀ ਮੱਤ ਦੇ ਨਾਲ ਮੇਲ ਲੈਹੋ। ਉਹ ਹੁਣ ਇੱਥੇ ਉਸੇ ਨੂੰ ਕਹਿ ਰਹੇ ਨੇ ਗੁਰਮਤੀ ਮੇਲ ਕੇ, ਉਹ ਪਹਿਲਾਂ ਆਪ ਮਿਲਦਾ ਹੈ ਫਿਰ ਆਪ ਮਿਲ ਕੇ ਮਿਲਾਉਂਦਾ ਹੈ ਦੂਜਿਆਂ ਨੂੰ। ਦੂਸਰਿਆਂ ਨੂੰ ਮਿਲਾਉਣ ਤੋਂ ਪਹਿਲਾਂ ਸਾਨੂੰ ਆਪ ਮਿਲਣਾ ਪੈਂਦਾ ਹੈ। ਦੂਸਰਿਆਂ ਨੂੰ ਜਪਾਉਣ ਤੋਂ ਪਹਿਲਾਂ ਸਤਿਗੁਰੂ ਜੀ ਕਹਿੰਦੇ ਨੇ ਤੂੰ ਆਪ ਜਪੋ ਤਾਂ ਅਵਰਾ ਨਾਮ ਜਪਾਓ। ਆਪ ਸਾਨੂੰ ਸਤਿਗੁਰੂ ਰੱਬ ਜੀ ਨੇ ਆਪਣੇ ਆਪ ਨੂੰ ਨਹੀਂ ਜਪਣਾ ਹੁੰਦਾ, ਨਾ ਰੱਬ ਜੀ ਨੇ ਕਿਸੇ ਦਾ ਨਾਮ ਜਪਣਾ ਹੁੰਦਾ ਹੈ। ਰੱਬ ਜੀ ਦੇ ਉੱਪਰ ਕੁਝ ਹੈ ਹੀ ਨਹੀਂ, ਰੱਬ ਜੀ ਆਪ ਹੀ ਨਾਮ ਸਰੂਪ ਨੇ, ਉਹਨਾਂ ਨੇ ਆਪ ਨਹੀਂ ਜਪਣਾ। ਸਾਨੂੰ ਕਹਿੰਦੇ ਨੇ ਆਪ ਜਪੋ ਫਿਰ ਅਵਰਾ ਨਾਮ ਜਪਾਓ। ਜਿਹੜਾ ਉਰੇ ਗੱਲ ਕਰ ਰਹੇ ਗੁਰਮਤੀ ਮੇਲ, ਮਨ ਆਪ ਜਪ ਕੇ ਗੁਰੂ ਦੀ ਮੱਤ ਨੂੰ ਜਪ ਕੇ ਗੁਰੂ ਦੀ ਸਿੱਖਿਆਵਾਂ ਨੂੰ ਜਪ ਕੇ ਮੰਨ ਕੇ ਉਹਦੇ ਨਾਲ ਮਿਲਦਾ ਹੈ, ਫਿਰ ਮਿਲਾਉਂਦਾ ਤਾਂ ਫਿਰ ਅਵਰਾ ਨੂੰ ਨਾਮ ਜਪਾਉਂਦਾ ਹੈ। ਆਪ ਜਪਣ ਦੇ ਨਾਲ ਆਪ ਮਿਲਣ ਦਾ ਭਾਵ ਹੈ ਨਾਮ ਵਸੈ ਘਟ ਅੰਤ ਹੈ। ਦੇਖੋ ਨਾਮ ਨਾ ਇਸੇ ਨੂੰ ਕਹਿ ਰਹੇ ਨੇ ਗੁਰਮੁਖ, ਨਾਮ ਨੂੰ ਹੀ ਗੁਰਬਾਣੀ ਕਹਿੰਦੀ ਹੈ ਪਰਮਾਤਮਾ ਪਾਰ ਬ੍ਰਹਮ। ਹਰ ਨਾਮ ਹਮਾਰਾ ਪ੍ਰਭ ਅਗਮ ਅਗੋਚਰ ਅਬਨਾਸ਼ੀ ਪੁਰਖ ਵਿਦਾਤਾ, ਨਾਮ ਨੂੰ ਹੀ ਪ੍ਰਭ ਆਖਦੇ ਨੇ। ਉਹ ਨਾਮ ਕਹਿੰਦੇ ਨੇ, ਜੇ ਇੱਕ ਪਾਸੇ ਕਹਿੰਦੇ ਨੇ ਨਾਮ ਪ੍ਰਭੂ ਹੈ, ਨਾਮ ਪ੍ਰਮਾਤਮਾ ਹੈ, ਫਿਰ ਕਹਿੰਦੇ ਨੇ ਇਹ ਨਾਮ ਵਸ ਵੀ ਸਕਦਾ ਹੈ ਪ੍ਰਮਾਤਮਾ ਅੰਦਰ। ਸਾਡੇ ਘਟ ਦੇ ਅੰਦਰ ਪ੍ਰਮਾਤਮਾ ਦਾ ਨਾਮ ਪਾ ਪ੍ਰਮਾਤਮਾ ਵਸ ਵੀ ਸਕਦਾ ਹੈ। ਅਸੀਂ ਅਜੇ ਤੱਕ ਤਾਂ ਪ੍ਰਮਾਤਮਾ ਨੂੰ ਅੰਦਰ ਵਸਿਆ ਹੀ ਨਹੀਂ ਸਮਝ ਰਹੇ, ਤੇ ਉਹ ਸਾਡੇ ਅੰਦਰ ਹਿਰਦੇ 'ਚ ਕਿਵੇਂ ਵਸੇਗਾ। ਸਾਨੂੰ ਦੇਖੋ ਇੱਕ ਸ਼ਬਦ ਆਉਂਦਾ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ, ਉਹਦੇ ਵਿੱਚ ਇਹ ਵੀ ਅੱਗੇ ਜਾ ਕੇ ਕਹਿੰਦੇ ਨੇ ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਕਹਿੰਦੇ ਕਿਉਂ? ਕਹਿੰਦੇ ਹਿਰਦੇ ਵਸਿਆ ਪਾਰ ਬ੍ਰਹਮ। ਪਾਰ ਬ੍ਰਹਮ ਪਰਮੇਸ਼ਰ ਹਿਰਦੇ ਵਿੱਚ ਵਸ ਸਕਦਾ ਹੈ, ਵਸਦਾ ਹੀ ਹੈ ਜਿਹੜਾ ਉਹਦੀ ਮੱਤ ਨੂੰ ਪਸੰਦ ਕਰਕੇ ਉਹਦੀ ਮੱਤ ਵਿੱਚ ਮੰਨ ਕੇ ਉਹਦੀ ਮੱਤ ਨੂੰ ਬੁੱਝ ਕੇ ਉਹਦੀ ਮੱਤ ਦੇ ਵਿੱਚ ਮਰਜ ਹੋ ਜਾਂਦਾ। ਇਸੇ ਨੂੰ ਕਹਿੰਦੇ ਨੇ ਹਿਰਦੇ ਵਸਿਆ ਪਾਰ ਬ੍ਰਹਮ। ਇਸੇ ਨੂੰ ਇੱਥੇ ਕਹਿੰਦੇ ਨੇ ਨਾਮ ਵਸਿਆ ਘਟ ਅੰਤ। ਇੱਕ ਹੋਰ ਸ਼ਬਦ ਵਿੱਚ ਵੀ ਆਉਂਦਾ ਹੈ, ਜਿਹੜਾ ਸ਼ਬਦ ਹੈ ਦੁੱਖ ਭੰਜਨ ਤੇਰਾ ਨਾਮ ਜੀ। ਦੁੱਖ ਭੰਜਨ ਤੇਰਾ, ਉੱਥੇ ਅੱਗੇ ਜਾ ਕਹਿੰਦੇ ਨੇ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ। ਉੱਥੇ ਕਹਿੰਦੇ ਨੇ ਜਿਤ ਘਟ ਵਸੈ ਪਾਰ ਬ੍ਰਹਮ, ਇੱਥੇ ਆਖਦੇ ਨੇ ਨਾਨਕ ਨਾਮ ਵਸੈ ਘਟ ਅੰਤ। ਨਾਮ ਨੂੰ ਹੀ ਪਾਰ ਬ੍ਰਹਮ ਆਖਿਆ ਜਾ ਰਿਹਾ ਹੈ, ਨਾਮ ਨੂੰ ਹੀ ਪਰਮੇਸ਼ਰ ਆਖਿਆ ਜਾ ਰਿਹਾ, ਔਰ ਕਹਿੰਦੇ ਨੇ ਇਹ ਭਗਤਾਂ ਦੇ ਹਿਰਦੇ ਵਿੱਚ ਵਸਦਾ ਹੈ। ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ, ਉਸੇ ਨੂੰ ਸੋਹਣਾ ਥਾਉ ਕਹਿੰਦੇ ਨੇ ਅੰਦਰ ਵਾਲੇ ਨੂੰ। ਅੰਦਰ ਇਸੇ ਨੂੰ ਕਹਿੰਦੇ ਨੇ ਤੇਰੇ ਅੰਦਰ ਸੱਚਖੰਡ ਵਾਲਾ ਬਣ ਗਿਆ ਤੂੰ। ਅੰਦਰ ਰਾਜਾ ਤਖਤ ਹੈ ਬੈ ਸੱਚਾ ਕਰੇ ਨਿਆਓ। ਤੂੰ ਅੰਦਰ ਵਾਲੇ ਤਖਤ ਅੰਦਰਲੇ ਸੱਚ ਦੇ ਥਾਂ ਤੇ ਤੂੰ ਬੈਠ ਗਿਆ ਹੈ, ਤੇਰੇ ਅੰਦਰ ਪ੍ਰਮਾਤਮਾ ਵਸ ਗਿਆ ਹੈ। ਨਾਮ ਵਸੈ ਘਟ ਅੰਤਰ ਹਿਰਦੇ ਵਸਿਆ ਪਾਰ ਬ੍ਰਹਮ, ਇਹ ਇੱਕੋ ਲਫ਼ਜ਼ਾਂ ਵਿੱਚ ਹੈ। ਗੁਰਬਾਣੀ ਨਾਮ ਨੂੰ ਹੀ ਪਾਰ ਬ੍ਰਹਮ ਆਖਦੀ ਹੈ, ਨਾਮ ਨੂੰ ਹੀ ਨਿਰੰਜਨ ਆਖਦੀ ਹੈ। ਇਸੇ ਨੂੰ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਜਿਹੜਾ ਵੀ ਮਨ ਦੇ ਵਿੱਚ ਨਾਮ ਨੂੰ ਨਿਰੰਜਨ ਕਰਕੇ ਜਾਣ ਲੈਂਦਾ ਤੇ ਮੰਨ ਲੈਂਦਾ, ਕਹਿੰਦੇ ਨੇ ਉਹ ਕੋਏ ਬਣ ਜਾਂਦਾ। ਭਾਵ ਉਹ ਵੀ ਨਾਮ ਦਾ ਸਰੂਪ, ਪਰਮੇਸ਼ਰ ਦਾ ਸਰੂਪ, ਸੱਚ ਸਰੂਪ ਹੋ ਜਾਂਦਾ ਹੈ। ਉਹ ਕਹਿੰਦੇ ਨੇ ਜੀ ਨਾਮ ਜਦੋਂ ਵਸਦਾ ਮਨ ਦੇ ਅੰਦਰ ਤੇ ਇਸੇ ਨੂੰ ਫਿਰ ਕਹਿੰਦੇ ਨੇ ਉਹ ਫਿਰ ਮਿਲ ਕੇ ਆਪ ਮਿਲਾਉਂਦਾ ਹੈ। ਇਹਨੂੰ ਕਹਿੰਦੇ ਨੇ ਆਪ ਜਪੋ ਅਵਰਾ ਨਾਮ ਜਪਾਵੋ ਕਰਦਾ ਹੈ। ਆਪ ਉਹ ਇਹ ਧੰਦਾ ਵੀ ਕਰ ਰਿਹਾ, ਹੁਣ ਪੂਰੀ ਲੁਕਾਈ ਨੂੰ ਵੀ ਇਹੀ ਸੱਚ ਦਾ ਧੰਦਲਾ ਕਰਵਾ ਰਿਹਾ। ਇਸ ਨੂੰ ਕਹਿੰਦੇ ਨੇ ਉਹ ਮੈਂ ਛੱਡਿਆ ਸਭੋ ਧੰਦੜਾ ਗੁਸਾਈ ਸੇਵੀ ਸਚੜਾ। ਸੱਚ ਰੂਪੀ ਗੁਸਾਈ ਨੂੰ ਹੁਣ ਮਨ ਵੀ ਸੇਵ ਰਿਹਾ, ਧੰਦਾ ਕਰ ਰਿਹਾ ਹੈ, ਤੇ ਆਪਣੀ ਅੰਦਰ ਵਾਲੀ ਸ੍ਰਿਸ਼ਟੀ ਜੀ ਜਨਤਾ ਨੂੰ ਵੀ ਇਹ ਧੰਦਾ ਕਰਵਾ ਰਿਹਾ ਹੈ। ਇਹ ਸਾਰੀ ਜਿਹੜੀ ਫਿਲਾਸਫੀ ਸਤਿਗੁਰੂ ਜੀ ਸਾਨੂੰ ਇਹ ਵਿਚਾਰ ਦਿੰਦੇ ਹਨ, ਇਹ ਵਿਚਾਰ ਹੀ ਸਤਿਗੁਰੂ ਜੀ ਦਾ ਪ੍ਰਸਾਦ ਹੈ, ਕਿਰਪਾ ਹੈ। ਅਸੀਂ ਕੀ ਕਰਨਾ? ਬਸ ਇਸ ਗੁਰਬਾਣੀ ਨੂੰ ਸਮਝ ਕੇ, ਇਹ ਹੁਕਮਾਂ ਨੂੰ ਸਮਝ ਕੇ ਇਸ ਨੂੰ ਮੰਨਣਾ ਹੈ।
ਇਹ ਸਾਰੀ ਫਿਲਾਸਫੀ ਹੀ ਗੁਰਪ੍ਰਸਾਦ ਹੈ। ਗੁਰੂ ਜੀ ਨੇ ਕਿਰਪਾ ਕਰਕੇ ਹੀ ਆਪਣੇ ਬਾਰੇ ਸਾਨੂੰ ਇਹ ਦੱਸਿਆ। ਨਹੀਂ ਦੱਸਦੇ ਤਾਂ ਸਾਨੂੰ ਕਿਵੇਂ ਪਤਾ ਲੱਗਣਾ ਸੀ ਕਿ ਸਾਡੇ ਅੰਦਰ ਹੀ ਰੱਬ ਜੀ ਵਸਦੇ ਨੇ, ਸਾਡੇ ਉਹ ਨਾਲ, ਸਾਡਾ ਸ਼ੋ ਬਿਲਵਡ ਸਾਡੇ ਨਾਲ ਵਸਦਾ ਹੈ। ਅਸੀਂ ਸਿਰਫ ਉਹਦੇ ਨਾਲ ਚੱਲਣਾ ਹੈ, ਅਸੀਂ ਉਸ ਨੂੰ ਆਪਣੇ ਅੰਗ ਸੰਗ ਕਰਨਾ ਹੈ, ਜਿਸ ਨੂੰ ਕਹਿੰਦੇ ਨੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਉਹ ਤੇਰੇ ਨਾਲ ਹੈ, ਤੂੰ ਉਹਨੂੰ ਉਪਦੇਸ਼ ਨੂੰ ਸੁਣ, ਸਿਰਫ ਸੁਣ ਕੇ ਸੱਚ ਸੁਣ, ਬੁੱਝ ਵਖਾਣ ਮਹਿਲ ਬੁਲਾਈ ਹੈ। ਇਹ ਮਹਿਲ ਦੀ ਪ੍ਰਾਪਤੀ ਦਾ ਤਰੀਕਾ ਹੈ। ਇਹ ਜਿਹੜਾ ਉੱਪਰ ਕੀ ਕਹਿੰਦੇ ਮਾਰੂ ਮਹਿਲਾ ਤੀਜਾ ਆਖ ਰਹੇ ਨੇ, ਇਹ ਉਹੀ ਮਹਿਲਾ ਤੀਜਾ ਜਿਸ ਨੂੰ ਮਹਿਲ ਪ੍ਰਾਪਤ ਹੋਇਆ, ਮਹਿਲ ਦਾ ਪ੍ਰਾਪਤੀ ਦਾ ਤਰੀਕਾ ਦੱਸ ਰਹੇ ਨੇ। ਕਹਿੰਦੇ ਨੇ ਸੱਚ ਸੁਣ, ਬੁੱਝ ਵਖਾਣ ਮਹਿਲ ਬੁਲਾਈ ਹੈ। ਇੱਥੇ ਵੀ ਸਾਨੂੰ ਦੱਸ ਰਹੇ ਨੇ, ਪਹਿਲਾਂ ਉਹਨੇ ਬੁੱਝਿਆ, ਬੁੱਝ ਹੈ ਕੋਈ ਗੁਰਪ੍ਰਸਾਦੀ ਬੁੱਝਿਆ, ਪਹਿਲਾਂ ਉਸ ਤੋਂ ਪਹਿਲਾਂ ਸੁਣਿਆ, ਬੁੱਝਿਆ, ਫਿਰ ਉਹ ਵਖਿਆਣ ਕਰ ਰਿਹਾ, ਪਾਪ ਸਾਰੀ ਜੀ ਜਨਤਾ ਨੂੰ ਵੀ ਉਹਦੇ ਨਾਲ ਜੋੜ ਰਿਹਾ ਹੈ। ਇਹੀ ਮਹਿਲ ਪ੍ਰਾਪਤੀ ਦਾ ਤਰੀਕਾ ਹੈ। ਅੰਦਰ ਵਸਦੇ ਮਹਿਲ, ਅੰਦਰ ਵਸਦੀ ਦਰਗਾਹ ਵਿੱਚ, ਅੰਦਰ ਵਸਦੇ ਰੱਬ ਜੀ ਦਾ ਮਹਿਲ, ਗੁਰ ਤੇ ਮਹਿਲ ਪ੍ਰਾਪਤੇ ਇਸ ਤਰੀਕੇ ਨਾਲ ਹੁੰਦਾ। ਇਹ ਸਾਨੂੰ ਸਤਿਗੁਰੂ ਜੀ ਇਹ ਸ਼ਬਦ ਵਿੱਚ ਸਮਝਾਇਆ ਹੈ। ਹਾਂਜੀ ਜੀ ਜੀ, ਧੰਨਵਾਦ ਵੀਰ ਜੀ, ਬੜੀ ਖੂਬਸੂਰਤੀ ਨਾਲ ਆਪ ਜੀ ਵੀ ਅੰਦਰ ਦੀ ਸ੍ਰਿਸ਼ਟੀ ਬਾਰੇ ਸਮਝਾਣਾ ਕਰਦੇ ਹੋ। ਅੱਜ 3 ਪਦਿਆਂ ਦਾ ਪਾਠ ਹੋਇਆ, आओ रल मिल के पाठ कर लिए, फिर पाठ सेशन की समाप्ति। सब किच आपे आप कराए, आपे सिर सिर कंधे लाए, आपे थाप उठापे वेख्या, गुरमुख आप बुझाएंदा, सच्चा साहिब गहर गंभीरा, सदा सलाही तामन पीरा, अगम अगोचर कीमत नहीं पाई, गुरमुख मन वसाएंदा, आप निरालम होर धंधे लोई, गुर प्रसादी बूझे कोई, नानक नाम वसै घट अंतर, गुरमती मेल मिलाएंदा, नानक नाम वसै घट अंतर, गुरमती मेल मिलाएंदा। होइयां बेअंत भुलां दी किमा। वाहिगुरू जी का खालसा, वाहिगुरू जी की फतेह। बिनती